ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਆਲ ਸਬਜੈਕਟ ਮੌਕ ਟੈਸਟ ਕਵਰ। ਹਾਂਜੀ, ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੁਸੀਂ ਆਪਣਾ ਸਿਲੇਬਸ ਉਠਾ ਕੇ ਦੇਖ ਸਕਦੇ ਹੋ। ਫਸਟ ਟੌਪਿਕ ਹੁੰਦਾ ਜੀ ਜੀਕੇ ਦਾ, ਜਿਸ ਦੇ ਵਿੱਚ ਅਸੀਂ ਮੈਂ 35 ਨੰਬਰ ਦੇ MCQ ਆ ਜਿਹੜੇ ਐਡ ਕੀਤੇ, ਜਾਨੀ ਕਿ 35 MCQ ਐਡ ਕੀਤੇ ਆ। ਤੇ ਜਿਹੜੇ ਵੀ ਸਟੂਡੈਂਟਸ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਦੇਖੋ ਟੌਪਿਕ ਤੁਹਾਡੇ ਸੇਮ ਆ, ਬਸ ਇੱਥੇ ਮਾਰਕਿੰਗ ਦਾ ਜਿਹੜਾ ਫਰਕ ਪੈ ਜਾਂਦਾ ਕਿ ਕਿਸੇ ਦੇ ਵਿੱਚ ਪੇਪਰ ਦੇ ਵਿੱਚ 35 ਆਉਂਦੇ ਆ, ਕਿਸੇ ਦੇ ਪੇਪਰ ਦੇ ਵਿੱਚ 30 ਆਉਂਦੇ ਆ, ਕਿਸੇ 'ਚ 25 ਆਉਂਦੇ ਆ। ਠੀਕ ਹੈ, MCQ ਤਾਂ ਜੀਕੇ ਦੇ 35 MCQ ਮੈਂ ਇਸ ਦੇ ਵਿੱਚ ਐਡ ਕੀਤੇ ਆ ਮੌਕ ਟੈਸਟ ਦੇ ਵਿੱਚ। ਉਸ ਤੋਂ ਬਾਅਦ ਮੈਥ ਐਂਡ ਰੀਜ਼ਨਿੰਗ ਦਾ ਪੋਰਸ਼ਨ ਆ, ਫਿਰ ਤੁਹਾਡਾ ਇੰਗਲਿਸ਼ ਤੇ ਕੰਪਿਊਟਰ ਐਂਡ ਪੰਜਾਬੀ ਦਾ ਪੋਰਸ਼ਨ ਆ ਜਿਹੜਾ ਉਸ ਦੇ ਨਾਲ ਸਾਡਾ ਜਿਹੜਾ ਮੌਕ ਟੈਸਟ ਆ ਬਿਲਕੁਲ ਤੁਹਾਡੇ ਸਿਲੇਬਸ ਦੇ ਪੈਟਰਨ ਦੇ ਅਕੋਰਡਿੰਗ ਤਿਆਰ ਕੀਤਾ ਗਿਆ। ਤੇ ਮੈਂ ਉਹੀ MCQ ਲਏ ਆ ਜਿਹੜੀ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ, ਇੱਕ ਵੀ ਕੁਐਸਚਨ ਨਾ ਮਿਸ ਕਰਨਾ, ਕਿਉਂਕਿ ਵੀਡੀਓ ਨੂੰ ਦੇਖਣ ਤੋਂ ਬਾਅਦ ਜਿਹੜੇ ਸਟੂਡੈਂਟਸ ਆਲਰੇਡੀ ਕੋਈ ਨਾ ਕੋਈ ਐਗਜ਼ਾਮ ਦਿੰਦੇ ਰਹਿੰਦੇ ਆ ਤਾਂ ਉਹ ਆਪਣੇ ਆਪ ਸਮਝ ਜਾਣਗੇ ਕਿ ਵਾਕਿਆ ਹੀ ਕਿੰਨੀ ਇੰਪੋਰਟੈਂਟ ਵੀਡੀਓ ਆ ਤੁਹਾਡੇ ਲਈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਲੋਧੀ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ? ਹਾਂਜੀ, ਲੋਧੀ ਵੰਸ਼ ਦੀ ਸਥਾਪਨਾ ਕੀਤੀ ਸੀ ਬਹਿਲੋਲ ਲੋਧੀ ਨੇ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ। ਹਰ ਇੱਕ MCQ ਨੂੰ ਅਟੈਂਪਟ ਕਰਨ ਦੇ ਲਈ ਮੈਂ ਤੁਹਾਨੂੰ 3 ਸੈਕਿੰਡ ਦਾ ਸਮਾਂ ਦਵਾਂਗੀ। ਨੈਕਸਟ ਹੈ, ਲਾਲ ਕਿਲੇ ਦਾ ਨਿਰਮਾਣ ਕਿਸ ਨੇ ਕਰਵਾਇਆ? ਹਾਂਜੀ, ਲਾਲ ਕਿਲੇ ਦਾ ਨਿਰਮਾਣ ਕਿਹਨਾਂ ਨੇ ਕਰਵਾਇਆ? ਲਾਲ ਕਿਲੇ ਦਾ ਨਿਰਮਾਣ ਕਰਵਾਇਆ ਸ਼ਾਹਜਹਾਂ ਨੇ। ਆਪਸ਼ਨ C ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਪਾਣੀਪਤ ਦੀ ਪਹਿਲੀ ਲੜਾਈ ਕਿਸ ਵਿਚਕਾਰ ਲੜੀ ਗਈ? ਹਾਂਜੀ, ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਤੇ ਇਸ ਦੇ ਵਿੱਚ ਬਾਬਰ ਜੇਤੂ ਰਿਹਾ, ਇਬਰਾਹਿਮ ਲੋਧੀ ਮਾਰਿਆ ਗਿਆ ਸੀ। ਤੁਹਾਨੂੰ ਆ ਸਕਦਾ ਕਿ ਕਿਹੜੀ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਮਾਰਿਆ ਗਿਆ? ਤਾਂ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ। ਤੇ ਇਸ ਦੇ ਨਾਲ ਲੋਧੀ ਵੰਸ਼ ਦਾ ਜਿਹੜਾ ਪਤਨ ਹੋ ਗਿਆ ਸੀ, ਖਤਮ ਹੋ ਗਿਆ ਸੀ ਲੋਧੀ ਵੰਸ਼। ਨੈਕਸਟ ਹੈ, ਆਦਿ ਗ੍ਰੰਥ ਦਾ ਸੰਪਾਦਨ ਕਿਸ ਗੁਰੂ ਸਾਹਿਬਾਨ ਨੇ ਕੀਤਾ? ਹਾਂਜੀ, ਆਦਿ ਗ੍ਰੰਥ ਦਾ ਸੰਪਾਦਨ ਗੁਰੂ ਅਰਜਨ ਦੇਵ ਜੀ ਨੇ ਕੀਤਾ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ। ਇਸ ਤੋਂ ਇਲਾਵਾ ਇਹ MCQ ਤੁਹਾਨੂੰ ਇਸ ਤਰ੍ਹਾਂ ਆ ਸਕਦਾ ਕਿ ਆਦਿ ਗ੍ਰੰਥ ਨੂੰ ਲਿਖਿਆ ਕਿਹਨਾਂ ਨੇ ਆ? ਤਾਂ ਆਦਿ ਗ੍ਰੰਥ ਨੂੰ ਲਿਖਿਆ ਭਾਈ ਗੁਰਦਾਸ ਜੀ ਨੇ। ਤੇ ਆਦਿ ਗ੍ਰੰਥ ਦੇ ਪਹਿਲੇ ਗ੍ਰੰਥੀ ਕੌਣ ਸੀ? ਬਾਬਾ ਬੁੱਢਾ ਜੀ। ਠੀਕ ਹੈ, ਤੇ ਬਾਬਾ ਬੁੱਢਾ ਜੀ ਪਹਿਲੇ ਕਿੰਨੇ ਗੁਰੂਆਂ ਦੇ ਸਮਕਾਲੀਨ ਸੀ? ਪਹਿਲੇ 6 ਗੁਰੂਆਂ ਦੇ। ਠੀਕ ਹੈ, ਇਹ ਵੀ ਤੁਸੀਂ ਧਿਆਨ 'ਚ ਰੱਖਣਾ। ਨੈਕਸਟ ਹੈ, ਭਾਰਤ ਤੇ ਹਮਲਾ ਕਰਨ ਲਈ ਬਾਬਰ ਨੂੰ ਕਿਸ ਨੇ ਸੱਦਾ ਦਿੱਤਾ? ਹਾਂਜੀ, ਭਾਰਤ ਉੱਪਰ ਹਮਲਾ ਕਰਨ ਦੇ ਲਈ ਬਾਬਰ ਨੇ ਸੱਦਾ ਦਿੱਤਾ ਸੀਗਾ, ਬਾਬਰ ਨੂੰ ਬੁਲਾਇਆ ਸੀਗਾ ਦੌਲਤ ਖਾਂ ਲੋਧੀ ਨੇ, ਮੇਵਾੜ ਦੇ ਰਾਜਾ ਸਾਂਗਾ ਨੇ, ਆਲਮ ਖਾਂ ਲੋਧੀ ਨੇ। ਉਪਰੋਕਤ ਸਾਰੇ ਹੀ ਇਸ ਦਾ ਰਾਈਟ ਆਂਸਰ ਹੈ। ਦੇਖੋ, ਜਦੋਂ ਤੁਹਾਨੂੰ ਨਾ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦਾ MCQ ਆਉਂਦਾ, ਜੇ ਤਾਂ ਤੁਹਾਨੂੰ ਸ਼ੋਰਟੀ ਹੈ ਕਿ ਹਾਂ ਇਸ ਦਾ ਆਂਸਰ ਇਹ ਆ, ਠੀਕ ਹੈ, ਤਾਂ ਫਿਰ ਤਾਂ ਤੁਸੀਂ ਮਤਲਬ ਕਿ ਕੋਈ ਵੀ ਲਗਾ ਲਓਗੇ, ਜਿਵੇਂ ਮੈਂ ਮਤਲਬ ਤੁਹਾਨੂੰ ਸ਼ੋਰ ਆ, ਤੁਸੀਂ ਕੀਤਾ ਹੋਇਆ ਇਹ ਪੜ੍ਹਿਆ ਹੋਇਆ ਕਿ ਇਹਦੀ ਆਪਸ਼ਨ A ਹੀ ਰਾਈਟ ਆ। ਪਰ ਜੇਕਰ ਤੁਹਾਨੂੰ ਪੇਪਰ ਨਹੀਂ ਆਉਂਦਾ, ਤੁਸੀਂ ਤੁੱਕਾ ਲਗਾਉਣਾ ਹੈ, ਤਾਂ ਉਹਦੇ ਵਿੱਚ ਨਾ ਮੋਸਟਲੀ 95% ਚਾਂਸ ਹੁੰਦੇ ਆ ਜਦੋਂ ਇਦਾਂ ਦੀਆਂ ਆਪਸ਼ਨ ਹੁੰਦੀਆਂ ਕਿ ਇਹੀ ਆਪਸ਼ਨ ਹੈ D। ਠੀਕ ਹੈ, 95% ਚਾਂਸ ਹੁੰਦੇ ਆ ਕਿ ਆਪਸ਼ਨ D ਆ, ਜਾਂ ਉਪਰੋਕਤ ਸਾਰੇ A ਅਤੇ B ਦੋਵੇਂ ਇਸ ਤਰ੍ਹਾਂ ਦੀਆਂ ਆਪਸ਼ਨ ਜਦੋਂ ਸਾਨੂੰ ਐਗਜ਼ਾਮ ਦੇ ਵਿੱਚ ਮਿਲਣ ਤਾਂ 95% ਚਾਂਸ ਆ ਕਿ ਉਹਦੀ ਆਪਸ਼ਨ ਉਪਰੋਕਤ ਸਾਰੇ ਜਾਂ ਉਪਰੋਕਤ ਦੋਵੇਂ ਹੀ ਆ। ਠੀਕ ਹੈ, ਜਿਹੜੀ ਆਪਸ਼ਨ ਤੁਹਾਨੂੰ D ਦਿੱਤੀ ਹੁੰਦੀ ਆ, ਜਦੋਂ ਵੀ ਅਸੀਂ ਮਤਲਬ ਕਿ ਥੋੜਾ ਸੋਚ ਕੇ ਲਾਉਂਦੇ ਆ ਤਾਂ ਮੈਂ ਤੁਹਾਨੂੰ ਇਸ ਕਰਕੇ ਦੱਸਿਆ ਵਾ। ਪਰ ਜੇਕਰ ਤੁਹਾਨੂੰ ਸ਼ੋਰ ਆ ਤਾਂ ਫਿਰ ਤਾਂ ਤੁਸੀਂ ਉਹੀ ਲਗਾਓਗੇ ਜੋ ਆਨਸਰ ਤੁਹਾਨੂੰ ਪਤਾ ਵਾ। ਨੈਕਸਟ ਹੈ, ਹਾਂਜੀ, ਜਿੰਦਾ ਪੀਰ ਕਿਹੜਾ ਮੁਗਲ ਬਾਦਸ਼ਾਹ ਅਖਵਾਉਂਦਾ ਸੀ? ਹਾਂਜੀ, ਜਿੰਦਾ ਪੀਰ ਕਿਹਨਾਂ ਨੂੰ ਬੋਲਿਆ ਜਾਂਦਾ? ਜਿੰਦਾ ਪੀਰ ਕਿਹਾ ਜਾਂਦਾ ਵਾ ਜੀ ਔਰੰਗਜ਼ੇਬ ਨੂੰ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਿਹੜੀ ਲੜਾਈ ਦੌਰਾਨ ਕੈਦ ਕੀਤਾ ਗਿਆ? ਹਾਂਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰਦਾਸ ਨਗਲ ਦੀ ਲੜਾਈ ਦੇ ਵਿੱਚ 1715 ਈਸਵੀ ਦੇ ਵਿੱਚ ਕੈਦ ਕੀਤਾ ਗਿਆ। ਆਪਸ਼ਨ B ਇਜ਼ ਦਾ ਰਾਈਟ ਆਂਸਰ। ਉਸ ਤੋਂ ਬਾਅਦ 1716 ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਠੀਕ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ। ਨੈਕਸਟ ਹੈ, ਸਤੀ ਪ੍ਰਥਾ ਦੀ ਨਿੰਦਿਆ ਕਰਨ ਵਾਲਾ ਮੁਗਲ ਸਮਰਾਟ ਕੌਣ ਸੀ? ਹਾਂਜੀ, ਸਤੀ ਪ੍ਰਥਾ ਦੀ ਨਿੰਦਿਆ ਕਰਨ ਵਾਲਾ ਪਹਿਲਾ ਮੁਗਲ ਸਮਰਾਟ ਕਿਹੜਾ ਸੀ ਇਹਨਾਂ ਦੇ ਵਿੱਚੋਂ? ਤਾਂ ਸਤੀ ਪ੍ਰਥਾ ਦੀ ਨਿੰਦਿਆ ਕੀਤੀ ਸੀ ਜੀ ਅਕਬਰ ਨੇ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਜ਼ਿਲ੍ਹਿਆਂਵਾਲੇ ਬਾਗ ਦੇ ਦੁਖਾਂਤ ਲਈ ਕੌਣ ਜ਼ਿੰਮੇਵਾਰ ਸੀ? ਹਾਂਜੀ, ਜ਼ਿਲ੍ਹਿਆਂਵਾਲੇ ਬਾਗ ਦੇ ਦੁਖਾਂਤ ਦੇ ਲਈ ਕੌਣ ਜ਼ਿੰਮੇਵਾਰ ਸੀ? ਜ਼ਿਲ੍ਹਿਆਂਵਾਲਾ ਬਾਗ ਤੁਹਾਨੂੰ ਪਤਾ ਹੈ ਕਾਂਡ ਹੋਇਆ ਸੀ ਜਿਹੜਾ, ਉਸ ਦੇ ਵਿੱਚ ਕੌਣ ਜ਼ਿੰਮੇਵਾਰ ਸੀ? ਜਨਰਲ ਡਾਇਰ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ,
ਬੰਦੇ ਮਾਤਰਮ ਦਾ ਲੇਖਕ ਕੌਣ ਸੀ? ਹਾਂਜੀ, ਇਸ ਦੇ ਵਿੱਚ ਅਸੀਂ ਟੂ ਦਾ ਪੁਆਇੰਟ ਹੀ ਗੱਲ ਕਰਾਂਗੇ, ਕਿਉਂਕਿ ਤੁਹਾਨੂੰ ਪਤਾ ਹੈ ਮੌਕ ਟੈਸਟ ਆ ਜਿਹੜਾ ਕਾਫੀ ਲੈਂਥੀ ਬਣ ਜਾਂਦਾ ਜਦੋਂ ਆਲ ਸਬਜੈਕਟ ਦਾ ਕਵਰ ਕਰਦੇ ਆ, ਤੇ ਇਹ MCQ ਸਾਰੇ ਹੀ ਆਪਾਂ ਕਵਰ ਕੀਤੇ ਹੋਏ ਆ, ਪਹਿਲਾਂ ਡਿਟੇਲ ਦੇ ਵਿੱਚ ਕਰਵਾਏ ਹੋਏ ਆ ਮੈਂ ਤੁਹਾਨੂੰ। ਬੰਦੇ ਮਾਤਰਮ ਦਾ ਲੇਖਕ ਕੌਣ ਸੀ? ਹਾਂਜੀ, ਬੰਦੇ ਮਾਤਰਮ ਦੇ ਲੇਖਕ ਆ ਬੈਂਕਿਮ ਚੰਦਰ ਚੈਟਰਜੀ, ਜਾਂ ਤੁਹਾਨੂੰ ਬੈਂਕਿਮ ਚੰਦਰ ਚੋਟਾਪਿਆ ਤੇ ਆ ਸਕਦਾ। ਠੀਕ ਹੈ, ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ, ਬੈਂਕਿਮ ਚੰਦਰ ਚੋਟਾਪਾਧਿਆਈ। ਨੈਕਸਟ ਹੈ, ਭਗਤ ਸਿੰਘ ਤੇ ਸਾਥੀਆਂ ਨੇ ਸਾਂਡਰਸ ਦੀ ਹੱਤਿਆ ਕਦੋਂ ਕੀਤੀ? ਹਾਂਜੀ, ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਸਾਂਡਰਸ ਦੀ ਹੱਤਿਆ ਕੀਤੀ ਸੀ। ਠੀਕ ਹੈ, ਉਹਨਾਂ ਨੇ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲਿਆ ਸੀ, ਤੇ ਇਹ ਕਦੋਂ ਹੋਇਆ ਸੀਗਾ ਹੱਤਿਆਕਾਂਡ ਆ ਜਿਹੜਾ? 17 ਦਸੰਬਰ 1928 ਨੂੰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਰੌਲੇਟ ਐਕਟ ਲਿਆਉਣ ਦਾ ਕੀ ਮਕਸਦ ਸੀ? ਹਾਂਜੀ, ਰੌਲੇਟ ਐਕਟ ਲਿਆਉਣ ਦਾ ਮਕਸਦ ਸੀਗਾ ਰਾਸ਼ਟਰੀ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਤੇ ਰੋਕ ਲਗਾਉਣਾ। ਰਾਸ਼ਟਰੀ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਤੇ ਰੋਕ ਲਗਾਉਣਾ ਰੌਲੇਟ ਐਕਟ ਲਿਆਉਣ ਦਾ ਜਿਹੜਾ ਇਹ ਮਕਸਦ ਸੀਗਾ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਦੇਖੋ, ਰੌਲੇਟ ਐਕਟ ਕਿਉਂ ਲਿਆਂਦਾ ਗਿਆ ਸੀ? ਇਹਨੂੰ ਬਲੈਕ ਐਕਟ ਵੀ ਬੋਲ ਦਿੱਤਾ ਜਾਂਦਾ। ਹਾਂਜੀ, ਜਦੋਂ ਵੀ ਅੰਗਰੇਜ਼ ਕੋਈ ਨੀਤੀ ਭਾਰਤ ਦੇ ਵਿੱਚ ਸ਼ੁਰੂ ਕਰਦੇ ਸੀਗੇ ਤਾਂ ਨੀਤੀ ਸ਼ੁਰੂ ਕਰਨ ਦੇ ਲਈ ਅੰਦੋਲਨ ਹੋ ਜਾਂਦੇ ਸੀ, ਤਾਂ ਉਹ ਅੰਦੋਲਨਾਂ ਨੂੰ ਰੋਕਣ ਦੇ ਲਈ ਇਹਨਾਂ ਨੇ ਰੌਲੇਟ ਐਕਟ ਸ਼ੁਰੂ ਕੀਤਾ। ਠੀਕ ਹੈ, ਰੌਲੇਟ ਐਕਟ ਸ਼ੁਰੂ ਕਰਨ ਦਾ ਮਤਲਬ ਸੀਗਾ ਕਿ ਬਿਨਾਂ ਕਿਸੇ ਦੀ ਗਲਤੀ ਤੋਂ, ਬਿਨਾਂ ਕਿਸੇ ਕਾਗਜ਼ੀ ਕਾਰਵਾਈ ਤੋਂ ਹਰੇਕ ਇਨਸਾਨ ਨੂੰ ਚੱਕ ਕੇ ਅੰਦਰ ਸਿੱਟ ਦੇਣਾ ਜੇਲ੍ਹ ਦੇ ਵਿੱਚ, ਜਿਹੜਾ ਵੀ ਕੋਈ ਅੰਦੋਲਨ ਕਰਦਾ ਸੀ। ਠੀਕ ਹੈ, ਨੈਕਸਟ ਹੈ, ਜ਼ਿਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੀ ਜਾਂਚ ਦੇ ਲਈ ਬਣਾਈ ਗਈ ਕਮੇਟੀ ਦਾ ਨਾਮ ਦੱਸੋ? ਹਾਂਜੀ, ਜ਼ਿਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੀ ਜਾਂਚ ਦੇ ਲਈ ਇੱਕ ਕਮੇਟੀ ਬਣਾਈ ਗਈ ਸੀ, ਜਿਸ ਦਾ ਨਾਮ ਸੀਗਾ ਹੰਟਰ ਕਮਿਸ਼ਨ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਕਰੋ ਜਾਂ ਮਰੋ ਦਾ ਨਾਰਾ ਕਿਸ ਨੇ ਦਿੱਤਾ? ਹਾਂਜੀ, ਕਰੋ ਜਾਂ ਮਰੋ, ਕਰੋ ਜਾਂ ਮਰੋ ਦਾ ਨਾਰਾ ਦਿੱਤਾ ਸੀਗਾ ਮਹਾਤਮਾ ਗਾਂਧੀ ਜੀ ਨੇ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਭਾਰਤ ਛੱਡੋ ਅੰਦੋਲਨ ਕਿਸ ਦੀ ਪ੍ਰਤੀਕਿਰਿਆ ਵਿੱਚ ਹੋਇਆ? ਹਾਂਜੀ, ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜਿਹੜਾ ਕਿਸ ਦੀ ਪ੍ਰਕਿਰਿਆ ਦੇ ਵਿੱਚ ਸ਼ੁਰੂ ਹੋਇਆ ਸੀਗਾ? ਕ੍ਰਿਪਸ ਪ੍ਰਸਤਾਵ ਦੀ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਠੀਕ ਹੈ, ਇਹ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਹੈ। ਨੈਕਸਟ ਹੈ, ਰਾਧਾ ਸੁਆਮੀ ਮੱਤ ਦੇ ਸੰਸਥਾਪਕ ਕੌਣ ਸੀ? ਹਾਂਜੀ, ਤੁਹਾਨੂੰ ਪਤਾ ਜਿਵੇਂ ਨਿਰੰਕਾਰੀ ਮੱਤ ਚੱਲਿਆ ਸੀਗਾ, ਲਹਿਰਾਂ ਚੱਲੀਆਂ ਸੀਗੀਆਂ, ਤੇ ਰਾਧਾ ਸੁਆਮੀ ਲਹਿਰ ਵੀ ਚੱਲੀ ਸੀਗੀ। ਠੀਕ ਹੈ, ਇਸ ਦੇ ਸੰਸਥਾਪਕ ਕੌਣ ਸੀ? ਤਾਂ ਇਸ ਦੇ ਸੰਸਥਾਪਕ ਸੀਗੇ ਲਾਲਾ ਸ਼ਿਵ ਦਿਆਲ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਸੰਸਾਰ ਦੀ ਸਭ ਤੋਂ ਵੱਡੀ ਪ੍ਰਾਚੀਨ ਸੱਭਿਅਤਾ ਕਿਹੜੀ ਹੈ? ਹਾਂਜੀ, ਪੰਜਾਬ ਦੀ ਸਭ ਤੋਂ ਵੱਡੀ ਪ੍ਰਾਚੀਨ ਸੱਭਿਅਤਾ ਹੈ ਸਿੰਧ ਘਾਟੀ ਦੀ ਸੱਭਿਅਤਾ। ਇਸ ਨੂੰ ਹੜੱਪਾ ਸੱਭਿਅਤਾ ਵੀ ਬੋਲ ਦਿੱਤਾ ਜਾਂਦਾ, ਕਿਉਂਕਿ ਸਭ ਤੋਂ ਪਹਿਲਾਂ ਖੁਦਾਈ ਹੜੱਪਾ ਦੀ ਹੋਈ ਸੀ ਇਸ ਦੇ ਵਿੱਚੋਂ। ਠੀਕ ਹੈ, ਮੇਨਲੀ ਜੋ ਹੜੱਪਾ ਵਾ, ਤੇ ਇਸ ਨੂੰ ਇਸ ਕਰਕੇ ਹੜੱਪਾ ਸੱਭਿਅਤਾ ਵੀ ਬੋਲ ਦਿੱਤਾ ਜਾਂਦਾ। ਤੁਹਾਨੂੰ ਆ ਸਕਦਾ ਹੜੱਪਾ ਸੱਭਿਅਤਾ ਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ? ਸਿੰਧ ਘਾਟੀ ਦੀ ਸੱਭਿਅਤਾ। ਨੈਕਸਟ ਹੈ, ਮਲਿਕ ਭਾਗੋ ਤੇ ਭਾਈ ਲਾਲੋ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ? ਹਾਂਜੀ, ਮਲਿਕ ਭਾਗੋ ਅਤੇ ਭਾਈ ਲਾਲੋ ਦੇ ਨਾਂ ਬਾਰੇ ਤੁਸੀਂ ਸੁਣਿਆ ਹੋਣਾ। ਇਹਨਾਂ ਨੇ ਆਪਣੇ ਘਰ ਗੁਰੂ ਜੀ ਨੂੰ ਰੋਟੀ ਦੇ ਮਤਲਬ ਖਾਣੇ ਤੇ ਬੁਲਾਇਆ ਸੀਗਾ। ਠੀਕ ਹੈ, ਮਲਿਕ ਭਾਗੋ ਅਤੇ ਭਾਈ ਲਾਲੋ ਨੇ, ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਆ ਜਿਹੜੀ ਇਹਨਾਂ ਨਾਲ ਪਹਿਲੀ ਉਦਾਸੀ ਦੇ ਦੌਰਾਨ ਹੋਈ ਸੀ। ਕਿੱਥੇ ਹੋਈ ਸੀਗੀ ਇਹ ਉਹਨਾਂ ਨੇ ਪੁੱਛਿਆ, ਤਾਂ ਇਹ ਮੁਲਾਕਾਤ ਹੋਈ ਸੀ ਜੀ ਸ਼ਿਆਦਪੁਰ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਸ਼ੈਦਪੁਰ ਬੋਲ ਦਿੰਦੇ ਆ ਜਾਂ ਸ਼ਿਆਦਪੁਰ ਬੋਲ ਦਿੰਦੇ ਆ। ਠੀਕ ਹੈ, ਸ਼ੈਦਪੁਰ। ਨੈਕਸਟ ਹੈ, ਸਤੀਆਂ ਇਹ ਨਾ ਆਖੀਏ ਜੋ ਮੜੀਆਂ ਲਗ ਜਲਨ, ਨਾਨਕ ਸਤੀਆਂ ਜਾਣੀਆਂ ਜੋ ਬਿਰਹੈ ਚੋਟ ਮਰਨ। ਬਹੁਤ ਸਾਰੇ ਸਟੂਡੈਂਟਸ ਇੱਥੇ ਨਾਨਕ ਨਾਮ ਦੇਖ ਕੇ ਗੁਰੂ ਨਾਨਕ ਦੇਵ ਜੀ ਦੀ ਹੀ ਆਪਸ਼ਨ ਲਗਾਉਂਦੇ ਨੇ। ਹਾਂਜੀ, ਸਤੀਆਂ ਇਹ ਨਾ ਆਖੀਏ, ਸਤੀਆਂ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜੋ ਮੜੀਆਂ ਦੇ ਵਿੱਚ ਜਲ ਜਾਂਦੀਆਂ ਨੇ, ਬਲਕਿ ਸਤੀਆਂ ਉਹਨਾਂ ਨੂੰ ਕਿਹਾ ਜਾਂਦਾ ਜੋ ਬਿਰਹੇ ਦੀ ਚੋਟ ਵਿੱਚ, ਜਾਣੀ ਕਿ ਵਿਛੋੜੇ ਦੀ ਚੋਟ ਦੇ ਵਿੱਚ ਮਰ ਜਾਂਦੀਆਂ। ਠੀਕ ਹੈ, ਤਾਂ ਇਹ ਬੋਲਿਆ ਸੀਗਾ ਗੁਰੂ ਅਮਰਦਾਸ ਜੀ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਅੰਮ੍ਰਿਤਸਰ ਨਾਮਕ ਸਰੋਵਰ ਦੀ ਖੁਦਾਈ ਦਾ ਕੰਮ ਕਿਸ ਵਿਅਕਤੀ ਦੀ ਦੇਖ ਰੇਖ ਹੇਠਾਂ ਹੋਇਆ? ਹਾਂਜੀ, ਅੰਮ੍ਰਿਤਸਰ ਨਾਮਕ ਸਰੋਵਰ ਆ ਜਿਹੜਾ, ਜਿਵੇਂ ਕਿ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿੱਚ 3 ਸਰੋਵਰ ਮੇਨ ਮੰਨੇ ਜਾਂਦੇ ਆ, ਅੰਮ੍ਰਿਤਸਰ, ਰਾਮਸਰ ਤੇ ਸੰਤੋਖਸਰ, ਤੇ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਅੰਮ੍ਰਿਤਸਰ ਨਾਮਕ ਸਰੋਵਰ ਦੀ ਖੁਦਾਈ ਦਾ ਕੰਮ ਬਾਬਾ ਬੁੱਢਾ ਜੀ ਦੀ ਦੇਖ ਰੇਖ ਹੇਠਾਂ ਹੋਇਆ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਅਕਾਲ ਤਖਤ ਕਿਸ ਦਾ ਪ੍ਰਤੀਕ ਸੀ? ਹਾਂਜੀ, ਅਕਾਲ ਤਖਤ ਬਾਰੇ ਤੁਸੀਂ ਸੁਣਿਆ ਹੋਣਾ, ਜਿਸ ਦੀ ਸਥਾਪਨਾ ਜਾਂ ਜਿਸ ਦਾ ਨਿਰਮਾਣ ਗੁਰੂ ਹਰਗੋਬਿੰਦ ਜੀ ਜਾਣੀ ਕਿ 6ਵੇਂ ਪਾਤਸ਼ਾਹ ਨੇ ਕਰਵਾਇਆ ਸੀ। ਤਾਂ ਆਪਸ਼ਨ ਨੰਬਰ ਏ ਇੱਥੇ ਰਾਈਟ ਆਂਸਰ ਹੈ ਕਿ ਮੀਰੀ ਅਤੇ ਪੀਰੀ ਦੀ ਭਾਵਨਾ ਦਾ ਪ੍ਰਤੀਕ ਆ ਅਕਾਲ ਤਖਤ। ਆਪਸ਼ਨ
ਵੀ ए इज़ द राइट आंसर है। तो इस दियां पहलियां 2 मंजिलों का निर्माण गुरु हरगोबिंद जी ने करवाया, ਜਿਹੜੀਆਂ ਬਾਅਦ 'ਚ 3 ਬਣਾਈਆਂ ਗਈਆਂ 5 ਮੰਜ਼ਿਲਾਂ ਟੋਟਲ, ਠੀਕ ਹੈ, ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਵਾਈਆਂ ਸੀ। ਨੈਕਸਟ ਹੈ, ਅੱਜ ਕੱਲ੍ਹ ਮਾਖੋਵਾਲ ਨਾਮਕ ਸਥਾਨ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਹਾਂਜੀ, ਮਾਖੋਵਾਲ ਗੁਰੂ ਤੇਗ ਬਹਾਦਰ ਜੀ ਨੇ ਨਾ ਇੱਕ ਜ਼ਮੀਨ ਲਈ ਸੀਗੀ ਰਹਿਣ ਦੇ ਲਈ, ਆਪਣਾ ਘਰ ਬਣਾਉਣ ਦੇ ਲਈ। ਮਾਖੋਵਾਲ ਦੇ ਰਾਜੇ ਤੋਂ ਲਈ ਸੀਗੀ ਉਹ ਜ਼ਮੀਨ, ਤੇ ਇਸ ਕਰਕੇ ਉਸ ਨੂੰ ਪਹਿਲਾਂ ਮਾਖੋਵਾਲ ਬੋਲਿਆ ਜਾਂਦਾ ਸੀ, ਠੀਕ ਹੈ। ਤੇ ਉਸ ਤੋਂ ਬਾਅਦ ਗੁਰੂ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਜਾਣੀ ਕਿ ਕਹਿ ਸਕਦੇ ਆ ਸ਼ਹਿਰ ਬਣਾਤਾ ਸੀ, ਉੱਥੇ ਇੱਕ ਸਥਾਨ ਵਸਾਤਾ ਸੀ, ਤਾਂ ਉਹਦਾ ਨਾਮ ਆ ਜਿਹੜਾ ਆਪਦੀ ਮਾਤਾ ਦੇ ਨਾਮ ਤੇ ਰੱਖ ਦਿੱਤਾ, ਚੱਕ ਨਾਨਕੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਅੱਜ ਕੱਲ੍ਹ ਕਿਹੜੇ ਨਾਮ ਨਾਲ ਜਾਣਿਆ ਜਾਂਦਾ? ਸ਼੍ਰੀ ਅਨੰਦਪੁਰ ਸਾਹਿਬ ਨਾਲ। ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਭੰਗਾਣੀ ਦੀ ਲੜਾਈ ਕਿਹੜੀਆਂ 2 ਸ਼ਕਤੀਆਂ ਵਿਚਕਾਰ ਲੜੀ ਗਈ? ਹਾਂਜੀ, ਭੰਗਾਣੀ ਦੀ ਲੜਾਈ 1688 ਈਸਵੀ ਦੇ ਵਿੱਚ ਹੋਈ ਸੀ, ਤੇ 1688 ਈਸਵੀ ਦੇ ਵਿੱਚ ਭੰਗਾਣੀ ਦੀ ਲੜਾਈ ਸਿੱਖਾਂ ਅਤੇ ਹਿੰਦੂਆਂ ਰਾਜਿਆਂ ਦੇ ਵਿਚਕਾਰ ਹੋਈ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਇਸ ਲੜਾਈ ਦਾ ਨਤੀਜਾ ਕੀ ਨਿਕਲਿਆ ਸੀ ਕਿ ਜਿਹੜੇ ਫਿਰ ਹਿੰਦੂ ਰਾਜੇ ਸੀ ਉਹਨਾਂ ਨੇ ਗੁਰੂ ਜੀ ਦਾ ਸਾਥ ਦਿੱਤਾ ਸੀਗਾ ਅਗਲੇ ਯੁੱਧ ਦੇ ਲਈ, ਠੀਕ ਹੈ। ਨੈਕਸਟ ਹੈ, ਨਾਮਧਾਰੀ ਅੰਦੋਲਨ ਦਾ ਮੋਢੀ ਸੰਸਥਾਪਕ ਕੌਣ ਸੀ? ਹਾਂਜੀ, ਨਾਮਧਾਰੀ ਅੰਦੋਲਨ ਦੇ ਸੰਸਥਾਪਕ ਕੌਣ ਮੰਨੇ ਜਾਂਦੇ ਆ ਮੋਢੀ ਸੰਸਥਾਪਕ? ਤਾਂ ਇਹ ਹੈ ਜੀ ਬਾਬਾ ਬਾਲਕ ਸਿੰਘ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਪੰਜਾਬ ਦੀ ਵੰਡ 1947 ਈਸਵੀ ਦੀ ਕਿਹੜੀ ਯੋਜਨਾ ਅਧੀਨ ਹੋਈ? ਹਾਂਜੀ, ਪੰਜਾਬ ਦੀ ਵੰਡ 1947 ਦੇ ਵਿੱਚ ਹੋਈ ਸੀ ਜਿਹੜੀ, ਉਹ ਕਿਹੜੀ ਯੋਜਨਾ ਦੇ ਅਧੀਨ ਹੋਈ ਸੀ? ਤਾਂ ਇਹ ਯੋਜਨਾ ਦਾ ਨਾਮ ਸੀ ਮਾਊਂਟ ਬੈਟਨ ਯੋਜਨਾ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਦਿੱਲੀ ਕਦੋਂ ਭਾਰਤ ਦੀ ਰਾਜਧਾਨੀ ਬਣੀ? ਹਾਂਜੀ, ਦਿੱਲੀ ਭਾਰਤ ਦੀ ਰਾਜਧਾਨੀ, ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕੋਲਕਾਤਾ ਸੀ। 1911 ਦੇ ਵਿੱਚ ਇਹ ਘੋਸ਼ਣਾ ਹੋ ਗਈ ਸੀ ਕਿ ਦਿੱਲੀ ਭਾਰਤ ਦੀ ਰਾਜਧਾਨੀ ਬਣਾਈ ਜਾਵੇਗੀ, ਪਰ ਉਸ ਤੋਂ ਬਾਅਦ 1927 ਦੇ ਵਿੱਚ ਦਿੱਲੀ ਨੂੰ ਨਵੀਂ ਦਿੱਲੀ ਦਾ ਨਾਮ ਦਿੱਤਾ ਗਿਆ। ਫਾਈਨਲੀ 13 ਫਰਵਰੀ 1931 ਨੂੰ ਦਿੱਲੀ ਭਾਰਤ ਦੀ ਕੈਪੀਟਲ ਬਣੀ ਸੀ। ਬਾਕੀ ਕੁਝ ਆਨਸਰ ਆਪਸ਼ਨ ਤੇ ਵੀ ਡਿਪੈਂਡ ਕਰਦੇ ਆ। ਹੁਣ ਇੱਥੇ ਆਪਾਂ ਘੋਸ਼ਣਾ ਵਾਲੀ ਆਪਸ਼ਨ ਹੀ ਲਗਾ ਦੇਵਾਂਗੇ 1911, ਕਿਉਂਕਿ ਐਗਜ਼ਾਮ ਦੇ ਵਿੱਚ ਇੱਦਾਂ ਹੀ ਆਇਆ, ਠੀਕ ਹੈ। ਤਾਂ ਆਪਸ਼ਨ ਬੀ ਹੀ ਰਾਈਟ ਬਣੂਗੀ ਕਿ 1911। ਨੈਕਸਟ ਹੈ, ਭਾਰਤ ਵਿੱਚ ਕਿਸੇ ਵਿਅਕਤੀ ਦੀ ਨਾਗਰਿਕਤਾ ਕਦੋਂ ਖਤਮ ਨਹੀਂ ਕੀਤੀ ਜਾ ਸਕਦੀ? ਹਾਂਜੀ, ਭਾਰਤ ਦੇ ਵਿੱਚ ਕਿਸੇ ਵਿਅਕਤੀ ਦੀ ਨਾਗਰਿਕਤਾ ਵਾ ਜਿਹੜੀ ਉਹ ਜੰਗ ਦੇ ਸਮੇਂ ਖਤਮ ਨਹੀਂ ਕੀਤੀ ਜਾ ਸਕਦੀ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਭਾਰਤੀ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਮੁਹੱਈਆ ਕਰਨਾ। ਹਾਂਜੀ, ਭਾਰਤੀ ਲੋਕਾਂ ਨੂੰ ਮੌਲਿਕ ਅਧਿਕਾਰ ਮੁਹੱਈਆ ਕਰਵਾਉਣਾ ਨਿਆਂ ਸੰਗਤ ਹੈ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਭਾਰਤ ਦਾ ਰਾਸ਼ਟਰਪਤੀ ਸਿਰਫ ਡੈਸ਼ ਦੀ ਲਿਖਤ ਸਿਫਾਰਸ਼ ਤੇ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕਰ ਸਕਦਾ ਹੈ? ਹਾਂਜੀ, ਭਾਰਤ ਦਾ ਰਾਸ਼ਟਰਪਤੀ ਕੇਂਦਰੀ ਮੰਤਰੀ ਮੰਡਲ ਦੀ ਲਿਖਤ ਸਿਫਾਰਸ਼ ਤੇ ਹੀ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕਰ ਸਕਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਕੌਣ ਸੀ? ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਸੀ ਜੀ ਪ੍ਰਤਿਭਾ ਪਾਟਿਲ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਉਹ ਰਾਜ, ਹਾਂਜੀ ਉਹ ਰਾਜ ਜਿੱਥੇ ਵਿਧਾਨ ਪਾਲਿਕਾ ਦਾ ਸਿਰਫ ਇੱਕ ਸਦਨ ਹੈ ਉਹ ਹੇਠਲਾ ਸਦਨ। ਤਾਂ ਤੁਹਾਨੂੰ ਪਤਾ ਹੈ ਕਿ ਵਿਧਾਨ ਪਾਲਿਕਾ ਨੂੰ ਪੰਜਾਬ ਦੇ ਵਿੱਚ ਪਹਿਲਾਂ 2 ਸਦਨ ਸੀਗੇ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ। ਬਾਅਦ ਵਿੱਚ ਵਿਧਾਨ ਪਰਿਸ਼ਦ ਨੂੰ ਖਤਮ ਕੀਤਾ ਗਿਆ। ਤਾਂ ਆਪਸ਼ਨ ਏ ਇੱਥੇ ਰਾਈਟ ਆਂਸਰ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਇੱਕ ਸਦਨ ਆ, ਠੀਕ ਹੈ, ਇੱਕ ਸਦਨੀ ਵਿਧਾਨ ਸਭਾ ਵਾ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਇੱਥੇ ਇਹ ਲਿਖਿਆ ਵਾ ਕਿ ਉਹ ਇਹਨਾਂ ਆਪਸ਼ਨ ਦੇ ਵਿੱਚੋਂ ਕੁਝ ਆਂਸਰ ਆਪਸ਼ਨ ਤੇ ਵੀ ਡਿਪੈਂਡ ਹੁੰਦੇ ਆ, ਠੀਕ ਹੈ। ਬਹੁਤ ਸਾਰੇ ਸਟੂਡੈਂਟਸ ਆਪਣਾ ਰਿਵਿਊ ਦਿੰਦੇ ਨੇ, ਚਲੋ ਵਧੀਆ ਲੱਗਦਾ ਵਾ ਕਿ ਉਹਨਾਂ ਨੂੰ ਕੁਛ ਨਾ ਕੁਛ ਪਤਾ ਵਾ, ਪਰ ਕੁਝ ਆਂਸਰ ਆ ਜਿਹੜੇ ਆਪਸ਼ਨ ਤੇ ਵੀ ਡਿਪੈਂਡ ਹੁੰਦੇ ਆ। ਜਿਵੇਂ ਉਹਨਾਂ ਨੇ 4 ਆਪਸ਼ਨਾਂ ਦਿੱਤੀਆਂ, ਉਹਨਾਂ ਨੇ ਇਹ ਪੁੱਛਿਆ ਕਿ ਇਹਨਾਂ ਦੇ ਵਿੱਚੋਂ, ਠੀਕ ਹੈ। ਤਾਂ ਆਪਸ਼ਨ ਏ ਇੱਥੇ ਰਾਈਟ ਆਂਸਰ ਹੈ। ਨੈਕਸਟ ਹੈ, ਜ਼ਿਲ੍ਹਾ ਪ੍ਰੀਸ਼ਦ ਨੂੰ ਕੌਣ ਭੰਗ ਕਰ ਸਕਦਾ ਹੈ? ਹਾਂਜੀ, ਜ਼ਿਲ੍ਹਾ ਪ੍ਰੀਸ਼ਦ ਨੂੰ ਕੌਣ ਭੰਗ ਕਰ ਸਕਦਾ? ਰਾਜ ਸਰਕਾਰ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ ਜੀ, ਚੋਣਾਂ ਦੇ ਸਮੇਂ ਕਿਸੇ ਚੋਣ ਖੇਤਰ ਵਿੱਚ ਚੋਣ ਪ੍ਰਕਾਰ ਕਦੋਂ ਬੰਦ ਕਰਨਾ ਹੁੰਦਾ ਹੈ? ਹਾਂਜੀ, ਚੋਣਾਂ ਦੇ ਸਮੇਂ ਕਿਸੇ ਚੋਣ ਖੇਤਰ ਦੇ ਵਿੱਚ ਚੋਣ ਪ੍ਰਕਾਰ ਬੰਦ ਕਰਨਾ ਹੁੰਦਾ ਹੈ ਵੋਟਿੰਗ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਇਹਨਾਂ ਵਿੱਚੋਂ ਕਿਹੜਾ ਧਰਤੀ ਦਾ ਉਪਗ੍ਰਹਿ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਧਰਤੀ ਦਾ ਕਿਹੜਾ ਉਪਗ੍ਰਹਿ ਆ? ਧਰਤੀ ਦਾ ਉਪਗ੍ਰਹਿ ਕਿਹੜਾ ਵਾ? ਚੰਦ। ਤਾਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ, ਚੰਦਰਮਾ।
ठीक है। नैक्सट हुण करते हैं असी रीजनिंग ते मैथ का पोर्शन। सब तो पहला असी मैथ बोर्ड ते हल करांगे, उस तो बाद असी रीजनिंग इंग्लिश दीयां क्लासां जिहड़ियां लगावांगे तुहाडीआं। ठीक है। इंपॉर्टेंट MCQ इस दे विच लए गए आ जिहड़े कि अलग अलग कंपीटेटिव एग्जाम के पॉइंट ऑफ व्यू तो तुहाडे लई काफ़ी ही ज़्यादा इंपॉर्टेंट ने। हुण असी मैथ का पोर्शन स्टार्ट करते हैं जी। हाँ जी, हुण असी करते हैं मैथ का पोर्शन जो कि असी बोर्ड ते करन वाले हैं। तो तुसीं देख सकते हो क्वेश्चन नंबर 1 है तुहाडे कोल मैथ का। एक खुड नूं 40 दिनां विच खोद सकदा है, यानी कि उहनूं पट्टना वा खुड नूं 40 दिन लगदे आ ए नूं, ते बी जेकर उस नूं पट्टे तां बी नूं 60 दिन लगदे आ। बी दी एफिशिएंसी की आ घट आ ए दे नालों, तो सी दे नाल उन्हां ने 12 दिनां विच काम नूं कर लिया। मतलब की है कि जेकर ए बी सी तिन्ने रल के काम करदे आ तां 12 दिनां दे विच पट्ट लैणगे उस खुड नूं। सी इकल्ला किन्ने दिनां विच 2 खुडां नूं खोद सकता है। तो सब तो पहला तुसीं देखो ए इकल्ला जिवें कि तुहानूं पता है टाइम एंड वर्क के टॉपिक दे विच टाइम एंड वर्क के टॉपिक दे विच टाइम एंड वर्क एक दूजे के ओपोजिट हुंदे आ। ए एक काम नूं 40 दिनां दे विच पूरा करदा है, तां ए दी जिहड़ी एफिशिएंसी आ एक दिन दे विच कितना काम करूगा 1/40। ठीक है, कितना काम करूगा 1/40। जेकर असीं बी दी बात करिए, हाँ जी बी दी, तो बी कितना काम करूगा 1/60 ते सी आ जेड़ा उसी ओदा फाइंड आउट करना कि सी कितने दिनों दे विच काम करूगा। तो सी का पता करने दे लई असीं की करांगे, पहला ए अते बी दोवां दा काम कट्टांगे कि वो कितना काम कर रहा है, क्योंकि असीं सानू गिवन आ कि ए बी सी तीनों मिल के 12 दिनों दे विच काम करनगे। तां टाइम एंड वर्क एक दूजे दे ओपोजिट हुंदे आ, तां जेहड़े इन्हां दा एक दिन दा काम आ कितना बन गया 1/12। तो हुण तुसीं देखो जेकर मैं a + b कढ लैंदी हां तां इहदे चों माइनस कर दवांगी a + b मतलब 1/40 + 1/60। इन्हां दा एलसीएम कितना बनेगा 120 जो इसका एलसीएम बन गया तो इत्थे बन जाना ऊपर 3 ते ऊपर बन जाना 2, तो ये बन गया 5/120। ਜਦੋਂ ਇਹਨੂੰ मैं कट करांगी तो इत्थे बन जाना 1, पहला 2 ते जाऊगा 5 दूनी 10 होंदे आ, फिर 4, तो ये बन गया 1/24 भी ए ते बी आ जेड़े वो 24 दिनां विच रल के काम पूरा करनगे। ठीक है, हुण मैं a + b + c ਇਹਦਾ ਮੈਨੂੰ ਪਤਾ ਜਿਵੇਂ ਇਹਦੇ ਵਿੱਚੋਂ a + b ਮਾਈਨਸ ਕਰ ਦਵਾਂਗੀ, ਯਾਨੀ ਕਿ ਇਹਨਾਂ ਦਾ ਕਿੰਨਾ ਬਣਿਆ a + b + c। ਇਹਦੀ ਜਗ੍ਹਾ ਤੇ ਲਿਖ ਦਿੰਦੇ ਆ 1/12 माइनस a + b यानी कि -1/24। ਇਹਦਾ ਜਦੋਂ ਐਲਸੀਐਮ ਲਵਾਂਗੇ ਤਾਂ ਇਹ ਬਣ ਜਾਣਾ 24। ਦੇਖੋ ਹੁਣ a + b ਤੇ a - b ਇਹਦੇ ਨਾਲ ਕੈਨਸਲ ਹੋ ਜਾਊਗਾ ਕਿਉਂਕਿ ਇਹ ਪਲੱਸ ਦੇ ਆ ਤੇ ਇਹ ਦੋਨੋਂ ਮਾਈਨਸ ਦੇ ਆ। ਠੀਕ ਹੈ, ਇਕੱਲਾ c ਰਹਿ ਜਾਣਾ ਤੇ ਉਹੀ ਸਾਡੇ ਕੋਲੇ c ਦੀ ਜਿਹੜੀ ਐਫੀਸ਼ੀਐਂਸੀ ਆ ਜਾਣੀ ਆ। ਤਾਂ ਇਹਦੇ ਵਿੱਚ ਤੁਹਾਡੇ ਕੋਲ ਬਣ ਜਾਣਾ 2 - 1 यानी कि 1/24। ਹੁਣ c ਆ ਜਿਹੜਾ ਟਾਈਮ ਐਂਡ ਵਰਕ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਆ, ਇਹ ਤਾਂ c ਦਾ ਇੱਕ ਦਿਨ ਦਾ ਕੰਮ ਆਇਆ, यानी कि c ਆ ਜਿਹੜਾ ਉਹ 24 ਦਿਨਾਂ ਦੇ ਵਿੱਚ ਇੱਕ ਖੁੱਡ ਪੱਟ ਸਕਦਾ। ਪਰ ਇੱਥੇ ਕਿੰਨੀਆਂ ਪੁੱਛਿਆ 2 ਕਿ c ਇਕੱਲਾ 2 ਖੁੱਡਾਂ ਕਿੰਨੇ ਦਿਨਾਂ ਵਿੱਚ ਖੋਦੇਗਾ, ਤਾਂ 24 ਦਾ ਦੁੱਗਣਾ ਕਰ ਦਿੰਦੇ ਆ क्योंकि 2 ਖੁੱਡਾਂ ਪੱਟਣੀਆਂ ਵਾ, ਤਾਂ 24 ਦਾ ਦੁੱਗਣਾ ਹੋ ਜਾਏਗਾ 48 ਤੇ ਆਪਸ਼ਨ ਨੰਬਰ B ਇੱਥੇ ਸਾਡਾ ਰਾਈਟ ਆਨਸਰ ਹੈ। हाँ जी, जेकर तुहानूं इत्थे तक वीडियो चंगी लगी है तो प्लीज़ वीडियो को लाइक और शेयर जरूर कर देना जी। अगला सवाल तुसीं देख सकते हो, जे 20 औरतां 5 दिनां विच 2000 रुपए कमाउंदियां हन तां 30 औरतां 8 दिनां विच किन्ने रुपए कमाउणगीਆਂ। देखो जे 20 औरतां 5 दिनां विच 2000 रुपए कमाउंदियां, 20 औरतां वा ਇਹ 5 दिनां दे विच 2000 रुपए कमाउंदियां वा। ठीक है, ਤਾਂ ਇਹ 5 ਦਿਨਾਂ ਦਾ 2000 ਕਮਾਉਂਦੀਆਂ ਵਾ, ਇੱਕ ਦਿਨ 'ਚ ਕਿੰਨਾ ਕਮਾਉਣਗੀਆਂ 20 ਔਰਤਾਂ। ਠੀਕ ਹੈ, ਅਸੀਂ ਇਹ ਵੀ ਤਾਂ ਕੱਢ ਸਕਦੇ ਹਾਂ ਨਾ ਇੱਕ ਦਿਨ ਦੇ ਵਿੱਚ, ਪਰ ਇੱਕ ਦਿਨ ਦੇ ਨਾਲ ਵੀ ਕੱਢਣ ਦੇ ਲਈ ਆਪਾਂ ਇਹ ਦੇਖ ਲੈਂਦੇ ਆ ਕਿ ਇਹ ਔਰਤਾਂ ਇੱਕ ਦਿਨ ਦੇ ਵਿੱਚ ਕਿੰਨਾ ਕਮਾਉਣਗੀਆਂ। ਠੀਕ ਹੈ, 20 ਔਰਤਾਂ 5 ਦਿਨਾਂ ਵਿੱਚ 2000 ਰੁਪਏ ਕਮਾਉਂਦੀਆਂ ਹਨ। 5 ਦਿਨਾਂ ਦੇ ਵਿੱਚ 2000 ਰੁਪਏ ਕਮਾਉਂਦੀਆਂ, ਤਾਂ 20 ਔਰਤਾਂ ਇੱਕ ਦਿਨਾਂ ਦਾ ਕੱਢਦੇ ਆ ਪਹਿਲਾਂ ਆਪਾਂ कि एक दिन दे विच कितना कमाउणगीਆਂ। ਤਾਂ एक दिन दे विच कितना कमाउणगीਆਂ ਇਹ 5 ਤੇ ਅਸੀਂ डिवाइड ਕੀਤਾ 400। मैं ਤੁਹਾਨੂੰ प्रॉपरली लिख के करवा दिंदी हां ਜਿਹੜੇ स्टूडेंट्स ਨੂੰ मतलब कि बेसिक थोड़े जे बेसिक च प्रॉब्लम आ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ। देखो 20 ਔਰਤਾਂ 5 ਦਿਨਾਂ ਵਿੱਚ
2000 रुपए कमाउंदियां हन। एक दिन का कढ लेंदे आ कि 20 औरतां एक दिन विच किन्ने रुपए कमाउणगीਆਂ ਤਾਂ ਇਹ 5 ਦਿਨਾਂ ਦਾ 2000 ਆ। एक दिन का ਕੱਢਣ ਲਈ मैं 5 ਤੇ करता डिवाइड ਤਾਂ ਇਹ बन गया 400 रुपया। ठीक है, कितना बन गया 400 रुपया। यानी कि एक दिन ਦੇ ਵਿੱਚ 20 ਔਰਤਾਂ 400 रुपए कमाउंदियां ਹਨ। ठीक है, 20 औरतां। ਹੁਣ ਜੇਕਰ ਆਪਾਂ ਗੱਲ ਕਰੀਏ ਇੱਥੇ ਅਸੀਂ 30 ਦੱਸਣਾ, 20 ਦਾ ਤਾਂ ਲੱਗ ਗਿਆ ਪਤਾ, ਰਹਿ ਗਏ ਮਗਰ 10। ਜੇ 20 ਔਰਤਾਂ 400 रुपए कमाउंदियां, मैं 2 ਤੇ डिवाइड कर ਦਿੰਨੀ ਆ, 10 ਔਰਤਾਂ ਮਿਲ ਜਾਣਗੀਆਂ ਮੈਨੂੰ ਹੋਰ। 10 ਔਰਤਾਂ ਇੱਕ ਦਿਨ ਦੇ ਵਿੱਚ 200 रुपए कमाउंदियां ਹੋਣਗੀਆਂ। ਤੁਸੀਂ ਆਪ ਸੋਚੋ, ਜੇ 20 400 ਕਮਾ ਰਹੀਆਂ ਤਾਂ 10 ਕਿੰਨੀਆਂ ਕਮਾਉਣਗੀਆਂ 200, ਤਾਂ ਇਹ ਹੋ ਗਿਆ 30 ਦਿਨਾਂ ਦਾ। ठीक है, 30 ਔਰਤਾਂ क्योंकि ਅਸੀਂ 30 ਔਰਤਾਂ ਨੂੰ ਦੱਸਣਾ ਸੀ। 30 ਔਰਤਾਂ ਕਿੰਨੇ ਰੁਪਏ ਕਮਾਉਣਗੀਆਂ ਇੱਕ ਦਿਨ 'ਚ। 30 ਔਰਤਾਂ ਕਿੰਨੇ ਕਮਾਉਣਗੀਆਂ, ਇਹਨਾਂ ਦੋਨਾਂ ਦਾ ਜੋੜ ਕਰ ਦਿੰਨੀ ਆ ਕਿਉਂਕਿ 20 400 ਕਮਾਉਂਦੀਆਂ, 10 ਵਿੱਚੋਂ 200 ਕਮਾਉਂਦੀਆਂ, ਟੋਟਲ ਕਿੰਨਾ ਹੋ ਗਿਆ 30 ਔਰਤਾਂ। 30 ਔਰਤਾਂ ਕਿੰਨੇ ਕਮਾਉਣਗੀਆਂ 600। ਹੁਣ ਇਹਦਾ ਇੱਕ ਦਿਨ ਦਾ ਕਮਾਉਂਦੀਆਂ, 30 ਔਰਤਾਂ ਇੱਕ ਦਿਨ ਦਾ 600 ਰੁਪਏ ਕਮਾਉਂਦੀਆਂ, ਅਸੀਂ 8 ਦਿਨਾਂ ਦਾ ਦੱਸਣਾ। ਤਾਂ 30 ਔਰਤਾਂ 8 ਦਿਨਾਂ ਦੇ ਵਿੱਚ ਕਿੰਨੇ ਪੈਸੇ ਕਮਾਉਣਗੀਆਂ 8 6 48, ਨਾਲ 2 6 4800 ਰੁਪਏ। 30 ਔਰਤਾਂ 8 ਦਿਨਾਂ ਦੇ ਵਿੱਚ 4800 ਕਮਾਉਣਗੀਆਂ ਕਿਉਂਕਿ ਉਹ ਇੱਕ ਦਿਨ 'ਚ 600 ਕਮਾ ਰਹੀਆਂ ਨੇ। ਤਾਂ ਰਾਈਟ ਆਨਸਰ ਹੈ ਇੱਥੇ ਆਪਸ਼ਨ ਨੰਬਰ ਸੀ। ਅਗਲੇ ਸਵਾਲ ਮੈਂ ਬੋਰਡ ਤੇ ਲਿਖ ਦਿੱਤੇ ਹੋਏ ਆ, ਤੁਸੀਂ ਆਪਣਾ ਹੱਲ ਕਰ ਸਕਦੇ ਹੋ ਜਿਹੜੇ ਸਟੂਡੈਂਟਸ ਆਪ ਹੱਲ ਕਰਨਾ ਚਾਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਦੇਖੋ, ਤੁਸੀਂ ਔਸਤ ਪਤਾ ਕਰਨੀ ਹੈ। ਤੁਹਾਨੂੰ ਨੰਬਰ ਦਿੱਤੇ ਹੋਏ ਆ 245, 452, 729 ਤੇ 927, 121, 208। ਜਦੋਂ ਵੀ ਔਸਤ ਆ ਜਾਏ ਤਾਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਔਸਤ ਦਾ ਫਾਰਮੂਲਾ ਕੀ ਹੁੰਦਾ, ਸੰਖਿਆਵਾਂ ਦਾ ਜੋੜ। ਯਾਨੀ ਕਿ ਸੰਖਿਆਵਾਂ ਦਾ ਜੋੜ ਜੋ ਗਿਵਨ ਉਹਨਾਂ ਸੰਖਿਆਵਾਂ ਦਾ ਜੋੜ ਕਰ ਦੋ ਬਟਾ ਸੰਖਿਆਵਾਂ ਦੀ ਗਿਣਤੀ, ਕਿ ਕਿੰਨੀਆਂ ਸੰਖਿਆਵਾਂ ਦਾ ਜੋੜ ਕੀਤਾ ਹੋਣੀਆਂ, ਜਿੰਨੀਆਂ ਸੰਖਿਆਵਾਂ ਦਾ ਜੋੜ ਕੀਤਾ ਉਹਨਾਂ ਦੀ ਗਿਣਤੀ ਹੇਠਾਂ ਲਿਖ ਦੋ, ਸੰਖਿਆਵਾਂ ਦੀ ਗਿਣਤੀ। ਹਾਂਜੀ, ਇਹਦੇ ਵੀ ਤੁਸੀਂ ਸੰਖਿਆਵਾਂ ਦਾ ਜੋੜ ਕਰਨਾ 245 प्लस 452 प्लस 729 प्लस 927 प्लस 121 प्लस 208 बटा कितनी संख्यावां का जोड़ किया 1 2 3 4 5 6 तो 6 से मैं डिवाइड कर दिंदी हां ते जोड़ बनया मेरे कोले 2682 बटा 6। जोड़ करके देख लेना 2682 ही बनूगा बटा 6 किया तो 6 चौका 24 मगर बच के 2 ऊपरों उतारेंगे ਅਸੀਂ 8 डिवाइड करके भी देख सकते हो। ठीक है, तो सब तो पहला 6 दे करेंगे 6 चौका 24 मगर बच के 2 ऊपरों उतारे 8, 6 चौका 24 7 चौका 28 सॉरी 6 चौका 24। ठीक है, ते उस तो बाद 6 5 कितने होंगे 30, फिर 4 ते जाऊगा 6 चौका 24 मगर फिर कितने बच गए 4 7 6 42 तो 42 मतलब पूरा पूरा कटिया गया तो ये बन गया जी 447 आंसर। औसत आ गई 447, ऑप्शन सी इथे राइट आंसर है। ठीक है जी, संख्या हुण ਤੁਹਾਨੂੰ ਇਹ ਸਮ ਬਹੁਤ ਲੈਂਥੀ ਲੱਗ ਰਿਹਾ ਹੋਵੇਗਾ ਪਰ ਜੇਕਰ ਤੁਹਾਡਾ ਬੇਸਿਕ ਕਲੀਅਰ ਤੁਹਾਨੂੰ ਫਾਰਮੂਲਾ ਪਤਾ ਤੁਸੀਂ ਥੋੜੀ ਨਾ ਇਹ ਲਿਖਣਾ ਪੇਪਰ ਦੇ ਵਿੱਚ ਸੰਖਿਆਵਾਂ ਦਾ ਜੋੜ ਬਟਾ ਸੰਖਿਆਵਾਂ ਦੀ ਗਿਣਤੀ, ਉੱਥੇ ਕਿਹੜਾ ਕਿਸੇ ਨੇ ਲਿਖਿਆ ਚੈੱਕ ਕਰਨਾ, ਅਸੀਂ ਤਾਂ ਰਾਈਟ ਆਪਸ਼ਨ ਚੂਜ਼ ਕਰਨੀ ਹੈ ਨਾ। ਤਾਂ ਤੁਸੀਂ ਕੀ ਕਰੋਗੇ ਡਾਇਰੈਕਟ ਜੋੜ ਕਰ ਦੋਗੇ, ਉਹਨੀਆਂ ਸੰਖਿਆਵਾਂ ਦੇ ਡਾਇਰੈਕਟ ਡਿਵਾਈਡ ਕਰ ਦੋਗੇ, ਟੋਟਲ 2-3 ਸੈਕਿੰਡ ਦੇ ਵਿੱਚ ਹੋ ਜਾਣਾ ਤੁਹਾਡਾ ਸਮ। ਠੀਕ ਹੈ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। अगले ਦੇ ਵਿੱਚ ਦਿੱਤਾ ਹੋਇਆ ਤੁਹਾਨੂੰ 39ਵਾਂ ਸਮ ਕਿ ਹੇਠਾਂ ਦਿੱਤਿਆਂ ਨੂੰ ਹੱਲ ਕਰੋ। ਹਾਂਜੀ, 39 ਤੇ 44 ਦੀ ਸੇਮ ਸਟੇਟਮੈਂਟ ਸੀ ਕਿ ਹੇਠਾਂ ਦਿੱਤਿਆਂ ਨੂੰ ਹੱਲ ਕਰੋ, ਇਸ ਕਰਕੇ ਮੈਂ ਇੱਕ ਹੀ ਲਿਖ ਦਿੱਤੀ ਸਟੇਟਮੈਂਟ ਹੇਠਾਂ ਦਿੱਤਿਆਂ ਨੂੰ ਹੱਲ ਕਰੋ। ਠੀਕ ਹੈ ਜੀ, ਤਾਂ 39 ਦੇ ਵਿੱਚ ਜੇਕਰ ਅਸੀਂ ਗੱਲ ਕਰੀਏ 1.2 ਦੀ ਪਾਵਰ 3 ਮਾਈਨਸ 0.8 ਦੀ ਪਾਵਰ 2 ਦਿੱਤੀ ਆ। ਹੁਣ 1.2 ਦਿੱਤਾ। ठीक है, तो ये मैं पहला पॉइंट रिमूव कर लेनी है, पॉइंट दिता होया तो आफ्टर पॉइंट एक डिजिट आ तो ਅਸੀਂ ਇੱਕ 0 ਹੇਠਾਂ ਲਗਾ ਲਈ सेम एज इट इज दिस ਇੱਥੇ ਕਰ ਲੈਂਦੇ ਆ। ठीक है, 8.10 अपॉन पावर 2। ਹੁਣ ਪਾਵਰ 3 ਦਾ ਮਤਲਬ ਕੀ ਆ ਕਿ ਨੰਬਰ 3 ਵਾਰ ਗੁਣਾ ਹੋ ਰਿਹਾ, ਪਾਵਰ 2 ਦਾ ਮਤਲਬ ਆ ਕਿ ਨੰਬਰ 2 ਵਾਰ ਗੁਣਾ ਹੋ ਰਿਹਾ। ਠੀਕ ਹੈ ਜੀ, ਜਦੋਂ ਵੀ ਫ੍ਰੈਕਸ਼ਨਸ ਗੁਣਾ ਹੁੰਦੀਆਂ ਵਾ ऊपर वाला नंबर ऊपर वाले नाल गुणा होवेगा। ठीक है जी, ऊपर वाला नंबर ऊपर वाले नाल गुणा होवेगा ते हेठा वाला नंबर हेठा वाले नाल गुणा होवेगा। तो देखो बार बार 144 ਹੁੰਦੇ ਆ
ਤੇ 12 ਨੂੰ ਫਿਰ ਮਲਟੀਪਲਾਈ ਕਰ ਦਿੰਦੇ ਆ, ਇਹ ਤੁਹਾਡੇ ਕੋਲੇ ਬਣ ਗਿਆ 288, ਠੀਕ ਹੈ। ਤੇ 12 ਨੂੰ ਜਦੋਂ ਅਸੀਂ ਮਲਟੀਪਲਾਈ ਕਰ ਰਹੇ ਹਾਂ, ਇੱਥੇ ਤੁਹਾਡੇ ਕੋਲੇ 144 ਹੈ, ਇੱਥੇ ਬਣ ਜਾਣਾ 8 4 12 ਤੇ 4 2 6 ਤੇ 1 7 1728, ਉੱਪਰ ਬਣ ਗਿਆ ਤੁਹਾਡੇ ਕੋਲੇ 1728, ਹੇਠਾਂ ਬਣ ਜਾਣਾ 1000, ਠੀਕ ਹੈ। ਮਾਈਨਸ 8 8 64 ਬਟਾ 100। ਹੁਣ ਜਦੋਂ ਵੀ ਇਹਨੂੰ ਹੱਲ ਕਰਨਾ, ਇਹਦੇ ਹੇਠਾਂ 3 0 ਇਹਦੇ ਹੇਠਾਂ 2 ਆ, ਤਾਂ ਮੈਂ ਕੀ ਕਰਦੀ, ਇੱਕ 0 ਉੱਪਰ ਪਾ ਲੈਣੀ ਹੈ, ਇੱਕ ਹੇਠਾਂ ਲਗਾ ਦਿੰਦੀ ਆ, ਕਿਉਂਕਿ 0 ਨਾਲ 0 ਕੈਂਸਲ ਰਹਿ ਹੋ ਹੀ ਜਾਣਾ। ਹੁਣ ਆਪਾਂ ਐਲਸੀਐਮ ਸੇਮ ਹੀ ਆ ਗਿਆ, ਤਾਂ ਆਪਾਂ 1000 ਰੁਪਏ ਐਲਸੀਐਮ ਲੈ ਲੈਂਦੇ ਆ। 1700 ਸੌਰੀ ਮੈਂ ਰੁਪਇਆ ਬੋਲਦਾ, 1728 ਮਾਈਨਸ 640, 640 ਮਾਈਨਸ ਕਰਦੇ ਆ ਤੇ ਇੱਥੇ ਤੁਹਾਡੇ ਕੋਲ ਬਣਿਆ 8 12 ਚੋਂ 8 ਗਏ, 12 ਚੋਂ 4 ਗਏ 8, ਠੀਕ ਹੈ। ਫਿਰ ਇੱਥੇ ਤੁਹਾਡੇ ਕੋਲ ਰਹਿ ਜਾਣਾ 16 ਤੇ ਇੱਥੇ ਬਣ ਜਾਣਾ ਤੁਹਾਡੇ ਕੋਲ 10, 10 ਚੋਂ ਇੱਥੇ ਬਣ ਗਿਆ 1088 ਬਟਾ 1000। ਹੁਣ ਦੇਖੋ ਹੇਠਾਂ 3 0 ਆ, ਹੇਠਾਂ 3 0 ਆ, ਤਾਂ ਮੈਂ 3 ਡਿਜਿਟ ਛੱਡ ਕੇ ਪੁਆਇੰਟ ਲਾ ਦਿੰਦੀ ਆ, 1 2 3 ਪਿੱਛੋਂ ਡਿਜਿਟ ਕਾਊਂਟ ਕਰੀਦੇ ਆ, ਤਾਂ 1.088 ਆਨਸਰ ਆ ਆਪਸ਼ਨ ਸੀ ਦੇ ਵਿੱਚ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਹਾਂਜੀ ਅੱਗੇ ਤੁਸੀਂ ਦੇਖ ਸਕਦੇ ਹੋ 4/21 ਦਾ, ਜਿੱਥੇ ਵੀ ਦਾ ਹੋਵੇਗਾ ਉੱਥੇ ਅਸੀਂ ਗੁਣਾ ਲਗਾ ਦੇਣਾ, 1092 फिर उसका 7/13। ਤੁਸੀਂ ਦੇਖੋ 1 ਤੀਆ 7 ਤੀਆ 21, 7 ਨਾਲ 7 ਕੈਂਸਲ, ठीक है। फिर 1 चौका चौका, 2 चौके 8, फिर जो 2 ਤੇ ਇਹਨੂੰ ਡਿਵਾਈਡ ਕਰਾਂਗੇ ਇੱਥੇ ਤੁਹਾਡੇ ਕੋਲੇ ਬਣ ਜਾਣਾ ਜੀ 5, फिर 4, फिर 6, ठीक है 54 6। ਤੇ ਉਸ ਤੋਂ ਬਾਅਦ ਤੁਸੀਂ 13 ਤੇ ਦੇਖੋ 13 ਚੌਕ 52 ਤੇ 13 दूना 26, ਇਹ ਆਨਸਰ ਆਏਗਾ ਸਾਡੇ ਕੋਲੇ 42। 42 ਆਪਸ਼ਨ ਬੀ ਪਈ ਹੈ, ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ। ਅੱਗੇ ਅਸੀਂ ਕਰਦੇ ਹਾਂ ਨੈਕਸਟ ਸਮ। अगला सवाल तुसी देख सकते हो, जेकर 0.42 बराबर लिखा जाए 0.042 is equals to 0.00224 b, then तुसी b minus a ਅਤੇ b plus a पता करना। तो सब तो पहला तुसी देखो मैं इन्हू रेशियो च बना लेनी है, जिवें इधर a आ, a इधर b गुना हो गया तो इधर आके डिवाइड हो जाऊगा, ठीक है। सेम इसी तरह 0.00224, ठीक है। ते ए इधर 42 है जेड़ा, जे ਆਪਾਂ ਗੱਲ ਕਰੀਏ ਆਪਾਂ ਇੱਥੇ ਪੁਆਇੰਟ ਹੀ ਹਟਾ ਲੈਂਦੇ ਆ, ਇੱਥੇ ਕਿੰਨਾ ਬਚ ਜਾਣਾ 100, ਕਿਉਂਕਿ ਆਫਟਰ ਪੁਆਇੰਟ 2 ਡਿਜਿਟ ਆ ਨਾ, a ਨੂੰ ਨਹੀਂ ਲੈਣਾ ਵਿੱਚ ਆਪਾਂ, ਆਫਟਰ ਪੁਆਇੰਟ 2 ਡਿਜਿਟ ਆ ਤਾਂ ਹੇਠਾਂ ਇੱਕ ਨਾਲ 2 0 ਲਗਾ ਲਈਏ, ਤਾਂ ਇਹ 2 ਜ਼ੀਰੋਜ਼ ਇੱਧਰ ਜਾ ਕੇ ਕੀ ਹੋਣਗੀਆਂ ਮਲਟੀਪਲਾਈ, ਕਿਉਂਕਿ ਇੱਧਰ ਡਿਵਾਈਡ ਹੋ ਰਹੀਆਂ ਨੇ। सेम इसी तरह ਇਹਦਾ ਪੁਆਇੰਟ ਹਟਾ ਲੈਂਦੇ ਆ ਤੇ ਤੁਹਾਡੇ ਕੋਲੇ ਕਿੰਨੇ ਡਿਜਿਟ ਆ 0 ਤੋਂ ਬਾਅਦ 5, ਤਾਂ ਇੱਥੇ ਤੁਹਾਡੇ ਕੋਲੇ ਬਣ ਜਾਊਗਾ 1 ਲੱਖ, ਕਿਉਂਕਿ ਤੁਸੀਂ 5 0 ਲਗਾਓਗੇ 1 ਦੇ ਨਾਲ, ਠੀਕ ਹੈ 1 ਲੱਖ ਹੀ ਬਣਿਆ ਨਾ। ਹੁਣ ਦੇਖੋ ਅੱਗੇ, ਤੇ ਉਸ ਤੋਂ ਬਾਅਦ ਇਹ 42 ਇੱਧਰ ਗੁਣਾ ਹੋ ਰਿਹਾ, ਇੱਧਰ ਆ ਕੇ ਕੀ ਹੋਵੇਗਾ ਡਿਵਾਈਡ, ਠੀਕ ਹੈ ਜੀ। ਹੁਣ ਜਦੋਂ ਆਪਾਂ ਇਹਨੂੰ ਕੱਟ ਕਰਾਂਗੇ, ਤੁਸੀਂ ਸਿੰਪਲ ਵੇ ਦੇ ਵਿੱਚ ਆਪਣੀ ਨੋਟਬੁੱਕ ਉਠਾ ਕੇ ਨਾਲ ਨਾਲ ਸੋਲਵ ਕਰ ਸਕਦੇ ਹੋ। ਤਾਂ ਦੇਖੋ 2 0 ਨਾਲ ਤਾਂ 2 0 ਕੱਟ ਹੋ ਗਈਆਂ। ਉਸ ਤੋਂ ਬਾਅਦ ਜੇ ਅਸੀਂ 42 ਤੇ 224 ਨੂੰ ਡਿਵਾਈਡ ਕਰੀਏ ਤਾਂ ਆਪਾਂ ਛੋਟੇ ਪੜ ਕੇ ਕਰਕੇ ਦੇਖ ਲੈਂਦੇ ਆ, ਇੱਥੇ ਤੁਹਾਡੇ ਕੋਲ ਕਿੰਨਾ ਬਣ ਜਾਣਾ ਜਦੋਂ ਤੁਸੀਂ ਡਿਵਾਈਡ ਕਰੋਗੇ 2, ਠੀਕ ਹੈ। ਫਿਰ ਇੱਥੇ 1 21 ਬਣ ਗਿਆ, ਤੇ ਇਹਨੂੰ ਜਦੋਂ ਡਿਵਾਈਡ ਕਰਾਂਗੇ 2 ਤੇ ਪਹਾੜੇ ਤੇ ਤਾਂ ਇੱਥੇ ਤੁਹਾਡੇ ਕੋਲ ਬਣੇਗਾ 1 1 2 112। ਫਿਰ ਇੱਥੇ ਬਣ ਜਾਣਾ 7 ਆ 21 7 ਤੇ ਡਿਵਾਈਡ ਕਰ ਰਹੀ ਆ, ਤੇ ਇੱਥੇ 1 7 7, ठीक है। कितना बनूगा ਤੁਹਾਡੇ ਕੋਲ 1 7 7 7 6 42, यानी कि ਇੱਥੇ ਤੁਹਾਡੇ ਕੋਲ ਬਣ ਜਾਣਾ 16/3000, ठीक है 16/3000। ਹੁਣ ਆਪਾਂ ਕੀ ਕਰਦੇ ਆ ਕਿ ਇਹਦੇ ਕੋਰਸਪੋਂਡਿੰਗ a ਮੰਨ ਲੈਂਦੇ ਆ 16 ਆ, b ਮੰਨ ਲੈਂਦੇ ਆ 3000 ਆ, ठीक है 3000। ਇੱਥੇ ਮੈਂ ਵੱਧ ਜ਼ੀਰੋ ਲਗਾ ਦੇ, ਜਾਂ ਇਹਨੂੰ ਅੱਗੇ ਵੀ ਡਿਵਾਈਡ ਕਰ ਲਓ। ਜੇ ਅੱਗੇ ਡਿਵਾਈਡ ਕਰਾਂਗੇ ਤਾਂ ਇਹ ਮੇਰੇ ਕੋਲੇ ਆਪਣੇ ਕੋਲੇ ਟਫ ਰਕਮ ਬਣ ਜੂਗੀ ਇੱਕ ਤਰ੍ਹਾਂ ਨਾਲ, ਕਿਉਂਕਿ ਅਸੀਂ b - a b + a ਪਤਾ ਕਰਨਾ ਵਾ, ਠੀਕ ਹੈ। ਆਪਾਂ ਇੱਥੋਂ ਇਹਨੂੰ ਸੋਲਵ ਕਰ ਲੈਂਦੇ ਆ। ਜੇ ਤੁਸੀਂ ਇੱਥੋਂ ਵੀ ਸੋਲਵ ਕਰਕੇ ਕਰਦੇ ਹੋ, ਜ਼ਿਆਦਾਤਰ ਕੋਸ਼ਿਸ਼ ਕਰਨਾ ਇਹਦੇ ਕੋਰਸਪੋਂਡਿੰਗ ਇਹ 16 ਲੈ ਲਓ, b 3000 ਲੈ ਲਓ, ਕਿਉਂਕਿ b ਹੇਠਾਂ ਪਿਆ ਵਾ, ਠੀਕ ਹੈ। ਜੇ ਤੁਸੀਂ ਇਸ ਤਰ੍ਹਾਂ ਨਹੀਂ ਲੈਣਾ ਚਾਹੁੰਦੇ, ਤੁਸੀਂ ਚਾਹੁੰਦੇ ਹੋ ਕਿ ਡਿਵਾਈਡ ਕਰਨਾ, ਡਿਵਾਈਡ ਕਰਕੇ ਵੀ ਲੈ ਸਕਦੇ ਹੋ, ਆਨਸਰ ਸੇਮ ਬਣੂਗਾ। ਕੈਲਕੂਲੇਸ਼ਨ ਜ਼ਰੂਰ ਥੋੜੀ ਟਫ ਹੋਊਗੀ। ਤਾਂ ਹੁਣ ਆਪਾਂ ਦੇਖੋ, ਆਪਾਂ ਪਹਿਲਾਂ b - a b + a ਲੈਣੇ ਆ, ਕਿਉਂਕਿ ਇਹ ਵੀ ਫਾਈਂਡ ਆਊਟ ਕਰਨਾ। ਇਹਦੇ ਕੋਰਸਪੋਂਡਿੰਗ b ਹੈਗਾ 3000, a ਹੈਗਾ 16, ਤੇ ਫਿਰ ਉਸ ਤੋਂ
हुण छोटे तो छोटे ते डिवाइड करना क्योंकि आंसर तो साडा बटियां च ही आउणा, ठीक है। तो बटियां च आउण दे लई आंसर आपां उपर वाला पहले रफ कर दिंदे हैं। इत्थे तक मैं उम्मीद करदी हां कि तुहानूं समझ आ गया होना। हुण आपां एक बार इहनूं पहले इत्थे डिवाइड कर लैंदे हां। इत्थे तुहाडे कोले देखो ਜਦੋਂ मैं 2 ਦੇ ਪੜ ਤੇ ਕੱਟ ਕੀਤਾ ਤਾਂ ਇਹ ਬਣ ਗਿਆ ਤੁਹਾਡੇ ਕੋਲੇ 1508, ठीक है। 3016 ਦਾ ਅੱਧ 1508 ਹੋ ਗਿਆ। फिर ਜਦੋਂ ਇਹਨੂੰ ਅੱਧ ਕਰਾਂਗੇ 1 दूनी 2 4 दूनी 8 9 दूनी 18 ਤੇ ਇੱਥੇ ਬਣ ਗਿਆ ਤੁਹਾਡੇ ਕੋਲੇ 2, ठीक है। 1 दूनी 2 4 दूनी 8 डिवाइड करके देख लेना ਤਾਂ ਇਹ ਤੁਹਾਡੇ ਕੋਲ ਬਣ ਗਿਆ 1492, ठीक है। 1492 बटा 1508। एक बार इन्हू चेक करो, 1 दूनी 2 फिर 4 दूनी 8 फिर मगर एक बार जाना 8 दूनी 9 दूनी 18 ते फिर 2 आ गया, ठीक है। फिर इन्हू डिवाइड करते हैं 7 दूनी 14 5 दूनी 10 4 दूनी 8, ठीक है। फिर इन्हू डिवाइड करते हैं तो इत्थे तुहाडे कोल बनेगा 7, इत्थे तुहाडे कोल बनेगा जी पहला जाएगा 4 ते, ठीक है। फिर 6 ते, फिर इन्हू डिवाइड करते हैं इत्थे तुहाडे कोल बनेगा 3, पहला 3 ते ही जाओगा। फिर 7 चौका 28 सॉरी 7 दूनी 14 7 दूनी 14 फिर ये 3 ते जाऊगा ते ये जाऊगा 7 ते 3 ते 373 बटा 377। केड़ी ऑप्शन है देखो 373 बटा 377 ऑप्शन ए राइट आंसर है। तो ऑप्शन ए साडा इथे राइट आंसर है। अगला सवाल भी तुसी देख सकते हो। तो अगले नूं उन्नी देर आप करो। हां जी स्टेटमेंट पढ़ो की दित्ती हुई है। स्टेटमेंट तो समझो औसत का फार्मूला मैं तुहानूं पहलां दस चुकी हां। इहदे विच औसत गिवन आ, देखो औसत का फार्मूला तो मैं तुहानूं दस्सिया ही आ, पर मोस्टली सानूं जदों औसत गिवन हुंदी है तां असीं किहड़ा फार्मूला लगाउने आ। देखो औसत का फार्मूला हुंदा संख्यावां दा जोड़, संख्यावां दा जोड़ बटा संख्यावां दी गिनती, ठीक है। यही फार्मूला हुंदा ना औसत दा। तां असीं की करदे आ कि औसत दे नाल संख्यावां दी गिनती प्लस कर गुणा कर दिंदे हैं क्योंकि इधर डिवाइड हो रही है ना गिनती, उधर जाके की होती है प्लस, सॉरी इधर डिवाइड हो रही है उधर जाके माइनस। तो संख्यावां दा जोड़ बराबर है औसत गुणा संख्यावां दी गिनती, ठीक है। संख्यावां दी गिनती यही फार्मूला बनता ना। देखो ध्यान नाल संख्यावां दा जोड़ बराबर है औसत गुणा संख्यावां दी गिनती। तो संख्यावां दा जोड़ हुण आपां पहली लाइन पढ़दे हां कि की गिवन आ सानूं। एक हफ्ते दे पहले 4 दिनां दा औसत तापमान, एक हफ्ता वा ओदे पहले 4 दिन उन्हां दी औसत तापमान पता सानूं किन्नी आ 37 डिग्री सेल्सियस। हुण सानूं औसत तापमान दा पता होना कि 37 डिग्री सेल्सियस आ। संख्यावां दी गिनती, संख्यावां दी गिनती किन्नी आ, कितना तापमान पता पहले 4 दिनां दा, संख्यावां दी गिनती भी तो 4 होगी ना। तो ऑप्शन इत्थे असीं की लावांगे कि इत्थे जो भी मतलब साडे कोल फार्मूला वा ओदे अकॉर्डिंग मैं फिल करता। तो इत्थे मेरे कोल आ गया 4 दिनां दे तापमान दा जोड़, 4 दिनां दे तापमान दा जोड़, ठीक है। यही तो बनिया। जेकर तुहानूं क्लीयर होगा तो यही तुहाडे लई शॉर्ट ट्रिक बन जानी है। मैं तो तुहानूं समझा रही हां, ठीक है, करा रही हां, स्टेप बाय स्टेप सॉल्व कर रहे हैं, इस करके टाइम लग रहा है। तो हम देखो 7 चौका 28 2 गए हासिल 4 3 12 दे 14 बन गया 148 डिग्री सेल्सियस। 4 दिनों के तापमान का जोड़ 148 डिग्री सेल्सियस बनया। सेम इसी तरह 2 दिनों के तापमान का जोड़ कट लांगे। 2 दिनों के तापमान का जोड़ इत्थे तुहाडे कोल बनेगा 39 गुना 2, 39 गुना 2 करोगे 9 9 18 3 3 6 1 7, ये बनूगा 78 डिग्री सेल्सियस। हुण तुहानूं कितना पता लग गया 4 ते 2 6, 6 दिनों का तो पता लग गया, ठीक है। 6 दिनों का जोड़ पता लग गया ना, 6 दिनों का इत्थों सानूं पता लग गया कि 6 दिनों के तापमान का जोड़ कितना बनूगा। इन्हां नूं जोड़ दो 8 8 16, ठीक है, 7 4 11 ते 1 12 ते 226 डिग्री सेल्सियस बन गया। देख लो आप ही तुहाडे सामने बनिया। 4 दिनों का जोड़ भी पता लग गया, 2 का भी पता लग गया, तो मैं 6 का कट लिया। लास्ट जेकर हफ्ते दे औसत तापमान 38 डिग्री सेल्सियस आ, हफ्ते का औसत तापमान 38 डिग्री सेल्सियस आ, मतलब के हफ्ते से 7 दिन होंदे आ। 7 दिनों का तुहानूं पता वा 7 दिनों का औसत तापमान 38 डिग्री सेल्सियस आ। देन तुसीं फाइंड करना अंतिम दिन का तापमान, अंतिम दिन का पता करना वा। तो देखो औसत बराबर है संख्यावां का जोड़, संख्यावां का जोड़ की है इत्थे
7वां मैं संडे एज इट इज रख लेनी है, एस पा लेनी है, ठीक है। टोटल हो गया 7 ਤੇ ਇੱਥੇ ਤੁਹਾਡੇ ਕੋਲੇ ਔਸਤ ਤਾਪਮਾਨ ਵੀ ਤਾਂ ਤੁਹਾਨੂੰ ਕੀ ਬਣਾ 38 ਡਿਗਰੀ ਸੈਲਸੀਅਸ, ठीक है। 38 ਨੂੰ 7 ਨਾਲ ਮਲਟੀਪਲਾਈ ਕੀਤਾ, 38 ਨੂੰ 7 ਨਾਲ ਮਲਟੀਪਲਾਈ ਕਰੋਗੇ 8 7 56 ਹੁੰਦੇ ਆ, ठीक है। 8 7 या 21 21 ਤੇ 5 26 ਤਾਂ ਇਹ ਬਣ ਗਿਆ 266। ਇੱਧਰ ਤੁਹਾਡੇ ਕੋਲੇ ਆ 226 ਡਿਗਰੀ ਸੈਲਸੀਅਸ ਪਲੱਸ ਸੰਡੇ, ठीक है। ਤਾਂ ਇੱਧਰ 226 ਆ ਜਿਹੜਾ ਕੀ ਹੋ ਰਿਹਾ ਵਾ ਪਲੱਸ ਅਸੀਂ ਮਾਈਨਸ ਕਰਤਾ ਤੇ ਇੱਧਰ ਆ ਗਿਆ ਤੁਹਾਡੇ ਕੋਲ ਕੱਲਾ s। ਤਾਂ ਦੇਖੋ 6 ਚੋਂ 6 ਗਏ 0, 26 ਚੋਂ 22 ਗਏ 4, ਤਾਂ ਆ ਗਿਆ 40 ਡਿਗਰੀ ਸੈਲਸੀਅਸ। ਤਾਪਮਾਨ ਸਾਨੂੰ ਸੈਲਸੀਅਸ ਚ ਦਿੱਤਾ ਤੇ ਆਪਸ਼ਨ A ਤੁਹਾਨੂੰ ਫਾਰਨਹੀਟ ਚ ਦਿੱਤੀ ਹੋਈ ਆ, ਤਾਂ ਤੁਸੀਂ ਆਪਸ਼ਨ A ਜਲਦੀ ਚ ਕਦੇ ਵੀ ਟਿਕ ਨਹੀਂ ਕਰੋਗੇ, ਧਿਆਨ ਦਿਓ ਆਪਸ਼ਨ B ਲਗਾਓਗੇ ਕਿਉਂਕਿ ਸੈਲਸੀਅਸ ਪਿਆ ਵਾ, ठीक है। ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਅਗਲਾ ਸਵਾਲ ਤੁਸੀਂ ਦੇਖ ਸਕਦੇ ਹੋ, ਜੇ ਦਿੱਤੀ ਸੰਖਿਆ 45/96 ਗੁਣਾ 400, 45/96 ਗੁਣਾ 400, ਇਸ ਨੂੰ ਤੁਸੀਂ 2 ਪਾਵਰ n ਗੁਣਾ 5 ਪਾਵਰ m ਦੇ ਵਿੱਚ ਐਕਸਪ੍ਰੈਸ ਕਰਨਾ, ਠੀਕ ਹੈ। ਉਹਨੇ ਬੋਲਿਆ ਕਿ ਜੇ ਦਿੱਤੀ ਸੰਖਿਆ ਨੂੰ 45/96 ਗੁਣਾ 400 ਨੂੰ ਸਭ ਤੋਂ ਆਸਾਨ ਰੂਪ ਦੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇ ਜਿਵੇਂ ਕਿ 2 ਪਾਵਰ n ਗੁਣਾ 5 ਪਾਵਰ m, ਦੈਨ ਤੁਸੀਂ ਫਾਈਂਡ ਕਰਨਾ ਵੀ n ਦਾ ਮੁੱਲ ਕੀ ਹੋਵੇਗਾ। ਤਾਂ ਤੁਸੀਂ ਦੇਖੋ ਇੱਥੇ ਸੇਮ ਐਜ਼ ਇਟ ਇਜ਼ ਅਸੀਂ ਇਸ ਨੂੰ ਇਸ ਐਕਸਪ੍ਰੈਸ਼ਨ ਦੇ ਵਿੱਚ ਲਿਖਣਾ ਵਾ, ਠੀਕ ਹੈ, ਜਾਂ ਐਕਸਪ੍ਰੈਸ ਕਰਨਾ ਵਾ। ਤਾਂ ਤੁਸੀਂ ਦੇਖੋ ਸਭ ਤੋਂ ਪਹਿਲਾਂ ਮੈਂ 45 ਨੂੰ ਕੱਟ ਕਰ ਦਵਾਂ, 15 ਤੇ 45 ਤੇ 32 ਦੀ ਆ 96, ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਬਣੇਗਾ 80 ਤੇ ਇਹਨੂੰ ਜਦੋਂ ਮੈਂ ਕੱਟ ਕਰੂੰਗੀ ਇੱਥੇ ਤੁਹਾਡੇ ਕੋਲ ਬਣ ਜਾਣਾ 5 ਦੀ ਇਹ 15, 5 ਤੇ ਡਿਵਾਈਡ ਕੀਤਾ, ਠੀਕ ਹੈ। ਹੁਣ ਦੇਖੋ ਕੋਈ ਹੋਰ ਕੱਟ ਹੋ ਰਿਹਾ ਨਹੀਂ, ਤਾਂ ਇਹ ਬਣ ਗਿਆ 3/32 ਗੁਣਾ 80 ਤੇ ਇਹਨੂੰ ਜਦੋਂ ਮੈਂ ਸੋਲਵ ਕਰੂੰਗੀ ਇਹ ਤੁਹਾਡੇ ਕੋਲੇ ਬਣ ਜਾਣਾ, ਵੈਸੇ ਤਾਂ ਤੁਸੀਂ ਦੇਖੋ 32 ਕੀ ਹੁੰਦਾ 2 ਦੀ ਪਾਵਰ 5, ਠੀਕ ਹੈ, ਤੇ 80 ਕੀ ਹੋਊਗਾ 2 ਦੀ ਪਾਵਰ 3 ਗੁਣਾ 10, 2 ਦੀ ਪਾਵਰ 3 ਗੁਣਾ 10 ਇਹ 80 ਹੀ ਬਣੂਗਾ ਨਾ, ਕਿਉਂਕਿ 80 ਨੂੰ ਮੈਂ ਲਿਖ ਸਕਦੀ ਹਾਂ 8 ਗੁਣਾ 10। ਹੁਣ ਮੈਂ 10 ਨੂੰ ਵੀ ਤਾਂ ਲਿਖ ਸਕਦੀ ਹਾਂ, ਕੀ ਲਿਖਾਂਗੀ 2 ਗੁਣਾ 5। ਤਾਂ ਦੇਖੋ ਜਦੋਂ ਸੇਮ ਨੰਬਰ ਮਲਟੀਪਲਾਈ ਹੁੰਦੇ ਆ ਤਾਂ ਪਾਵਰਸ ਕੀ ਹੁੰਦੀਆਂ ਐਡ ਹੋ ਜਾਂਦੀਆਂ, 5 + 3 + 1, 5 ਤੇ 9 ਤੇ 1 9, ਮਤਲਬ 2 ਦੀ ਪਾਵਰ ਬਣ ਗਈ 9, ਠੀਕ ਹੈ, ਤੇ 5 ਦੀ ਪਾਵਰ ਬਣ ਗਈ 1। ਤਾਂ ਹੁਣ ਜੇ ਉਹਨੇ ਸਾਨੂੰ n ਪੁੱਛਿਆ ਹੁੰਦਾ ਤਾਂ ਅਸੀਂ 1 ਦੱਸ ਦਿੰਦੇ, ਉਹਨੇ ਕੀ ਪੁੱਛਿਆ n ਕਿੰਨਾ ਵਾ 9, ਆਪਸ਼ਨ C ਇੱਥੇ ਰਾਈਟ ਆਨਸਰ ਹੈ। ਹੁਣ ਇੱਕ ਇਹਦਾ ਹੋਰ ਮੈਥਡ ਆ, ਜੇ ਤੁਹਾਨੂੰ ਨਹੀਂ ਪਾਵਰ ਚ ਲਿਖਣਾ ਆਉਂਦਾ ਤਾਂ ਪਾਵਰ ਚ ਲਿਖਣ ਦੇ ਲਈ ਤੁਸੀਂ ਕੀ ਕਰੋਗੇ, ਤੁਹਾਡੇ ਕੋਲ ਐਂਡ ਤੇ ਇਹ ਬਣ ਗਿਆ ਸੀ, ਇਹ ਤਾਂ ਸਾਡੇ ਕੋਲ ਬਣ ਗਿਆ ਨਾ, ਇੱਥੇ ਤੱਕ ਪਤਾ ਲੱਗਿਆ। ਫਿਰ 8 ਦੂਣੀ 16, 8 ਤੀਆ 24 ਤੇ 1 25, ਇਹ ਬਣ ਗਿਆ ਤੁਹਾਡੇ ਕੋਲੇ 25 60, ਠੀਕ ਹੈ। ਇੱਕ ਵਾਰ ਚੈੱਕ ਕਰ ਲੈਂਦੇ ਆ, 0 ਦੀ 0, 8 ਦੂਣੀ 16 ਤੇ 8 ਤੀਆ 24 ਤੇ 1 25, ਇਹ ਬਣ ਗਿਆ ਤੁਹਾਡੇ ਕੋਲੇ 2560, ਠੀਕ ਹੈ। 2560 ਨੂੰ ਜਿਵੇਂ ਆਪਾਂ ਐਲਸੀਐਮ ਲੈਂਦੇ ਹੁੰਦੇ ਆ ਤੁਸੀਂ ਉਹੀ ਮੈਥਡ ਲਗਾ ਲਓ। ਹੁਣ ਇਹਨੂੰ ਕਿਵੇਂ ਕਰਾਂਗੇ 2 ਤੇ ਡਿਵਾਈਡ, 1 ਦੂਣੀ 2 ਦੂਣੀ 4, 8 ਦੂਣੀ 16 ਨਾਲ 0, ਫਿਰ 2 ਤੇ ਡਿਵਾਈਡ ਕਰਾਂਗੇ, ਜਦੋਂ 2 ਤੇ ਡਿਵਾਈਡ ਕੀਤਾ ਇੱਥੇ ਬਣ ਗਿਆ 640, ਫਿਰ 2 ਤੇ ਡਿਵਾਈਡ ਕਰਾਂਗੇ 320, ਫਿਰ 2 ਤੇ ਡਿਵਾਈਡ ਕਰਾਂਗੇ ਤਾਂ ਇਹ ਤੁਹਾਡੇ ਕੋਲੇ ਬਣੇਗਾ ਜੀ 160, ठीक है, 160 ही बनेगा। फिर 2 ते डिवाइड करांगे ये ਤੁਹਾਡੇ ਕੋਲੇ ਬਣੇਗਾ 80, फिर 2 ते डिवाइड करांगे 40, फिर 2 ते डिवाइड करांगे 20, फिर 2 ते डिवाइड करांगे 10, फिर 2 ते डिवाइड करांगे 5, फिर 2 ते डिवाइड फिर 5 ते जाएगा, ठीक है। ਹੁਣ ਦੇਖ ਲਓ ਕਿੰਨੇ ਵਾਰ ਮਲਟੀਪਲਾਈ ਹੋ ਰਿਹਾ, 1 ਦੂਣੀ 2 ਦੂਣੀ 4, 4 ਦੂਣੀ 8, 8 ਦੂਣੀ 16, 16 ਦੂਣਾ 32, 32 ਦੂਣਾ 64, 64 ਦੂਣਾ 128, 128 ਦੂਣਾ 256, यानी कि बन रही है। तो देखो कितनी पावर है, दोनों आपस में मल्टीप्लाई होंगे ना, एक यानी कि सारे नंबर आपस में मल्टीप्लाई हो रहा है, 1 2 3 4 5 6 7 8 9, 9 बार मल्टीप्लाई होगा 2, तो 9 ही ऑप्शन में लगाई सी ना, तो की पावर 9 बनूगी, तो 2 की पावर बन गई 9, 5 की पावर इतने 1 ही है। हाँ जी, जेकर इतने तक वीडियो चंगी लगी हो तो प्लीज़ वीडियो को लाइक और शेयर जरूर कर देना। अगला प्रश्न ਅਸੀਂ ਕਰਦੇ ਹਾਂ ਜੀ, ਅਗਲਾ ਸਵਾਲ ਤੁਸੀਂ ਦੇਖ ਸਕਦੇ ਹੋ, ਜੇ x ਨੂੰ 0.00458 ਅਤੇ y ਨੂੰ 0.00542 ਲਿਖਿਆ ਜਾਵੇ ਤਾਂ x² y² + 2xy ਦਾ ਮੁੱਲ ਪਤਾ ਕਰੋ। ਹੁਣ ਦੇਖੋ
एक्स स्क्वायर प्लस वाई स्क्वायर प्लस 2xy। जिवें इहदा मुल पता करना होवे इहनूं विच फिल करांगे इस स्टेटमेंट नूं जो वैल्यू दित्ती होई आ तो कितना ज़्यादा सम लेंथी हो जाएगा। तो इस तो चंगा मैनूं इसका रिजल्ट पता है कि x प्लस वाई का होल स्क्वायर हुंदा है। फॉर्मूला कीता सी 10th क्लास च x प्लस वाई का होल स्क्वायर इज इक्वल टू x स्क्वायर प्लस वाई स्क्वायर प्लस 2ab। तो देखो जो इहनूं फॉर्मूला सानूं 6th क्लास तो स्टार्ट हो जाता तो 10th तक अप टू सोन हरेक क्लास तक ही आउंदा सानूं ये जिहदा इस्तेमाल हुंदा। तो देखो हुण इहदा रिजल्ट x प्लस वाई का होल स्क्वायर तो x कितनी है 0.00458 प्लस 0.00542 इसका होल स्क्वायर। ठीक है तो होल स्क्वायर करता। हुण देखो इन्हों मैं ऐड कर देनी है 5 ते 2 8 ते 2 10। ठीक है पॉइंट वाले का पता ना पॉइंट दे हेठा पॉइंट को बाकी सारे डिजिट हेठा हेठा लिखते जाओ जो पॉइंट तो बाहर है। ठीक है फिर 5 4 9 ते 1 10 फिर 5 5 5 5 5 10। ठीक है फिर नाल की लग जाना एक ਤੁਹਾਡੇ ਕੋਲੇ 0 पॉइंट। ठीक है 0.0100 एक बार देखो तुसीं जेडे स्टूडेंट्स ਨੂੰ नहीं ऐड करना ਹੁੰਦਾ 0.00458 इस दे विच ਅਸੀਂ ऐड करना 0.00542। ਇਹਨੂੰ ਜਦੋਂ मैं डिवाइड करूंगी 5 ਤੋਂ 10 ਇੱਥੇ भी ਤੁਹਾਡੇ ਕੋਲ 10 बन जाना ਇੱਥੇ भी ਤੇ ਤੁਹਾਡੇ ਕੋਲੇ बन गया 0.100। ठीक है ਹੁਣ ਇਹਦਾ ਕੀ ਆ ਹੋਲ ਸਕੁਅਰ इधर। ठीक है ਹੁਣ ਅਸੀਂ पॉइंट हटा लेंगे आफ्टर पॉइंट कितने डिजिट आ आफ्टर पॉइंट जितने डिजिट होंगे 0 ला दो 1 2 3 4 5 5 डिजिट सी तो मैं की ला दिया 5 0 लगा दिया। ठीक है आफ्टर पॉइंट 5 डिजिट बनेगा 1 2 3 4 5 तो मैं बेटा की कर दिया 5 0 लगा दिया लाख पाता तो 3 0 नाल दा 3 0 कैंसिल मेरे कोले बन गया 1/100। हुण इहदी पावर भी तो 2 दित्ती आ पावर 2 होने का मतलब नंबर 2 बार गुणा हो रहा है। ठीक है जो इनू गुणा होगा 100 नाल 100 गुणा करांगे तो यह बन जाऊगा जी 10,000। 10,000 ही बनेगा ना 10,000 बन गया। तो 10,000 हुण मैनू पॉइंट्स लिखना हेठा कितनियां जीरो आ 10,000 दे नाल हेठा 4 जीरो आ तो ਅਸੀਂ ਕੀ ਕਰਾਂਗੇ पॉइंट्स लिखण दे लई मैं ਜਦੋਂ ਪਿੱਛੋਂ ਕਾਊਂਟ ਕਰਦੇ ਪਏ ਨਾ 1 ਤਾਂ ਲਗਾਤਾ नाल 4 अक्षर छड़ के पॉइंट लाऊंगी क्योंकि जीरो कितनियां ने 4 दित्तियां होईयां ने। ठीक है तो 0.30 एक आंसर ऑप्शन डी च पिया वा तो ऑप्शन डी इथे राइट आंसर है। अगे ਤੁਹਾਨੂੰ ਦਿੱਤਾ ਹੋਇਆ ਹੈ ग्राफ वाले सम ਤੁਹਾਡੇ ਲਈ इंपॉर्टेंट ਆ ਤੁਹਾਨੂੰ ਲਾइन ग्राफ ਦਿੱਤਾ ਹੋਇਆ ਹੈ ਤੇ ਲਾइन ग्राफ ਦੇ ਵਿੱਚ ਉਹਨਾਂ ਨੇ ਤੁਹਾਨੂੰ ਵਿਦਿਆਰਥੀਆਂ ਦੇ ਅੰਕ ਦਿੱਤੇ ਹੋਏ ਆ। ਮੇਨ ਗੱਲ ਇਹ ਹੈ ਕਿ ਇਹ ਸਮ ਪ੍ਰਤੀਸ਼ਤ ਜਾਂ ਔਸਤ ਦੇ ਵਿੱਚ ਆਉਂਦੇ ਆ। ਤੁਸੀਂ ਟੋਟਲ ਜ਼ਰੂਰ ਦੇਖੋ ਉਹਨਾਂ ਨੇ ਵਿਦਿਆਰਥੀਆਂ ਦੇ ਅੰਕ ਪ੍ਰਦਰਸ਼ਿਤ ਕੀਤੇ ਇਸ ਗ੍ਰਾਫ ਦੇ ਵਿੱਚ ਅੰਕ ਤੇ ਹਰੇਕ ਮਹੀਨੇ ਸਕੂਲ ਦੇ ਕੋਈ 2 ਮਹੀਨਿਆਂ ਬਾਅਦ ਪੇਪਰ ਹੁੰਦੇ ਆ। ਪਹਿਲਾਂ ਜੂਨ ਚ ਹੋ ਗਏ ਫਿਰ ਅਗਸਤ ਚ ਫਿਰ ਅਕਤੂਬਰ ਚ ਫਿਰ ਦਸੰਬਰ ਚ ਫਿਰ ਫਰਵਰੀ ਚ ਤੇ ਫਿਰ ਮਾਰਚ ਚ ਸਾਰੇ ਵਿਦਿਆਰਥੀਆਂ ਦਾ ਟੋਟਲ ਕਰਕੇ ਇੱਥੇ ਨੰਬਰ ਦੱਸੇ ਹੋਏ ਆ कि 355 नंबर जून च लिया विद्यार्थियों ने अगस्त च 365 दिसंबर च 380 दिसंबर च 385 ठीक है फरवरी च 395 ते मार्च च 400 ते टोटल जेड़ा हरेक पेपर है ये हाईएस्ट नंबर 500। ठीक है कितने हाईएस्ट 500। अगे तुसी प्रश्नों के ग्राफ का अध्ययन करना प्रश्नों के उत्तर दो जो पूछे हैं उन्होंने क्या दसंबर और फरवरी दियां महीनावार ਪ੍ਰੀਖਿਆਵਾਂ ਨੂੰ मिला के प्राप्त अंकों का प्रतिशत पता करो। दसंबर और फरवरी इन्हां दी ਪ੍ਰੀਖਿਆਵਾਂ ਨੂੰ मिला के दसंबर च कितने नंबर लए आ हाँ जी दसंबर च नंबर आए आ तुसीं देख सकते हो दसंबर में जेकर असीं नंबर काउंट करिए तो बन रहे हैं 385 दसंबर च लए आ। अगे फरवरी च हाँ जी दसंबर च 385 नंबर ले आ ते फरवरी च कितने नंबर ले आ विद्यार्थियों ने 395 फरवरी च 395 ले आ। इन्हां दा असीं परसेंटेज कढना मिला के मतलब टोटल करके तो इन्हां दा टोटल देखो कितना हो गया 5 5 10 9 9 18 ठीक है 3 3 6 ते 1 7 780 बन गया। हुण जेहड़े साडे कोले परसेंटेज कढण दा की फार्मूला हुंदा कि टोटल नंबर हेठां लिखो तो इत्थे मेरे कोल टोटल 1000 बन गया। किवें 1000 बणिया क्योंकि जेडे उच्चतम अंक आ वो 500 आ दसंबर दे भी 500 आ फरवरी दे 500 आ टोटल कितने बन गए 1000 तो टोटल नंबर मैं लिखे आ हेठां जिन्ने नंबर आए आ उन्ने ऊपर गुणा करते हैं असीं
ठीक है। 2 0 नाल 2 0 कट, 1 0 नाल 1 0 कट, इत्थे आ गया 78% आंसर कि विद्यार्थियों ने 78% नंबर लिया। ऑप्शन सी इत्थे राइट आंसर है। हाँ जी, अगला सवाल ਅਸੀਂ करते हैं। हाँ जी, 30 फ्लैटां की लागत 60 लाख रुपए प्रति फ्लैट सी। किसी बिल्डर ने 1/3 फ्लैटां नूं 15% लाभ ਅਤੇ 1/6 फ्लैटां नूं 6% हानि ते वेचिया। जो बाकी रहिंदे फ्लैटां नूं वेचण तो बाद कुल 10% हानि सहन करदा है ਤਾਂ ਬਾਕੀ ਫਲੈਟਾਂ ਵਿੱਚ ਉਸ ਦੀ ਹਾਨੀ ਪ੍ਰਤੀਸ਼ਤ ਦਾ ਪਤਾ ਕਰੋ। ਤੁਸੀਂ ਦੇਖੋ 30 ਫਲੈਟਾਂ ਦੀ ਜਿਹੜੀ ਲਾਗਤ ਆ ਉਹ ਕਿੰਨੀ ਆ। ਇੱਕ ਫਲੈਟ ਦੇ ਹਿਸਾਬ ਨਾਲ ਦੱਸੀ ਹੋਈ ਆ ਕਿ 60 ਲੱਖ ਆ। ठीक है, 60 लाख प्रति फ्लैट आ तो टोटल जी कॉस्ट प्राइस आ कितना होगा। जे 160 का वा तो 30 किन्ने दे होणगे 1800 लाख दे। ठीक है, किन्ने दे होणगे 1800 लाख दे, क्योंकि 30 गुणा 60 1800 ये हैगा जी टोटल कॉस्ट प्राइस। सेम इस तरह कॉस्ट प्राइस मेरे को आ जाएगा 1/3 का 1/3। ठीक है, 1/3 का जो कॉस्ट प्राइस फाइंड आउट करांगे तो वह आऊगा 600, क्योंकि 3 ते असी डिवाइड कर देवांगे। 6 × 18 होंगे। ठीक है, क्योंकि वो विचों तीजा हिस्सा विचे आने तो उन्होंने कॉस्ट प्राइस हो गया 6 लाख। ठीक है जी, खरीदे आ कॉस्ट प्राइस उनका खरीदना। इस दे कोरसपोंडिंग सेलिंग प्राइस कड्डांगे, क्योंकि तुहानूं पता है जदों उसने ए वाले जिहड़े फ्लैट आ विचों 1/3 हिस्सा जिहड़ा बेचिया वा जां खरीदिया वा। ठीक है, तो जदों इहनूं बेचूगा तो उन्होंने 15% का लाभ होया। 15% का लाभ ही होया ना, तो यह बन गया जी 100 + 15, क्योंकि लाभ 15 का होया बटा 100 गुणा 600, यानी कि कितना बनिया गुणा 600 करके ये बन गया जी 690। जो तुम इनू हल करोगे कापी उठा लो, नाल दी नाल करी चलो। ठीक है, ये सी 1/3 की गल हुई। फिर अगे सानू कंडीशन दिती है कि उहदे विचों उहने 1/6 हिस्सा भी तो बेचिया। ਉਹ ਜਦੋਂ बेचिया तो 1800/6, क्योंकि टोटल प्राइस कितना वा। ठीक है, टोटल प्राइस कितना वा 1800 आ कॉस्ट प्राइस। सेलिंग प्राइस कितना दिता होया वा वो असीं फाइंड आउट करना, क्योंकि उहनूं 6% दी 6 हिस्सा बेचण ते 6% दी ही हानि होई आ। ठीक है, जदों हानि हुंदी आ तो सेलिंग प्राइस का फॉर्मूला की बन जाता 100 - लॉस। हुण 100 - 6 यानी कि 94 बटा 100 गुणा कॉस्ट प्राइस। असी तो 6 का कढ़ रहे हैं तो 6 का कॉस्ट प्राइस की हो गया। तो देखो 1800 तो 6 का कॉस्ट प्राइस 300 ही होगा ना, तो 6 का कॉस्ट प्राइस होया 300। दैट मीनस ये तो आ गया तुहाडे कोले जिहड़ा कॉस्ट प्राइस आ 282 रुपए उन्हां 6 का। हुण ओवरऑल जे देखिए तो उन्हें दस्सिया होया कि 10% की हानि हुई आ। किन्ने परसेंट की हुई आ 10% की। तो ओवरऑल सेलिंग प्राइस देखिए, ओवरऑल कॉस्ट प्राइस तो सानू पता ही 1800 है तो गुणा 1800 ही करांगे। ठीक है, पर 10% की हुई है लॉस होया बटा 100 गुणा 1800। जो तुसीं इहनूं हल करोगे ओवरऑल सेलिंग प्राइस आ गया तुहाडा 1620। हुण उहने तो बोलिया कि जिहड़े बाकी बच गए तुसीं उन्हां पिछे हानि दसनी है किन्नी होई आ, तो बाकी बचे किन्ने आ 1620। तो उन्हें पहले ही 1620 उनका ओवरऑल आ गया सेलिंग प्राइस, जिहदे तो 10% का घाटा खा गया। ठीक है, उहदे विचों 282 का घाटा पिया उहनूं 6% हानि ते जदों उहनूं लाभ होया इहदे ते किन्ना पिया उहनूं लाभ होया ते तां ये 690 रुपया जिहड़ा सेलिंग प्राइस सीगा। ओवरऑल कड्ढीए असीं तो मगर बच गया 648 रुपए। इहनूं हल करन तो बाद यह हैगा रिमेनिंग सेलिंग प्राइस। मतलब की आ, क्योंकि इस तां बाकी बचे हुए फ्लैटां ते देखना ना कि किन्नी हानि होई आ उहनूं। 15 इहदे विचों 3 तो उहने 15% लाभ ते बेचिया, तीजा हिस्सा 6वां हिस्सा उहने 6% हानि ते बेचता। सारा बेचण मगरों उहनूं 10% की हानि हो गई। हुण जिहड़े बाकी रह गए उन्हां पिछे असीं हानि पता करनी आ। हजे उहदे 648 रिमेनिंग सेलिंग प्राइस आ जिहड़ा ये बच गए सी, इहदे ते असीं हानि कढनी आ। जेकर असीं गल करिए इत्थे हानि दी तां तुसीं देखो हानि किन्नियां ते होई आ, किन्ने बेच चुकिया वा वो टोटल 6वां हिस्सा इत्थे बेचे आने, तीजा हिस्सा इत्थे बेचिया, जानी कि टोटल 900 कॉस्ट प्राइस उहदा हो चुकिया वा। जानी कि जिहड़ा उहदा कॉस्ट प्राइस सीगा इहदे कोरसपोंडिंग 900 बनदा वा, क्योंकि 600 दे उहने पहलां बेचे आ, 300 दे बाद च 900 दे विचों मैं सेलिंग प्राइस माइनस कर दूंगी, फिर ही पता लगूगा ना हानि किन्ने दी होई। तां हानि हो गई इत्थे जी 252 दी। ठीक है, हानि किन्ने दी हो गई
252 ਦੀ 252 ਦੀ ਜਦੋਂ ਹਾਨੀ हो गई ओवरऑल 252 ਦੀ ਹਾਨੀ ਹੋਈ है ना, ठीक है। ਜਿਹੜੇ बाकी बच गए तो बटा की लगता होंगे टोटल, क्योंकि असी परसेंटेज पता करनी है, गुणा 100। तो 2 जीरो नाल 2 जीरो कट, जो तुसी इसनू डिवाइड करोगे 9 ते तो तुहाडे कोल बन जाएगा 28%, ठीक है। 28% ऑप्शन 28% इत्थे सही आ, ठीक है। देखते हैं किहड़ी ऑप्शन है 28, तो यह हैगी है जी सी ऑप्शन, ठीक है। ये तुसी याद रखना, ऑप्शन नंबर सी इत्थे राइट आंसर है 6%। ऑप्शन नंबर सी इत्थे राइट आंसर है 28%, ठीक है। हुण जेकर इसकी शॉर्ट ट्रिक देखनी होवे 10% ओवरऑल गया उन्होंने जिहड़ा हानि हुई है, ठीक है। 6% उन्होंने पहला हुई है, ठीक है जी। तो किन्ने वारी हानि होगी, 2 वारी होगी, तो यह बन गया टोटल 28%, ठीक है। यह है शॉर्ट ट्रिक। तो शॉर्ट ट्रिक है मैं तुहानूं हमेशा कहनी कि एग्जाम दे विच आ जिहड़ी इह याद नहीं रहिंदी, तो मैं तुहानूं इस करके आपां ट्रेडिशनल मैथड करते हैं। अगला प्रश्न आ, एक राशि सधारण व्याज ते 5 सालां विच 9000 एक राशि सधारण व्याज ते 5 सालां विच 9015 ਅਤੇ 6 ਸਾਲਾਂ ਦੇ ਵਿੱਚ 10054 ਹੋ ਜਾਂਦੀ ਹੈ, ਤਾਂ ਉਹ ਰਾਸ਼ੀ ਤੁਸੀਂ ਪਤਾ ਕਰਨੀ ਆ। ਹਾਂਜੀ, ਰਾਸ਼ੀ ਦਾ ਟਾਈਮ ਕਿੰਨਾ ਦਿੱਤਾ ਹੋਇਆ ਤੁਸੀਂ ਦੇਖੋ, टाइम दिता 6 साल, ठीक है। पर हुंदी किन्ने सालां दे विच आ, 5 सालां दे विच। हुण देखो एक राशि आ जिहड़ी 6 सालां दे विच 10054 हो जाती आ, ठीक है। फिर वो 5 सालां दे विच किन्नी होई सी, 5 सालां दे विच 9015 होई सी। इत्थे मैं 1 साल दा व्याज कढ लैनी आ, 1 साल दा ही व्याज कढूंगी ना, माइनस करके 1 साल दा व्याज किन्ना लगे आ 1039 रुपए। यह 1 साल का व्याज, तो 5 सालों का व्याज किन्ना वा, ठीक है। 5 सालों का व्याज देख लो, क्योंकि व्याज ही लग्या ना, कोई राशि आ जिहड़ी व्याज लग के 9015 हुई आ, 6 सालों के 10054 हो गई आ, जानी कि 1 साल का 1039 रुपए व्याज लग रहा, तो 5 सालों का किन्ना लग्या, 5 सालों का लगूगा 5195 रुपए जो तुसी मल्टीप्लाई करोगे। हुण जो राशि सीगी वो व्याज लग के 9015 हुई सी ना, तो 5 सालों का व्याज बनता वा 5195। जो तुसी ये माइनस करोगे विचों, ठीक है, की करोगे माइनस करोगे, तो ये तुहाडे कोले की बनेगी, देखो तुसी किन्ना बनूगा माइनस करन तो बाद, ये बनेगा जी 3820। मतलब वो राशि किन्नी आ, वो राशि है जी 3820 रुपए, ठीक है। तो देखो उम्मीद करती हैं कि तुहानूं समझ आ गया होवेगा। ऑप्शन नंबर इत्थे राइट आंसर है ऑप्शन सी। अगला प्रश्न, दिता गया बार ग्राफ मुकाबले के पहले 6 ओवरां विचों हरेक टीम विच एक टीम वालों वधाईआं गईआं दौड़ां की संख्या नूं दर्शाउंदा है। ये बार ग्राफ आ जिहड़ा कि ओवरस दे विचों हरेक टीम दीआं बनाईआं गईआं दौड़ां नूं दर्शाउंदा है। ओवर 1 4 दौड़ां, ओवर 2 यह 14 तो उपर आ ते 16 तो हेठ आ, यानी कि 15 हो गई। ओवर 3 8, इस तरह। तो हुण इहदे विच उन्होंने पूछा कि टीम ने किस ओवर विच 10 दौड़ां बनाईआं। हाँ जी, किहड़ी टीम ने इहदे विच उन्होंने यही पूछा कि टीम ने किस ओवर दे विच 10 दौड़ां बनाईआं। 10 कित्थे पिया ग्राफ च, देखो ये 10 पिया, इहदे देखो कोरसपोंडिंग ये बन रहा ओवर 5, ठीक है। तो ओवर 5 टीम इस तरह दी आ जिन्हें ओवर 5 ने 10 दौड़ां बनाईआं। ऑप्शन डी इत्थे राइट आंसर है, ठीक है जी। अगला प्रश्न, एक धन राशि ते 5 सालां विच 9% प्रति साल की दर ते 5409 का सधारण व्याज प्राप्त होया, तो धन राशि पता करो। हाँ जी, हुण देखो तुहानूं सिंपल इंटरस्ट पता, जिहदे ते व्याज लग्या 5409 रुपए, 5 सालां दे विच लग्या 9% ते लग्या, ठीक है। हुण इत्थे जिहड़े स्टूडेंट्स नूं पता कि सिंपल इंटरस्ट दा फॉर्मूला हुंदा प्रिंसीपल इंटू रेट इंटू टाइम बटा 100, किहदा फॉर्मूला हुंदा है व्याज दा, जानी कि सिंपल इंटरस्ट दा। इत्थे उहनूं व्याज मिल गया 5409 रुपए, ठीक है। प्रिंसीपल असी हजे पता करना क्योंकि सानू नहीं पता है। उस तो बाद रेट तुहानूं दिता होया, रेट हमेशा परसेंटेज दे विच हुंदा, तां कितना रेट दिता होया इत्थे 9% दा, टाइम दिता 5 साल दा बटा 100 की है इधर की हो रहा इधर 100
100 इधर हो रहा वा डिवाइड, उधर जाके हो गया मल्टीप्लाई, इथों असी पी कढ़ लें। ठीक है, 9 ते 5 इधर गुणा हो रहे से इधर आके हो गए डिवाइड। पहला मैं 5 नूं ही कट करता, इत्थे बन गए 20। ठीक है, उस तो बाद मैं 9 ते जो कट किया 6 नाम 54, 9 ते जो आप कट किया तो ये तुहाडे कोले बन गए जी 6 नाम 54। ठीक है, तो उस तो बाद 0 1 9 आया 601 गुणा 20, 601 गुणा 20 जो तुसी इसनूं गुणा करोगे तो ये तुहाडे कोले बनेगा 12,020 रुपए। ठीक है, 12,020 रुपए वो राशि आ जिहदे ते 5 सालां दे विच 5,409 रुपए का सधारण व्याज प्राप्त होया। हाँ जी, अपनी नोटबुक चक लो, जिवें जिवें मैं बोल रही हाँ तुसी उस तरह करोगे तो उम्मीद करदी हाँ तुहानूं बहुत ज़्यादा समझ आवेगा। तो ऑप्शन बी इत्थे राइट आंसर है। अगला प्रश्न, हेठ दित्तियां भिन्नां विचों सब तो वड्डी भिन्न किहड़ी है। हाँ जी, भिन्नां वाला मैं तुहानूं बहुत बार बार करवाया होया कि भिन्न लई असीं किवें देखना। देखो भिन्न दित्ती हुई है 6/7, फिर 2/3, उस तो बाद 20/21, फिर तुहानूं दित्ती है 18/5। पहलां तुसीं पहलियां दो भिन्नां चक लो 6/7 ते 2/3, इन्हां दोनां नूं करो क्रॉस मल्टीप्लाई, 6 18, 7 दूनी 14, इन्हां चों वड्डा किहड़ा 18, 18 इहदे तो बनिया तो तुसीं रख लो 6/7। ठीक है, जे छोटी पूछा तो छोटा नंबर रखी चलो, जे वड्डी पूछा तो वड्डा नंबर। फिर इहदे नाल कंपेयर करो तीजी भिन्न दा, तीजी भिन्न सीगी मेरे कोले 20/21। ठीक है, हुण 21 नूं 6 नाल मल्टीप्लाई करोगे 6 एकम 6, 6 दूनी 12, ये बन गया 126। ठीक है, उस तो बाद 7 नूं 20 नाल करोगे 140, वड्डी भिन्न किहड़ी आ गई ये वाली, क्योंकि 140 ये तो बनया, क्रॉस मल्टीप्लाई करके तुसीं उपर वाला जो उपर वाला अंक लै रहे हो ना उहदे उपर ही रखना, तो 140 हो गया। हुण इस तो बाद तुसीं अगला जिहड़ा 20/21 आया इहदा कंपैरिजन करो जो रह गई उहदे नाल 18/5 दे नाल। ठीक है, जदों असीं इन्हां दोनां दा कंपैरिजन करांगे तां तुसीं देख सकदे हो इन्हां दे कंपैरिजन करन तो बाद 20 नूं 5 20 5 किन्ने हुंदे आ 100। ठीक है, 20 5 किन्ने हुंदे आ 100, इन्हां दा कंपैरिजन करके लिखता। 21 नूं 18 नाल गुणा करोगे ये हुंदा 378, किन्ना हुंदा 378, तां वड्डा किहड़ा बनिया 378, किहदे तो बनिया ये 18/5 तो। ऑप्शन नंबर देख लो इत्थे किहड़ी राइट है, 18/5 भिन्न वड्डी आ। जे छोटी पूछिया तो तुसीं इदां ही छोटी रखदे जाना। ऑप्शन सी इज द राइट आंसर। अगला प्रश्न, जे एक संख्या दे 3/5 का 60% तरेट है तो वह संख्या पता करो। हाँ जी, कोई संख्या वा, ठीक है, आपां नूं नहीं पता किहड़ी संख्या वा, तो मैं लिख ली वो संख्या x आ। जे x दे दा जिथे भी लिखिया हुंदा असीं उत्थे गुणा लैने आ, x दे 3/5 उस दा अगे दा लिखिया ना, x दा एक संख्या वा उहदा 3/5, मैं x लै ली कि संख्या x आ, दा मतलब गुणा 3/5, फिर उसका अगे 60%, 60 मतलब गुणा। ठीक है, तो 60% का मतलब बटा 100, परसेंटेज का मतलब होंगे बटा 100, किन्ना वा 63, उन्हें लिखिया वा ना 63% है, तो वह संख्या लभो। तो हुण इहनूं आपां हल कर लैने। देखो x बराबर है 63, 5 इधर डिवाइड हो रहा उधर जाके गुणा हो गया, 100 इधर डिवाइड हो रहा उधर जाके गुणा हो गया, बटा 3 इधर गुणा हो रहा उधर जाके डिवाइड, 60 इधर गुणा हो रहा उधर जाके डिवाइड। ठीक है, तुसीं इत्थे भी कट कर सकते सी पर मैं अगे जाके कर रही हाँ। देखो 0 नाल 0 कट करती, जेकर असीं 63 की गल करिए तो 63 किहदे ते कट हो गया 21 ते। ठीक है, 63 किहदे ते कट होया 21 ते कट हो गया। जेकर असीं 6 की गल करिए इहनूं भी असीं 3 ते 2 ते कट कर सकदी हां। मैं एक 3 क्योंकि 3 नहीं 3 ते एक पहाड़े ते कट किया 2 आउंदा ना 6, 2 ते आउंदा 6, 3 दूनी 6, 7 या 21। तो देखो फिर 2 ते मैं 5 नूं कट कर दिनी है, 10 पे आना इत्थे 5 आ जाएगा, 1 दूनी दूनी 5 दूनी 10, 5 5 25 ते 25 7 आ, 5 5 25, 25 7 175, मतलब वो संख्या केड़ी आ 175। ऑप्शन डी इज द राइट आंसर है। अगला प्रश्न, दिती गई बारंबारता बहुभुज विद्यार्थियों के ਪ੍ਰੀਖਿਆ अंक दर्शा रही है तो एक समूहिक बारंबारता वंड तो प्राप्त अंकड़ियां नूं प्रदर्शित करती है। वर्ग लेटमी धुरी नाल अते बारंबारता खड़मी धुरी नाल दिती गई है। मार्क्स ऑबटेन बाय 100 दे विचों आ रहे ने
ਤਾਂ ਜਿਹੜੇ ਮਾਰਕਸ ਆ ਉਹ ਇਸ ਤਰ੍ਹਾਂ ਦਿੱਤੇ ਹੋਏ ਨੇ। ਉਹਨਾਂ ਨੇ ਬੋਲਿਆ ਕਿ ਸਭ ਤੋਂ ਘੱਟ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਕਿਸ ਵਰਗ ਅੰਤਰਾਲ ਦੇ ਅੰਤਰਗਤ ਆਉਂਦੇ ਹਨ। ਹਾਂਜੀ, ਸਭ ਤੋਂ ਘੱਟ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਆ ਜਿਹੜੇ, ਦੇਖ ਲਓ ਕਿਹੜੇ ਵਰਗ ਦੇ ਅੰਤਰਗਤ ਆਉਂਦੇ ਹਨ। ਤਾਂ ਦੇਖੋ ਗ੍ਰਾਫ ਕੀ ਇਹਦੇ ਚ ਡਿੱਗਿਆ ਵਾ, ਗ੍ਰਾਫ 65 ਤੇ ਡਿੱਗਿਆ ਲੱਗ ਰਿਹਾ ਨਾ, 65 ਤੇ ਬਿਲਕੁਲ ਡਿੱਗ ਪਿਆ ਇਹ ਗ੍ਰਾਫ। ਠੀਕ ਹੈ ਜੀ, ਤਾਂ ਇਹ ਜਿਹੜਾ 65 ਤੇ ਡਿੱਗਿਆ ਵਾ, ਉਹਨਾਂ ਨੇ ਬੋਲਿਆ ਕਿ ਸਭ ਤੋਂ ਘੱਟ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਕਿਸ ਵਰਗ ਅੰਤਰਾਲ ਦੇ ਵਿੱਚ ਹਨ। ਤਾਂ ਇਹ ਕਿਹੜਾ ਵਰਗ ਅੰਤਰਾਲ ਬਣ ਰਿਹਾ ਹੈ, ਇਹ ਬਣ ਰਿਹਾ ਹੈ ਜੀ 60 ਤੋਂ ਕਿਉਂਕਿ 65 ਆ ਨਾ, 60 ਤੋਂ 70। ਦੇਖ ਲੈਂਦੇ ਆਪਸ਼ਨ ਦੇ ਵਿੱਚ 60 ਤੋਂ 70 ਹੈ ਕੋਈ, ਹਾਂਜੀ ਹੈ, ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ, ਹਾਂਜੀ, ਨਿਮਨਲਿਖਤ ਵਾਰ ਗ੍ਰਾਫ ਦਾ ਅਧਿਐਨ ਕਰੋ ਅਤੇ ਇਸ ਦੇ ਆਧਾਰ ਤੇ ਪੁੱਛੇ ਗਏ ਪ੍ਰਸ਼ਨਾਂ ਦਾ ਉੱਤਰ ਦਿਓ। ਅੱਗੇ ਉਹਨੇ ਦੱਸਿਆ ਕਿ ਨਿਮਨਲਿਖਤ ਵਾਰ ਗ੍ਰਾਫ ਦੇ ਵਿੱਚ ਕਿਹੜੇ ਸਾਲਾਂ ਵਿੱਚ VOT ਪ੍ਰੋਜੈਕਟਾਂ ਨੇ ਮਾਲੀਆ ਇਕੱਤਰੀਕਰਨ ਵਿੱਚ ਵਧੇਰੇ ਯੋਗਦਾਨ ਪਾਇਆ। ਦੇਖੋ ਇਹ ਤੁਹਾਨੂੰ ਦਿੱਤੇ ਹੋਏ ਆ ਦੋ ਵਾਰ ਗ੍ਰਾਫ, ਦੋ ਨਹੀਂ ਇੱਕ ਵਾਰ ਗ੍ਰਾਫ ਆ, ਜਾਨੀ ਕਿ ਇਹਦੇ ਵਿੱਚ ਜਿਹੜੇ ਸਰਕਲ ਆ ਕੰਸਟਰਕਸ਼ਨ ਆ ਉਹ ਦੋ ਬਣ ਰਹੇ ਆ। ਤੁਸੀਂ ਦੇਖੋ BOT ਪ੍ਰੋਜੈਕਟ ਲਾਈਟ ਕਲਰ ਨੂੰ ਦਰਸਾ ਰਹੇ ਆ। ਠੀਕ ਹੈ, BOT ਪ੍ਰੋਜੈਕਟ ਜਿਹੜਾ ਉਹਨੇ ਯੋਗਦਾਨ ਪਾਇਆ ਉਸ ਨੂੰ ਲਾਈਟ ਕਲਰ ਦੇ ਵਿੱਚ ਦਰਸਾਇਆ ਗਿਆ ਵਾ। ਜਿਹੜਾ ਉਸਨੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕੋਈ ਕਲੈਕਸ਼ਨ ਆ ਉਹ ਡਾਰਕ ਕਲਰ ਦੇ ਵਿੱਚ ਆ। ਠੀਕ ਹੈ ਜੀ, ਹੁਣ ਲਾਈਟ ਕਲਰ ਦੀ ਗੱਲ ਹੋ ਰਹੀ ਆ BOT ਦੀ, ਜਾਨੀ ਕਿ ਪ੍ਰੋਜੈਕਟਾਂ ਨੇ। ਉਹਨਾਂ ਨੇ ਪੁੱਛਿਆ ਕਿ ਕਿਹੜੇ ਸਾਲ ਇਹਨਾਂ ਨੇ ਵਧੇਰੇ ਯੋਗਦਾਨ ਪਾਇਆ। ਤਾਂ ਯੋਗਦਾਨ ਪਾਇਆ ਹੀ ਦੱਸਿਆ ਹੋਇਆ ਨਾ, VOT ਸ਼ੇਅਰ ਪ੍ਰੋਜੈਕਟ ਲਾਈਟ ਕਲਰ ਸ਼ੋ ਕਰ ਰਿਹਾ ਹੈ। ਤਾਂ ਕਿਹੜੇ ਸਾਲ ਵੱਧ ਪਾਇਆ, ਦੇਖੋ 1848 ਚ ਹੀ ਵੱਧ ਪਾਇਆ, 1848 ਪਾਇਆ ਨਾ 2013-14 ਚ, ਤਾਂ ਕਿਹੜਾ ਵੱਧਦਾ 1848 ਹੀ ਵੱਧਦਾ ਇਹਨਾਂ ਸਾਰਿਆਂ ਦੇ ਮੁਕਾਬਲੇ। ਤਾਂ ਰਾਈਟ ਆਨਸਰ ਹੈ ਆਪਸ਼ਨ ਏ ਕਿ 2013-14 ਚ ਵੱਧ ਪਾਇਆ। ਅਗਲਾ ਪ੍ਰਸ਼ਨ, ਸੀਮਾ ਨੇ ਇੱਕ ਕਿਤਾਬ ਖਰੀਦੀ ਅਤੇ 20% ਲਾਭ ਦੇ ਨਾਲ ਰੀਮਾ ਨੂੰ ਵੇਚ ਦਿੱਤੀ। ਹੁਣ ਸੀਮਾ ਨੇ ਇੱਕ ਕਿਤਾਬ ਖਰੀਦੀ ਆ ਜਿਹੜੀ ਕਿ 20% ਦੇ ਲਾਭ ਨਾਲ ਰੀਮਾ ਨੂੰ ਦੇ ਦਿੱਤੀ। ਹੁਣ ਉਹਨੂੰ ਕਿੰਨਾ ਲਾਭ ਹੋਇਆ, 20% ਦਾ ਹੋਇਆ। ਠੀਕ ਹੈ ਜੀ, ਕੁਝ ਦਿਨਾਂ ਬਾਅਦ ਉਸ ਨੂੰ ਉਸ ਕਿਤਾਬ ਦੀ ਲੋੜ ਪਈ ਅਤੇ ਰੀਮਾ ਤੋਂ ਉਹਨੇ ਉਹੀ ਕਿਤਾਬ ਫਿਰ ਦੁਬਾਰਾ ਖਰੀਦੀ। ਤਾਂ ਰੀਮਾ ਨੇ ਕੀ ਕੀਤਾ ਕਿ 10% ਦੇ ਲਾਭ ਨਾਲ ਉਹ ਕਿਤਾਬ ਸੀਮਾ ਨੂੰ 396 ਰੁਪਏ ਦੇ ਵਿੱਚ ਵੇਚ ਦਿੱਤੀ। ਤਾਂ ਕਿਤਾਬ ਦਾ ਖਰੀਦ ਮੁੱਲ ਪਤਾ ਕਰੋ। ਹੁਣ ਦੇਖੋ ਗੱਲ ਹੋਈ ਸੀ ਰੀਮਾ ਦੀ। ਠੀਕ ਹੈ, ਤੁਸੀਂ ਨਾਲ ਦੀ ਨਾਲ ਸਟੇਟਮੈਂਟ ਪੜ੍ਹ ਲੈਣਾ, ਆਪਾਂ ਇੱਕ ਸਾਈਡ ਤੇ ਸੋਲਵ ਕਰਦੇ ਹਾਂ। ਰੀਮਾ ਨੂੰ 10% ਦਾ ਲਾਭ ਹੋਇਆ ਜਦੋਂ ਉਹਨੇ ਉਹ ਕਿਤਾਬ ਸੀਮਾ ਨੂੰ 396 ਰੁਪਏ ਦੇ ਵਿੱਚ ਵੇਚੀ। ਤਾਂ ਇੱਥੇ ਵੇਚ ਮੁੱਲ ਕਿੰਨਾ ਬਣ ਗਿਆ 396, ਤੇ ਉਹੀ ਕੀ ਬਣ ਜੂਗਾ, ਉਹੀ ਬਣ ਜੂਗਾ ਸੀਮਾ ਦਾ ਖਰੀਦ ਮੁੱਲ। ਠੀਕ ਹੈ, ਇਹਦਾ ਵੇਚ ਮੁੱਲ ਆ, ਸੀਮਾ ਦਾ ਤਾਂ ਖਰੀਦ ਮੁੱਲ ਬਣਿਆ ਨਾ। ਤਾਂ ਆਪਾਂ ਗੱਲ ਕਰਦੇ ਹਾਂ, ਪਹਿਲਾਂ ਆਪਾਂ ਖਰੀਦ ਮੁੱਲ ਕੱਢਦੇ ਹਾਂ ਰੀਮਾ ਦਾ। ਠੀਕ ਹੈ, ਕਿਉਂਕਿ ਅਸੀਂ ਕਿਤਾਬ ਦਾ ਐਗਜ਼ੈਕਟ ਮੁੱਲ ਕੱਢਣਾ, ਤਾਂ ਆਪਾਂ ਰੀਮਾ ਦਾ ਦੇਖਾਂਗੇ ਕਿ ਉਹਨੇ ਕਿੰਨੇ ਚ ਖਰੀਦੀ ਸੀ ਸੀਮਾ ਤੋਂ ਪਹਿਲਾਂ। ਤਾਂ 390, ਕਿਉਂਕਿ ਸੇਲਿੰਗ ਪ੍ਰਾਈਸ ਦਾ ਫਾਰਮੂਲਾ ਹੁੰਦਾ ਸੇਲਿੰਗ ਪ੍ਰਾਈਸ ਬਰਾਬਰ, ਸੇਲਿੰਗ ਪ੍ਰਾਈਸ ਇੱਥੇ ਦਿੱਤਾ ਹੋਇਆ 396, ਤਾਂ ਮੈਂ 396 ਲਿਖ ਲਿਆ, ਪਲੱਸ ਫਿਰ ਆਪਣੇ ਕੋਲੇ ਕੀ ਹੁੰਦਾ ਬਰਾਬਰ ਪਾ ਕੇ ਸੇਲਿੰਗ ਪ੍ਰਾਈਸ ਦਾ ਫਾਰਮੂਲਾ ਪਹਿਲਾਂ ਮੈਂ ਲਿਖ ਦਿੰਨੀ ਆ ਇੱਥੇ। ਸੇਲਿੰਗ ਪ੍ਰਾਈਸ ਦਾ ਫਾਰਮੂਲਾ ਹੁੰਦਾ 100 ਪਲੱਸ ਲਾਭ, ਜਦੋਂ ਲਾਭ ਹੋਵੇ ਉਸ ਟਾਈਮ। ਠੀਕ ਹੈ, ਜਾਨੀ ਕਿ ਪ੍ਰੋਫਿਟ ਵਟਾ 100 ਗੁਣਾ ਕੋਸਟ ਪ੍ਰਾਈਸ। ਹੁਣ ਆਪਾਂ ਇਹਦੇ ਚ ਜੋ ਵੈਲਿਊ ਦਿੱਤੀ ਉਹ ਪੁੱਟ ਕਰਨੀ ਹੈ। ਠੀਕ ਹੈ ਜੀ, ਤਾਂ ਆਪਣੇ ਕੋਲ ਜੋ ਸੇਲਿੰਗ ਪ੍ਰਾਈਸ ਦਾ ਫਾਰਮੂਲਾ ਹੁੰਦਾ ਉਹ ਹੁੰਦਾ ਹੈ, ਹਾਂਜੀ 396 ਬਰਾਬਰ, ਕਿਉਂਕਿ ਉਹਨੂੰ ਲਾਭ ਹੋਇਆ ਤਾਂ 10% ਦਾ ਹੋਇਆ 100 ਪਲੱਸ 10 ਬਟਾ 100 ਗੁਣਾ ਕੋਸਟ ਪ੍ਰਾਈਸ ਜਾਨੀ ਕਿ ਖਰੀਦ ਮੁੱਲ। ਠੀਕ ਹੈ ਜੀ, 0 ਨਾਲ 0 ਕੱਟ, ਤੇ 10 ਇੱਧਰ ਕੀ ਹੋ ਰਿਹਾ ਸੀ ਡਿਵਾਈਡ, ਇੱਧਰ ਆ ਕੇ ਮੈਂ ਗੁਣਾ ਕਰਤਾ, 11 ਇੱਧਰ ਗੁਣਾ ਹੋ ਰਿਹਾ ਸੀ, ਇੱਧਰ ਆ ਕੇ ਹੋ ਗਿਆ ਡਿਵਾਈਡ। ਇਹਨੂੰ ਜਦੋਂ ਤੁਸੀਂ ਕੱਟ ਕਰੋਗੇ ਇੱਥੇ ਬਣੂਗਾ 36, ਨਾਲ 0 ਆ ਤਾਂ 0 ਲਗਾ ਦਿਓ, ਜਾਨੀ ਕਿ 360 ਰੁਪਏ। ਜਾਨੀ ਕਿ ਸੀਮਾ ਨੇ 360 ਰੁਪਏ ਦੇ ਵਿੱਚੋਂ ਕਿਤਾਬ ਆ ਜਿਹੜੀ ਖਰੀਦੀ ਆ ਰੀਮਾ ਤੋਂ। ਠੀਕ ਹੈ, ਪਰ ਆਪਾਂ ਤਾਂ ਐਗਜ਼ੈਕਟ ਵੇਚ ਮੁੱਲ ਲੱਭਣਾ ਉਹਦਾ ਕੀ ਆ। ਠੀਕ ਹੈ, ਐਗਜ਼ੈਕਟ ਕਾਸਟ ਪ੍ਰਾਈਸ ਲੱਭਣਾ, ਖਰੀਦ ਮੁੱਲ ਲੱਭਣਾ ਹੈ ਨਾ। ਐਗਜ਼ੈਕਟ ਕੀ ਸੀ, ਇਹ ਤਾਂ ਗਾਂ ਦੀ ਗਾਂ ਵੇਚੀ ਗਈ ਸੀ, ਕਿਉਂਕਿ ਸੀਮਾ ਨੇ ਇਹ ਕਿਤਾਬ ਖਰੀਦੀ ਅਤੇ 20% ਦੇ ਲਾਭ ਨਾਲ ਰੀਮਾ ਨੂੰ ਦਿੱਤੀ ਸੀ। ਜਦੋਂ ਉਹਨੇ ਇਹ ਕਿਤਾਬ ਖਰੀਦੀ ਸੀ, ਜਾਨੀ ਕਿ ਖਰੀਦੀ ਸੀ ਤਾਂ 20% ਦੇ ਲਾਭ ਨਾਲ ਰੀਮਾ ਨੂੰ ਦੇ ਦਿੱਤੀ ਸੀ। ਜਾਨੀ ਕਿ ਸੀਮਾ ਨੇ ਜੇ 360 ਰੁਪਏ ਦੇ ਵਿੱਚ ਖਰੀਦੀ ਆ ਤਾਂ ਉਹਨੇ 20% ਦੇ ਲਾਭ ਨਾਲ ਸੀਮਾ ਨੂੰ ਦੇ ਦਿੱਤੀ। ਤਾਂ ਆਪਣੇ ਕੋਲੇ ਆ ਗਿਆ ਸੇਮ ਇਹੀ ਫਾਰਮੂਲੇ ਤੋਂ 360 ਬਰਾਬਰ ਹੈ 120 ਗੁਣਾ 100 ਕੋਸਟ ਪ੍ਰਾਈਸ ਅਸੀਂ ਪਤਾ ਕਰਨਾ, ਜਿਹਨੂੰ ਆਪਾਂ x ਮੰਨ ਲੈਂਦੇ ਆ। ਠੀਕ ਹੈ, ਇੱਧਰ ਆ ਕੇ 3600 ਜਿਹੜਾ
100 डिवाइड हो गुणा हो जाऊगा क्योंकि उधर डिवाइड हो रहा, इधर की हो जाऊगा भाग 120 क्योंकि इधर की हो रहा सी गुणा हो रहा सी। 0 नाल 0 कट 12 एकम 12 12 तीया 36। तो इथों पता लग गया कि वह कॉस्ट प्राइस कितना सी 300 सीगा 300। ठीक है, बुक का एग्जैक्ट मुल है जो खरीद मुल कितना सीगा 300। तो ऑप्शन ए इत्थे राइट आंसर है। देखो सीमा ने जी किताब खरीदी सी उन्हें 20% के लाभ से रीमा नूं वेच दिती सी। कुछ दिनों बाद उसनूं जरूरत पई, उसने रीमा तो दोबारा खरीदी 10% के लाभ नाल ते रीमा तो खरीदी उन्हें 396 च। असीं पहलां 396 के कोरसपोंडिंग कॉस्ट प्राइस पता कर लिया जिहड़ा कि 360 आया, जानी कि सीमा ने 360 दे विचों खरीदी सीगी। ठीक है, किहदे तो खरीदी है सीमा ने, हुण रीमा तो खरीदी है, पर एग्जैक्ट पता करन दे लई असीं आ 20% का यूज करांगे। ठीक है, तो इस करके जिहड़ा कॉस्ट प्राइस है सानूं 300 मिलिया। अगला प्रश्न, नगरपालिका स्कूल की 9वीं क्लास विच सैक्शन ए अते सैक्शन बी दे कुल विद्यार्थियों का अनुपात 6:11 है। हाँ जी, ऑब्जैक्शन भी लगी सी सम दे उपर। जे सैक्शन ए दे विच 40% कुड़ियां अते सैक्शन बी दे विच 48% मुंडे हैं, तो दोवें सैक्शनां विच विद्यार्थियों का किन्ने प्रतिशत मुंडे हैं। देखो ऑब्जैक्शन लगन का कारण की सीगा कि जेकर असीं 40% कुड़ियां लैके चलते हैं, 40% कुड़ियां तो 60% मुंडे होणगे। ठीक है, ऑब्जैक्शन लगन का कारण यही होया सी कि इत्थे मुंडियां दी गिणती सीगी 40, क्योंकि उस दे कोरसपोंडिंग इस स्टेटमेंट्स दे कोरसपोंडिंग आंसर नहीं सही आ रहा। इस दे कोरसपोंडिंग आंसर आ रहा 52% जो ये स्टेटमेंट बोल रही है। ठीक है, इस दे कोरसपोंडिंग आंसर आया 52%, जबकि इसका एग्जैक्ट आंसर सीगा कितना सी। इसका एग्जैक्ट आंसर वो आपां कढ के फिर आपां नूं पता चले। हाँ जी, नगरपालिका स्कूल की 9वीं क्लास विच सैक्शन ए अते सैक्शन बी के कुल विद्यार्थियों का अनुपात 6:11 है, यानी कि सैक्शन ए दे विच 6 गुणा विद्यार्थी ने, सैक्शन बी दे विच 11 गुणा विद्यार्थी ने। जे सैक्शन ए दे विच 40% कुड़ियां ने ते सैक्शन बी दे विच 48% मुंडे ने, तो दोवां सैक्शनां विच विद्यार्थी किन्ने प्रतिशत मुंडे हन। हाँ जी, किन्ने प्रतिशत विद्यार्थी है जिहड़े मुंडे हन। तो सब तो पहला तुसीं देखो आप इस स्टेटमेंट्स के कोरसपोंडिंग जे चलीए तो स्टेटमेंट के अकॉर्डिंग टोटल जे साडे कोले टोटल सैक्शन ए दे विच किन्ने विद्यार्थी है 6x आ। ठीक है, उहदे विचों किन्नियां कुड़ियां ने 40। आपां तां टोटल मुंडे पता करने आ ना, दोवें सैक्शनां विच किन्ने मुंडे हन, तां मुंडे किन्ने होणगे 60%। जे 40% कुड़ियां तां 60% मुंडे होणगे। ठीक है, परसेंटेज का मतलब हुंदा बटा 100। तो शिकम 36 नाल 0/100 मैं कट नहीं कर रही, क्यों नहीं कर रही, क्योंकि अगे जाके असीं सैक्शन ए अते बी दे स्टूडेंट्स कंबाइन करने आ। जदों असीं कंबाइन करांगे तो फिर साडे कोल की होवेगा कि असीं प्लस करने आ, फिर सानूं एलसीएम लैण दी जरूरत पवेगी। जेकर असीं 100 एज इट इज़ रख लैंदे आ तो ईजी सॉल्व हो जाएगा। ठीक है, फिर अगले सैक्शन दे विच उहने कहा 48 मुंडे आ। ठीक है, 11x टोटल विद्यार्थी होणगे क्योंकि 11 गुणा वा। ठीक है, तो 48% मुंडे आ बटा हो गया 100। जो तुसी 48 नूं 11 दे नाल मल्टीप्लाई करोगे, हाँ जी, जो तुसी 48 नूं 11 नाल मल्टीप्लाई करोगे ये बनूगा तुहाडे कोले 528। ठीक है जी, बटा 100x। हुण तुसी जदों इन्हां नूं जोड़ करोगे तो ये तुहाडे कोले बन गया। ठीक है, इन्हां दोनों का जोड़ करोगे, जोड़ कितना बनूगा जी, देखो इत्थे अपने आप तुसी इक्वेशन 1 ते इक्वेशन 2 का जोड़ कर दो तो ये तुहाडे कोले बनूगा 360। हाँ जी, 360 बटा 100 प्लस 528 बटा 100। ठीक है जी, ते नाल एक्स आ बराबर किहदे आ जाएगा 888 बटा, हाँ जी, 888 बटा 100 एक्स दे। ठीक है, हुण 888 बटा 100 ये तुहाडे कोल की आ गए टोटल विद्यार्थी आ गए 888 बटा 100। हुण तुहानूं पता लग गया कि जिहड़ा परसेंटेज आ वो कड्ढण लई तां गुणा 100 ही करांगे। तो टोटल विद्यार्थी लैके चलो तुसीं इत्थे 888 बटा 17, क्योंकि 6 प्लस कितना होगा 17x 88x गुणा कर देवांगे असीं 100 दे नाल। ठीक है जी, हुण जदों आपां 100 दे नाल गुणा करके
इस नूं डिवाइड करांगे 1788 नूं, ठीक है, जां 888 नूं, तो ये तुहाडे कोले बनेगा 888 नाल 2 जीरोज़, ठीक है। फिर आपां लै लैंदे आ इत्थे 17, 17 एकम 17, पहलां तुसीं देखो 17 5 किन्ने हुंदे आ, 17 5 85 हुंदे आ, तां 17 5 ते गया। फिर इहदे विचों असीं माइनस करांगे, इत्थे आ गया 3 उपर उतारिया 8, 17 एकम 17, 17 दूणा, ठीक है, 17 दूणा किन्ने होणगे, 17 दूणा होणगे जी इत्थे तुहाडे कोले 34। हुण देखो 52% आ गया, जिवें कि मैं तुहानूं स्टार्टिंग दे विच दस्सिया सी कि जेकर असीं स्टेटमेंट्स दे अकॉर्डिंग चलीए तां आंसर साडा 52% आऊगा, ਜਿਹੜਾ कि ये रहा वा, क्योंकि दोवें सैक्शनां दे विच असीं मुंडे दसने सी ते 52% दी इहदे विच ऑप्शन नहीं सी, क्योंकि ऑप्शन सीगी कि जां इत्थे जो तुहाडे कोले कुड़ियां गिनती दसी है ये मैटर नहीं करदा कि क्योंकि मुंडे तो सानूं पता लग गया सी कि 60% आ, जेकर इत्थे तुहाडे कोले 52% होणगे, ठीक है मुंडे, फिर उस हिसाब नाल आंसर ऑप्शन ए आऊगा 54.8 जिहड़ी कि बोर्ड वल्लों आंसर की कड्ढी गई आ उहदे ते आ, ठीक है। तो हुण तुसीं अपने हिसाब नाल देख लेना, तो इस ते ऑब्जैक्शन भी लगी सी। अगला प्रश्न, हेठां दित्तिआं विचों दो कथनां नूं दावा अते कारण, ए दावा करदा वा, आर दा मतलब आ कारण, इस दे वजों चिंतन किया गया मतलब दर्शाए गए आ, अते अपने उत्तर नूं विकल्पां दे विच दित्ते कोड नाल चिन्हित करना। तुसीं दावा की कहंदा वा कि कश्मीर दिल्ली तो ठंडा है, हाँ जी, दावा की आ कि कश्मीर दिल्ली तो ठंडा है, तो उहदा कारण आ कि कश्मीर दिल्ली की तुलना विच ज़्यादा उचाई ते है। हुण आपां देखणे आ कि इन्हां दे विच किहड़ी ऑप्शन फॉलो करदी आ। हाँ जी, दावा की आ ए अते आर सच हन, हाँ जी, ए अते आर बिल्कुल सच हन, आर ए दी सही व्याख्या है, हाँ जी, आर आ जिहड़ा ਉਹ ए दी सही व्याख्या है, बिल्कुल सही आ, ऑप्शन ए इत्थे राइट आंसर है। जीके दे पॉइंट ऑफ व्यू तो ये तुहानूं मैंटल एबिलिटी दे विच पाया होया है। अगे आ जी, हाँ जी, इत्थे तुहानूं हुण कथन अते छिट्टे दित्ते होए आ, ठीक है, जानी कि स्टेटमेंट एंड कनकलूजन दे टॉपिक दे विचों ये जिहड़े सवाल आ तुहानूं पाए गए आ। जेकर असीं इस नूं देखीए तां इहदे विच की कंडीशन बन रही आ, चलो देखते हैं, चैक करते हैं। उहने बोलिया कुछ देवते शैतान हन ते कोई भी शैतान दैंत नहीं है। आपां स्ट्रक्चर बना लैंदे आ, कुछ देवते बना ले जिहड़े की आ शैतान आ, ठीक है, कुछ देवते शैतान हन मतलब इन्ना पोर्शन आ जिहड़े की आ शैतान आ। अगे उहने बोलिया कि कुछ दैंत आ जिहड़े की आ, कुछ दैंत तुहानूं बोलिया कोई भी शैतान दैंत नहीं है, कोई भी शैतान की आ दैंत नहीं है, तो ये बना लिया। फिर अगे दे उन्हें क्या वो मैं अलग बनाता, ठीक है, कि सारे दैंत रब हन, सारे दैंत की आ रब आ, किते भी ये तो नहीं लिखिया कि देवते ते शैतान रब नहीं है। एक तो स्ट्रक्चर ये बन गया, दूसरे दे विच की बनिया, दूसरा स्ट्रक्चर तुसीं देख सकते हो, ठीक है, एक स्ट्रक्चर मैं तुहानूं पहला बना के दसता, दूसरा स्ट्रक्चर तुहाडे कोले ये वाला बनेगा, ठीक है जी। इत्थे आ गया देवते, इत्थे आ गया शैतान, इत्थे आ जाएगा दैंत विच ते बाहर आ गया रब। कथन देखो की निकलदा, उन्हें बोलिया सारे शैतानां दे रब होने की संभावना है। हाँ जी, पहले कथन तो हो सकता सी भी सारे शैतान रब होण, दूजे कथन तो असी कह सकते हैं कि नहीं भी हो सकता तो नहीं भी हो सकता नूं असी की बोलते हैं संभावना। जे संभावना ना लिखी हुंदी तां मैं गलत कर देना सी, पर हुण संभावना लिखी आ तां मैं कथन 1 आ जिहड़ा सही करता कि कथन 1 सही आ। अगे कुछ शैतान रब हन, कि इस कथन तो देखो कुछ शैतान रब हन, इस स्ट्रक्चर तो देखिए तां बिल्कुल भी नहीं, शैतान ते रब दा तां आपस च कोई रिलेशन भी नहीं बन रहा, सिर्फ कंध सांझी आ, ठीक है। तो असीं की कह देवांगे कित्थे सिੱਟਾ 2 आ जिहड़ा वो नहीं निकलदा, पर जे पहला स्ट्रक्चर लैके जिथे संभावना दित्ती हुंदी तां शायद ये भी निकल जांदा, ठीक है। हुण असीं कहांगे नहीं, सिर्फ ऑप्शन ए जिहड़ा नतीजा 1 आ ओह पालना कर रहा है पर 2 नहीं कर रहा। ऑप्शन ए इज द राइट आंसर। अगला प्रश्न, हेठां दित्ती अखर लड़ी विच लुप्त पद पता करो। हाँ जी, हुण तुहानूं अखर लड़ी दित्ती आ, इहदे विच तुसीं लुप्त पद पता करना। जेकर तुसीं देखो पी क्यू तो बाद असीं दूसरा पता करना वा, ठीक है, वी डबल्यू ते वाई जैड। हुण आपां जदों देखदे आ तां मैनूं इथों पता लग रहा कि वी डबल्यू
एक्स वाई Z, क्योंकि मैं पहले तो दूजे का अंदाजा इन्नी जल्दी नहीं लगा सकती जे तो मैनू पहले 2 लैटर दिते होंदे। ठीक है, जो मैं देखिया तो इत्थों मैनू पता लग्या कि उन्होंने पेयर ले लिया पर सेंटर वाला अखर छड्ड दिता। ठीक है, पेयर ले लिया पर सेंटर वाला अखर छड्ड दिता। सेम इसे तरह मैं लिखांगी PQRST। यही प्रोसैस असीं लगाउंदे होए जो प्रोसैस इत्थे लग्या, सेंटर वाला अखर छड्ड दिता, क्योंकि PQ दिता होया सी, मैं 5 अखर लिख ले, सेंटर वाला छड्डिया। पहला तो PQ पेयर बन गया, दूसरा ST का बनिया, तो राइट आंसर है ऑप्शन ए ST। अगला प्रश्न CHM। देखो हुण पहला C दिता, उस तो बाद C तो बाद भी एग्जैक्ट असीं दूसरा नहीं दस सकते, पर लास्ट वाला तो देख सकते हैं ना। E तो बाद F आ, E तो बाद F आ, तो C तो बाद की हुंदा D, मतलब D वाली ऑप्शन आनी है, पर D वाली ऑप्शन 2 दित्तियां हुई, तो अगला भी चेक कर लेने। ठीक है, H। हुण देखो जदों H लिया, H तो बाद की आंदा वा I, मतलब इत्थे I वाला आना, ते DI देख लो किहड़ी ऑप्शन आ, ऑप्शन C है, तो आपां टाइम नहीं खराब करना, ऑप्शन C लगाती। ठीक है, मतलब H I तो बाद J तो बाद K। सेम इसे तरह M N, M तो बाद देखो M तो बाद N। ठीक है, फिर N तो बाद O ते P, ये भी बन रहा वा, मतलब ऑप्शन C इत्थे राइट आंसर है। अगे आ जी, हाँ जी, जेकर M N दे पुत्र दी मां दा भरा है तो M दा N नाल की रिश्ता है। हुण देखो आप शुरू कर लेने M N तो, क्योंकि N दे पुत्र हो गया हेठां दी जनरेशन। ठीक है, पुत्र हो गया हेठां दी जनरेशन, उस तो बाद पुत्र दी मां की हुई, N दी तो वाइफ ही हुई ना, N दी की हुई वाइफ, प्लस का निशान पाता, क्योंकि इन्हां दे विच मजबूत रिश्ता वा, एक पेयर आ ये। ठीक है, हुण N दे पुत्र, N भी की है एक मेल है, इत्थों पता लग गया, क्योंकि ये किसी का पति आ। N दा पुत्र, ओदी मां अगे ओदा भरा वा M। ठीक है, हुण उन्हें पूछा कि M दा N नाल की रिश्ता है, तो M दा N नाल असीं रिश्ता दसना है। तो M दा N नाल की रिश्ता होया कि ओह M दे भरा दा पति है, M दी भैन दा पति है, M दी भैन दा पति है, तो भैन दा पति ऑप्शन ए च पई है राइट आंसर। ठीक है, M दा दसना ना, M दा N नाल की रिश्ता है, तो भैन दा पति होया, M दा N नाल रिश्ता। ठीक है जी, अगे दिते हुए तरतीब का ध्यान नाल अध्ययन करो। ए गुणा का मतलब इत्थों पता लग गया पिता, यानी कि फादर। ठीक है, फिर प्लस बी, A प्लस बी का मतलब आ, प्लस का मतलब आ धी, यानी कि डॉटर। ठीक है, डिवाइड का मतलब है माता, तो पता लग रहा है आप पढ़ के, मदर यानी कि मदर, M लिख रही हूँ मैं इतने। ठीक है, फिर A माइनस का अर्थ है भरा, यानी कि ब्रदर, भरा अर्थ है ना माइनस का, तो भरा लिख लिया। अगे उन्हें बोलिया व्यंजक A डिवाइडेड B माइनस C गुणा D विच A दा D नाल की रिश्ता है। हाँ जी, हुण A डिवाइड B लिखिया, यानी कि A। ठीक है, A डिवाइड B, डिवाइड का मतलब की है मदर, A माता। ठीक है, A माता, क्योंकि डिवाइड का मतलब है B, डिवाइड का मतलब है माता, माइनस का मतलब है C। ठीक है, माइनस का मतलब की है भरा, A माता B, फिर भरा C, उस तो बाद गुणा D, गुणा का मतलब है फादर, ये फादर है D का। ठीक है, फादर पिता। हुण देखो A माता है B दी, A की आ माता मां, B दी हेठां वाली जनरेशन च B रख लेने आ, ते अगे B भरा है C दा, तो मैं C रख लिया। ठीक है जी, फिर C अगे पिता है, C पिता है D दा, C पिता है D दा, तो एदा की होया पोता। ठीक है, तो हुण उन्हें बोलिया कि A दा D नाल की संबंध है, तो A दा D नाल की संबंध आ कि जेड़ा A आ ओह D की आ कि पिता दी, D दे पिता दी माता मां ए, D दे पिता दी माता मां ना ए, तो ऑप्शन देखो D दे पिता दी माता है ए, ऑप्शन ए इत्थे राइट आंसर है। अगे आ जी, हेठां दित्ती आकृति नूं घण बनाउण लई मोड़िया गया है, हुण घण बनाया गया।
ठीक है। घण बनाउण दे लई असीं मोड़ांगे डाइस बनावांगे एक। हेठां दित्ते गए चिन्ह जोड़ियां विचों किहड़ा चिन्ह विरोधी दिशा विच होवेगा। विरोधी दिशा मतलब ओपोजिट साइड्स। ओपोजिट साइड्स दे विच तुसीं देखो जदों मैं डॉलर नूं डॉलर वाली साइड चक्कांगी तो यह किहदे बराबर आ जाऊगी, बराबर दे। मतलब डॉलर ते बराबर की आ ओपोजिट होणगे, वो ऑप्शन नहीं गी। फिर इधरों एट दी रेट ते परसेंटेज ओपोजिट होणगे। एट दी रेट ते परसेंटेज वाली ऑप्शन हैगी आ, हाँ जी बिल्कुल हैगी, ऑप्शन डी इत्थे राइट आंसर है। ठीक है, चक के देख लियो। तो ओपोजिट साइड्स दसनियां वा कि एक दूजे दे आमो सामने किहड़े होणगे। अगे तुहानूं पुछया गया हेठां दित्ती आकृति नूं एक घण बनाउण लई मोड़िया गया है। अगे दित्ते विकल्पां विचों घण दा किहड़ा निरूपण सही होवेगा। हाँ जी, जदों इन्हां नूं घण बनाउण लई मोड़िया गया वा तां देखो जिहड़े फलक हुंदे आ ना, ये जिहड़े फलक हुंदे आ तां इन्हां दे विच की लगदा कि जदों इन्हां नूं मोड़दे आ कि जिहड़ियां ओपोजिट साइड्स आ वो कदे भी साडे कोले की नहीं हुंदियां गियां। ओपोजिट साइड्स आ जिहड़ियां जिवें मैं तुहानूं दस्सिया हैश जदों मैं एट दी रेट नूं मोड़ांगी ते इधरों परसेंटेज नूं मोड़ांगी, ये आमो सामने आ गए। मतलब एक साइड तां एट दी रेट हो सकदा। ठीक है, इहदे नाल हुण कदे भी इहदे नाल वाला फलक आ, इत्थों देखो जे इत्थे एट दी रेट आ तां इहदे नाल वाला फलक कदे भी परसेंटेज नहीं होऊगा। ठीक है, क्योंकि ये की है इहदे ओपोजिट साइड्स आ, यानी कि जिहड़ी ओपोजिट साइड्स हुंदी आ ओहदे फलक दे नाल कदे भी नहीं होगी, क्योंकि ये तो ओपोजिट आ गई तो ਉਹਦੇ ਨਾਲ नहीं होगी, ਉਹਦਾ फेसिस नाल नहीं लगणगे। तो सेम इधर की तरह हैश दे नाल बराबर नहीं होगा। ਇਹਦੇ ਚ ਦਿੱਤਾ ਹੋਇਆ ऑप्शन ए बिल्कुल भी बिल्कुल गलत है, क्योंकि हैश ते ओपोजिट है, बराबर एक दूजे दे की आ ओपोजिट आ। एट दी रेट ते परसेंटेज ओपोजिट आ, ऑप्शन बी भी नहीं सही होणगे। ठीक है, फिर उस तो बाद जे प्लस की गल करिए प्लस ओपोजिट आ किहदे आ, डॉलर दे। ठीक है, तो प्लस आ जिहड़ा इकल्ला आया, डॉलर नहीं आया। एट रेट ते परसेंटेज यानी कि ऑप्शन इत्थे सी ही राइट आंसर है। किहड़ी ऑप्शन सी राइट आंसर है, सी। ठीक है, तो ऑप्शन नंबर सी इत्थे राइट आंसर है, क्योंकि वो सामने नहीं आएगे। अगला प्रश्न है जी, 6 दोस्त पी क्यू आर एस टी अते यू दी उम्र वख-वख सी। हाँ जी, इन्हां दी उम्र दसाई गई अगे, वख-वख उम्र उन्हें बोलिया इन्हां 6 दोस्तां दी। ठीक है जी, इन्हां दी जदों उम्र दसाई गई उन्हें बोलिया कि क्यू तो वड्डे व्यक्तियों की संख्या, हाँ जी क्यू तो जिहड़े वड्डे व्यक्ति आ उन्हां दी संख्या कितनी आ, उन्हां दी संख्या इस तो छोटे व्यक्तियों की संख्या का 3 गुणा है। यानी कि जेकर मैं इत्थे एस लै रही हाँ तो क्यू तो वड्डे जिहड़े व्यक्ति आ उन्हां दी संख्या कितनी आ, 3 गुणा। मतलब कि 3 गुणा 3 उपर रख जे क्यू तो एस मतलब कि सब तो हेठा ही आ एक तरह नाल, क्योंकि एस तो उपर 3 व्यक्ति आ। हुण सानू नहीं पता किहड़े हो, असीं अगे देख के पढ़दे आ। इत्थे आ 3 व्यक्ति होर, क्योंकि जिहड़े क्यू तो वड्डे व्यक्ति है ना उन्हां दी संख्या इस तो छोटे व्यक्तियों की संख्या का 3 गुणा है। तो इस तरह स्ट्रक्चर बन गया। ठीक है, हुण देखो अगे क्यू तो वड्डे व्यक्तियों की संख्या तो लाइन आप पढ़ ली अगे, पी इस तो छोटा है, मतलब पता लग गया कि पी तो बिल्कुल भी नहीं होगा इस तो वड्डा, क्योंकि पी तो इस तो छोटा आ गया। ठीक है, अगे देखो जिहड़े क्यू तो वड्डे व्यक्ति है वो की है, इस दा 3 गुणा है। मतलब की आ क्यू तो वड्डे 3 व्यक्ति होर पए आ। हाँ जी, अगे यू आर तो छोटा है पर टी तो वड्डा है। हुण ये कंडीशन दित्ती आ कि यू आ जिहड़ा वो आर तो छोटा वा पर टी तो वड्डा वा। हो गए पूरे, जिन्ने उम्र जिन्नियां दी दित्ती हुई है ना वो पूरे करते असीं। एक लाइन बन गई, जो कंडीशन उन्हें दित्ती सी वो लगाती। हुण दूजा सब तो वड्डा व्यक्ति कौन आ, दसो दूजे नंबर ते वड्डा कौन आ, सब तो वड्डा हैगा आर, उस तो छोटा यू, उस तो छोटा टी। ठीक है, तो सब तो दूजे नंबर ते जिहड़ा वड्डा व्यक्ति है वो हैगा सी यू। अगला प्रश्न आ, हेठां दित्ती आकृति विच, हाँ जी हेठां आकृति दित्ती हुई है तुहानूं, तुसीं देख सकदे हो। दित्ती आकृति नूं तुसीं पूरा करना है, यानी कि प्रश्न चिन्ह की जगह ते देखो की आऊगा। जदों मैं इहनूं देख रही हाँ तो मैनूं पता लग रहा है कि एंटी क्लॉकवाइज चल रहा है। ठीक है, एंटी क्लॉकवाइज क्लॉकवाइज चल रहा है, क्लॉकवाइज चल रहा है। तो एक बारी ये जदों असीं घुमाया इहनूं तो यह निशान इधर आ गया, फिर घुमाया ये इधर आ गया, फिर जदों घुमावांगे तो यह निशान इत्थे नहीं आऊगा। ठीक है, कुछ इस तरह जदों ये निशान इत्थे आया तुसीं देखो नाल ही पिछले भी रोटेट हो रहे हैं, तो स्टार इत्थे आ जाऊगा, क्योंकि ये निशान इधर आया तो ट्रायंगल इधर आ जाऊगी। ठीक है जी,
ਤੇ ਉਸ ਤੋਂ ਬਾਅਦ ਜਿਹੜਾ ਸਰਕਲ ਆ ਉਹ ਕੀ ਕਰੇਗਾ, ਉੱਪਰ ਚਲਿਆ ਜਾਵੇਗਾ ਤੇ ਸਰਕਲ ਦਾ ਪਾਣੀ ਵੀ ਉੱਪਰ ਹੀ ਆ। ਠੀਕ ਹੈ, ਸਰਕਲ 'ਚ ਜੋ ਪਾਣੀ ਆ ਉਹ ਵੀ ਉੱਪਰ ਹੀ ਆ ਤੇ ਵੈਸੇ ਤਾਂ ਸਾਰੀਆਂ ਆਪਸ਼ਨਾਂ 'ਚ ਉੱਪਰ ਹੀ ਪਿਆ ਵਾ, ਤੁਸੀਂ ਆਪ ਦੇਖ ਸਕਦੇ ਹੋ। ਤਾਂ ਇੱਥੇ ਦੱਸੋ ਹੁਣ ਫਿਰ ਕਿਹੜੀ ਆਪਸ਼ਨ ਰਾਈਟ ਹੋਊਗੀ। ਜੋ ਸਟਰਕਚਰ ਮੈਂ ਬਣਾਇਆ ਸੀ ਉਹ ਦੇਖੋ ਕਿਹੜੀ ਆਪਸ਼ਨ 'ਚ ਬਣ ਰਿਹਾ ਹੈ, ਉਹ ਆਪਸ਼ਨ 'ਚ ਬਣ ਰਿਹਾ ਏ 'ਚ, ਕਿਉਂਕਿ ਆਪਸ਼ਨ ਸੀ ਵੀ ਵੈਸੇ ਨਾਲ ਦੀ ਆ, ਪਰ ਆਪਸ਼ਨ ਸੀ 'ਚ ਜਿਹੜਾ ਚੱਕਰ 'ਚ ਪਾਣੀ ਆ ਉੱਪਰ ਨਹੀਂਗਾ, ਟੇਢਾ ਹੋ ਗਿਆ। ਠੀਕ ਹੈ, ਤਾਂ ਕਿਹੜੀ ਰਾਈਟ ਆਂਸਰ ਬਣ ਰਿਹਾ, ਆਪਸ਼ਨ ਏ ਹੀ ਬਣ ਰਿਹਾ ਹੈ। ਠੀਕ ਹੈ ਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਉਸ ਸੰਖਿਆ ਦੀ ਚੋਣ ਕਰੋ ਜੋ ਹੇਠਾਂ ਦਿੱਤੀ ਲੜੀ ਵਿੱਚੋਂ ਖਾਲੀ ਜਗ੍ਹਾ ਤੇ ਆਵੇਗੀ। ਹਾਂਜੀ, ਖਾਲੀ ਜਗ੍ਹਾ ਤੇ ਦੇਖੋ ਇਹਨਾਂ ਦੇ ਵਿੱਚੋਂ ਕਿਹੜਾ ਆਵੇਗਾ, ਦੇਖੋ 5 ਤੋਂ ਬਾਅਦ 6, 6 ਤੋਂ ਬਾਅਦ 14, 14 ਤੋਂ ਬਾਅਦ 45 ਕਿਵੇਂ ਬਣ ਰਹੇ ਆ, 5 6 14 45, ਅਗਲਾ ਨੰਬਰ ਪਤਾ ਕਰਨਾ। ਠੀਕ ਹੈ, 5 6 14 45 ਅਗਲਾ ਨੰਬਰ ਤੁਸੀਂ ਪਤਾ ਕਰਨਾ। ਹੁਣ ਜੇਕਰ ਮੈਂ ਗੱਲ ਕਰਾਂ 5 ਗੁਣਾ 1 ਪਲੱਸ 1 ਕਿੰਨਾ ਬਣ ਗਿਆ 6, ਫਿਰ ਮੈਂ 6 ਹੀ ਲੈ ਲਵਾਂਗੀ, 6 ਗੁਣਾ 2 ਪਲੱਸ 2 ਕਿੰਨਾ ਬਣ ਗਿਆ 14, ਫਿਰ ਆਪਾਂ 14 ਹੀ ਲੈ ਲਵਾਂਗੇ, 14 ਗੁਣਾ 3 ਪਲੱਸ 3 ਇਹ ਬਣ ਗਿਆ ਜੀ 45। ਠੀਕ ਹੈ, ਕਿੰਨਾ ਬਣਿਆ 45, ਕਿਉਂਕਿ 14 ਤੇ 42, 42 ਪਲੱਸ 3 45। ਹੁਣ ਇਹੀ ਪ੍ਰੋਸੈਸ ਅਸੀਂ ਦੂਸਰੇ ਮੈਥਡ ਤੇ ਲਗਾਵਾਂਗੇ ਜੋ ਇੱਥੇ ਹੈ। देखो पहला एक ऐड, एक नाल गुणा किया एक ऐड, फिर 2 नाल गुणा किया 2 ऐड, 3 नाल गुणा किया 3 ऐड, तो 45 नूं असीं 4 नाल गुणा करांगे प्लस 4 ही ऐड करांगे। जो तुसीं 45 नूं 4 नाल गुणा करोगे तो ये तुहाडे कोले बनूगा जी 180, क्योंकि 4 5 20 हुंदे आ। ठीक है, उस तो बाद चौकम चौकी 16 ते 2 18 प्लस 4 184, यानी कि अगला नंबर 184 आवेगा। तो देख लैंदे आ किहड़ी ऑप्शन च, ऑप्शन डी च। ठीक है, अगला प्रश्न, हाँ जी, अगले दे विच तुसीं वो नंबर पूरा करना जिहड़ा प्रश्न चिन्ह की जगह लै सके। FGIL दिता होया तुहानूं, तां तुसीं देखो FGIL जदों असीं लैना तां सब तो पहलां आपां FGIL की गल करिए, FGIL अगला नंबर तुसीं पता करना। F किन्ने ते हुंदा 6 ते, G 7 ते, I 9 ते, L 12 ते। ठीक है, अगला नंबर तो असीं पता ही करना। जो मैं डिफरेंस चैक करती हाँ इन्हां दोनों का, तो यह बनता +1, इन्हां दा करूँगी 2, इन्हां दा अंतर चैक किया तो 3 बन गया। मतलब जो अगला नंबर वह अंतर कितना होगा 4 होगा। मतलब 4 अंतर किहदे नाल होगा, 16 नाल, क्योंकि देखो 6 ते 1 7 बन गया, 7 + 2 9, 9 + 3 12, 12 + 4 16, 16 ते किहड़ा नंबर आउंदा, 16 ते आउंदा है P ABC दे विच। ठीक है, तो हुण 16 ते किहड़ा नंबर आया P, ऑप्शन डी इत्थे राइट आंसर है। अगला प्रश्न है जी, हाँ जी, अगे देखो YXWVUT ते प्रश्न चिन्ह की जगह तुसीं दसना की आउणा ते PON। जेकर आपां पिछों काउंट करिए की बन रहा N ABC के अकॉर्डिंग चलिए NOPQRSTUVWXY। देखो पूरी सीरीज नहीं बन रही तुहाडे सामने। ठीक है, की बन रहा वा, देखो इत्थे असीं फाइंड आउट करना सी, तां जे असीं इहदे तो अकॉर्डिंग अंदाजा लगाइए कि TUVWXYZ मगर नूं आ रहे हैं सारे, पिछों सीरीज स्टार्ट हुई आ, तो राइट आंसर की बनूगा SRQ, ऑप्शन बी इत्थे राइट आंसर है। ठीक है, SRQ ही बनया ना इस दे कोरस्पोंडिंग, तो राइट आंसर है जी ऑप्शन नंबर बी। ठीक है, अगला प्रश्न जी अगे DJPV CHMR VFJN ते अगला नंबर तुसी पता करना। ठीक है, हुण जेकर असीं इत्थों देखिए तो तुसी देखो पहला DCV फिर ए वाला आवेगा, पर ए वालियां तो सारियां ही ऑप्शनस आ। ठीक है, तो ए वालियां सारियां ऑप्शन आ, तो इत्थों फिर असीं की अंदाजा लगावांगे, फिर तुसी देखो जे दिता होया, जे किन्ने ते आउंदा वा 10 ते, H दिता होया, H किन्ने ते आउंदा वा 8 ते, उस तो बाद वाला अखर तुहानूं F दिता होया, F किन्ने ते आउंदा 7 ते, F किन्ने ते आउंदा वा 6 ते, सॉरी 6 ते आउंदा, जानी कि 2 2 दा डिफरेंस आ। फिर अगला नंबर है जिहड़ा 4 ते आउंदा D, मतलब इन्हां दे विचों कोई D ऑप्शन वाला, तो D ऑप्शन वाले C ते D पे आ। हुण ये भी सानूं 2 ऑप्शन मिल रही हैं, तो आपां तीजा डिजिट देखो, तीजे डिजिट तो चैक कर लैंदे आ,
ਤੀਜਾ ਹੈਗਾ ਤੁਹਾਡੇ ਕੋਲੇ P, ठीक है। तीजा डिजिट की आ सारिਆਂ ਦੇ ਵਿੱਚ देखो, तीजा हैगा P, इत्थे हैगा M, दूसरे च हैगा J, ठीक है। हुण तीजे डिजिट की गल हो रही है, P हुंदा जी 16 नंबर ते, ठीक है। M हुंदा 13 नंबर ते, J हुंदा 10 नंबर ते। किन्ना किन्ना डिफरेंस आ गया, 3 दा। फिर अगला किहड़ा नंबर होगा, 3 दा ही अगला होगा, 7 दा। 7 ते किहड़ा हुंदा वा, ਤਾਂ 7 ਦੀ ਜੇਕਰ ਅਸੀਂ ਗੱਲ ਕਰੀਏ, 7 ਤੇ ਹੁੰਦਾ ਸਾਡੇ ਕੋਲ ਜੀ, ਤਾਂ ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ, ਠੀਕ ਹੈ ਜੀ। ਅੱਗੇ, ਉਹ ਸੰਖਿਆ ਚੁਣੋ ਜੋ ਦਿੱਤੀ ਹੋਈ ਲੜੀ ਵਿੱਚ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਲੈ ਸਕੇ। ਹਾਂਜੀ, ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਲੈ ਸਕੇ। ਸਭ ਤੋਂ ਪਹਿਲਾਂ ਅਸੀਂ ਮੈਥਡ ਲਾਉਣਾ ਹੁੰਦਾ ਕਿ ਤੁਸੀਂ ਡਿਫਰੈਂਸ ਚੈੱਕ ਕਰ ਲਓ। ਮੋਸਟਲੀ ਡਿਫਰੈਂਸ ਨਾਲ ਸਮ ਹੋ ਜਾਂਦੇ ਆ, ਠੀਕ ਹੈ। ਤਾਂ ਆਪਾਂ ਚੈੱਕ ਕਰਦੇ ਹਾਂ, ਜਿਵੇਂ 32 ਤੇ 37 ਦਾ डिफरेंस ही लिख लेने कला करके। 32 ते 37 विच 5 दा है, ठीक है। उस तो बाद 44 ते 37 की जेकर असी गल करिए तो इन्हां दे विच डिफरेंस आ गया जी 14 चों 7 जाणगे तो इत्थे आऊगा तुहाडे कोले 14 चों 7 गए 7 ही, 7 का डिफरेंस, ठीक है। फिर 44 तो बाद 49 आ, तो इसका डिफरेंस जेकर असी देखिए तो ये बन रहा है जी, चेक करो ध्यान नाल। 49 तो बाद तुहाडे कोले बनेगा जिहड़ा डिफरेंस आ, ये बनेगा 5 का, ठीक है। 44 + 5 49 होणगे। फिर इसका जो डिफरेंस चेक करिए 56 दे नाल तो वो किन्ने दा बनेगा, 7 का। फिर उस तो बाद असी 61 का चेक करिए, 61 ते 56 का डिफरेंस तो ये बनेगा 5 का, जानी कि 5 7 5 7 5 7 का डिफरेंस बन रहा। तो अगला नंबर है जिहड़ा 7 का डिफरेंस होगा। हुण देखो तुसीं 32 + 5 37, 37 + 7 44, 44 + 5 49, 49 + 7 56, 56, ठीक है। 56 + 5 61, तो 61 + 7, 61 + 7 कितना होगा, 68। तो ऑप्शन नंबर इत्थे सी ही राइट आंसर है, ठीक है। अगला नंबर होगा 68, ऑप्शन सी राइट आंसर है। अगला 5 6 10 18 20 ते 40 फिर 162, इसका तुसी डिफरेंस दसना है, सॉरी डिफरेंस नहीं, इसका तुसी सही आंसर दसना है कि की बनेगा। देखो किमें सीरीज़ है जिहड़ी कंप्लीट हो रही है। पहला तुसी मैथड लगाओ डिफरेंस वाला, ठीक है। देखो लग रहा कि नहीं, तो 5 ते 1 6, देखो 5 दूनी जेकर आप गल करिए तो ये तुहानू 2 सीरीज़ नहीं बनिया दिख रही। 5 दूनी 10, 10 दूना 20, 20 दूना 40, ठीक है। एक छड्ड के देखो 5 दूनी 10, 10 दूना 20, 20 दूना 40, ठीक है। फिर अगे 40 दूना इदां ही सीरीज़ बनूगी। जे हले आप देखिए 6 का 6 तीए 18, फिर 18 तीया देख लो कितना हुंदा, 18 तीया कितना हुंदा, 18 नूं 3 नाल मल्टीप्लाई करो, 8 तीया 24, तो फिर तुसी देखोगे 3 ते 1 4 ते 4 ते 2 5, यानी कि 54, मतलब 54 ऑप्शन बन रही है। 54 ऑप्शन है, हाँ जी बिल्कुल है ऑप्शन ए च, तो ऑप्शन ए इत्थे राइट आंसर होगा। 2 सीरीज़ बन रही हैं, ठीक है। अगे आ जी हेठां दित्तियां विचों किहड़ियां संख्यावां इन्हां दे चित्र यह 3 जियोमैट्रिकल फिगर्स दे विच आ रहा। देखो फिगर्स तुहानूं की दित्तियां होईयां, एक सर्कल दिता, एक आयत टाइप दिता, एक ट्रायंगल दिती, एक रिक्टेंगल दिती आ, ठीक है। तो इस दे विच तुहानूं टोटल 4 डायग्राम्स बन रही। उन्हें कहा कि तुसीं ओही नंबर दसना वा जिहड़ा 3 दे विच आवे, 3 दे विच आवे। किसे 3 दे विच किहड़े नंबर आ रहे हैं, देखो एक तो 25 आ रहा वा, 25 आ रहा नहीं, 25 3 च नहीं आ रहा, 25 डायग्राम सर्कल 25 4 च ही आ रहा। 25 की गल करा मैं, 25 4 च आ रहा। उन्हें सानू कंडीशन दी है कि 3 जोमैट्रिकल फिगर दे विच आना चाहिए नंबर, तो 3 दे विच 25 तो 4 च आ रहा, 3 च किहड़ा आ रहा, एक 26 आ रहा तो एक 52 आ रहा। 26 की जे असीं गल करिए ट्रायंगल च नहीं आ रहा, बाकी सारियां च आ रहा। 52 की जे असीं गल करिए इस च नहीं आ रहा, बाकी सारियां च आ रहा। तो ऑप्शन बी इत्थे राइट आंसर है। अगला प्रश्न, उस चित्र की चोण करो जो दिते चित्रां विच दिती गई लड़ी दे विच प्रश्न चिन्ह की थां लै सकदा। तुसीं देखो ये जो डायग्राम आ, इहदे विच जे मैं इहनूं एंटी क्लॉकवाइज रोटेट करा तो ये डायग्राम इत्थे आ गई,
ठीक है। यही कली इस बस कुंडी नूं ही देख लो जो ये बन रही है, कोश पुट्ठा क्वेश्चन मार्क एक तरह नाल उल्ट जा, ठीक है। फिर इसनूं मैं रोटेट करा तो इस साइड आ गई, फिर इसनूं रोटेट करांगे ऊपर चलिया गया, फिर इसनूं रोटेट करांगे तो इत्थे आ जाएगा, ठीक है। तो इत्थे आउण जानी कि पहलां वाली स्थिति च ऑप्शन ए वाली स्थिति च आ जाएगा। तो ऑप्शन ए वाली स्थिति किहड़ी ऑप्शन च पई आ, देखो जल्दी, ये ऑप्शन डी च पई आ, ऑप्शन डी इत्थे राइट आंसर है। अगे आ जी, हाँ जी, सही विकल्प की चोण लई करो जो किरती नूं पूरा कर सकदा होवे। सही विकल्प की चोण लई तुसीं देखो जिवें ऑप्शन ए फिल करदी आ ਉਹ जिथे कट्टे हुए भाग दे विच की ये पूरा होऊगा। ऑप्शन ए दे तुसीं देखो तीन ही लगे हुए आ, जो किरणां जिहां निकल रही तीन आ, बाकी जे असीं देखीए तो चार चार आ, तो मतलब उत्थे भी चार वाला आऊगा। चार ऑप्शन पई है, चार वाले पई आ बी च, तो राइट आंसर ऑप्शन बी बनेगा, ठीक है जी। ऑप्शन बी, ऑप्शन बी, तो ऑप्शन बी केड़ी ऑप्शन च पिया वा, ऑप्शन ए च, तो ऑप्शन ए इज द राइट आंसर, ठीक है जी। अगला प्रश्न, उत्तर किरती तो एक ढुकवीं किरती चुनो जो प्रश्न चिन्ह के स्थान ते आवेगी, ठीक है। सब तो पहला तुसीं देखो हिंट लो, पहला तुहानूं दिता होया यह ट्रायंगल इस तरह, फिर उस तो बाद उहदा उल्ट किया होया। सेम इसे तरह तुहानूं ये जो दिता होया है, ठीक है, ये शेप दिती हुई आ, जेकर मैं इसका उल्ट करा, जेकर मैं इसका उल्ट करा तो यदा उल्ट की बनूगा, देखो इस ध्यान नाल, जेकर मैं इसका उल्ट करा तो इसका उल्ट बनेगा कुछ इस तरह का। तो यह किहड़ी ऑप्शन च आ, ये हैगा जी सी च, ठीक है। तो सी किहड़ी आ, सी ऑप्शन ही आ, ऑप्शन सी इज द राइट आंसर। अगे असीं प्रश्न करते हैं, अगे साडा इंग्लिश का पोर्शन शुरू हो चुकिया है। हाँ जी, अगे तुसीं देख सकते हो 76 की जेकर असीं गल करिए तो इहदे विच की आ तुहाडा इंग्लिश पोर्शन आ जिहड़ा शुरू हो चुकिया है। तो जानी कि आपां करिए गल तां लैंगुएज दे नाल संबंधित पोर्शन आ साडा हुण जो आया है। इस दे विच तुसीं की करना है कि ग्रामिकली पोर्शन तुहानूं दिता होया, इहदे विच कोई एरर आ जिसनूं तुसीं फाइंड आउट करना है। तो सब तो पहलां देखो जेकर असीं गल करिए इसदी, तां जदों आई डू नॉट, ठीक है, ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਸੈਂਟੈਂਸ ਬਣ ਰਿਹਾ ਹੈ ਤਾਂ ਇਸ ਦੇ ਵਿੱਚ ਐਰਰ ਕਿਹੜੀ ਆ, ਤਾਂ ਇਹਦੇ ਵਿੱਚ ਐਰਰ ਆ ਜੀ ਐਗਰੀ ਟੂ ਦੀ, ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਐਗਰੀ ਟੂ, ठीक है। एग्री टू आ जिहड़ा इस सेंटेंस दे विच एरर आ। अगला वा जी सिलैक्ट द मोस्ट, हाँ जी, इस दे विच की आ कि तुसीं की करना वा, बलेयर तुहानूं दिता होया, इस दा समानार्थक शब्द लिखना है। तो इस दा समानार्थक शब्द किहड़ा होगा इस दे विच, स्क्रीम, ठीक है। ऑप्शन डी इज द राइट आंसर है। नैक्सट है जी, अगे तुसीं विरोधी शब्द दसना है रिपेल दा, हाँ जी, रिपेल दा विरोधी शब्द की होवेगा इस दे विचों, तो यह होगा जी एट्रैक्ट। रिपेल का जेकर असीं गल करिए इसका मीनिंग की है, जे सानू मीनिंग पता होणगे तो विरोधी शब्द भी दस देंगे। रिपेल का मतलब हुंदा दूर करना, ठीक है। तो इस तो इहदा ओपोजिट की होगा, एट्रैक्ट। ऑप्शन ए इस दा राइट आंसर है। नैक्सट है जी, अगे तुहानूं दिता होया है जिवें कि आपां देखो इहदे विच की आ कि तुहानूं PQRS सेंटेंस बनाउणा, तुसीं एक मीनिंगफुल सेंटेंस बनाउणा वा, कुछ वर्ड दिते होए आ इहदे विच, ठीक है, इन्हां नूं यूज़ करके। तो एक मीनिंगफुल सेंटेंस बनाउण दे लई तुसीं पढ़ लैंदे आ, पहलां इन्हां नूं देखो की बनेगा। तो सब तो पहलां जेकर असीं गल करिए इस दे विच आई ऑफ्टन तो ही शुरू करांगे ना, जानी कि आर बनूगा, आई ऑफ्टन सी दैट वूमैन, ठीक है, जानी कि फिर पी बन रहा है। उस तो बाद आई ऑफ्टन, मैं इत्थे 1 पा दिनी आ, फिर पी ते 2 पा दिनी आ, ठीक है। आई ऑफ्टन सी दैट वूमैन, उस तो बाद वॉकिंग, ठीक है, फिर ये आएगा 3 ते अलोंग द स्ट्रेट, तो इत्थे बन रहा है तुहाडे कोले PRPSQ, तो ऑप्शन नंबर इत्थे डी राइट आंसर है, ठीक है जी। अगे तुहानूं पुछिया उहने राहत शब्द का अंग्रेजी विच अनुवाद, हाँ जी, राहत नूं असीं अंग्रेजी च की बोलते हैं, रिलीफ ही बोलते हैं ना, तो ऑप्शन बी इत्थे राइट आंसर है। नैक्सट है जी, हाँ जी, अगे उन्होंने कहा कि रीड द फॉलोइंग पैसेज, इस पैसेज नूं तुसीं रीड करना है। तो कहते हो तुहानूं उन्होंने दिता है कि सुपर 30 पछड़े भाईचारे के प्रभावशाली विद्यार्थियों के विकास लई एक परोपकारी मिशन है।
ਅਤੇ ਇਸ ਪਹਿਲ ਕਦਮੀ ਦੇ ਪਿੱਛੇ ਇੱਕ ਗਣਿਤ ਵਿਗਿਆਨੀ ਆਨੰਦ ਕੁਮਾਰ ਹੈ। ਉਸ ਨੇ ਆਪਣੀ ਪਹਿਲ ਕਦਮੀ ਦੁਆਰਾ ਬਿਹਾਰ ਵਿੱਚ ਇੱਕ ਚੁੱਪ ਪੁਨਰ ਜਾਗਰਣ ਦੀ ਸ਼ੁਰੂਆਤ ਕੀਤੀ, ਜਿਸ ਨੇ ਸਮਾਜ ਦੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਵਿੱਚੋਂ ਆਈਆਈਟੀਆਈਜ਼ ਪੈਦਾ ਕੀਤੇ ਹਨ। 7 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਇੱਕ ਸਵੀਪਰ, ਰਿਕਸ਼ਾ ਚਾਲਕ ਅਤੇ ਬੇਜ਼ਮੀਨੇ ਮਜ਼ਦੂਰ ਦੇ ਪੁੱਤਰ ਤੋਂ ਲੈ ਕੇ ਇੱਕ ਸੁਰੱਖਿਆ ਗਾਰਡ ਜਾਂ ਗ੍ਰੀਨ ਕਰਿਆਨੇ ਦੀ ਔਲਾਦ ਤੱਕ ਦੇ 187 ਵਿਦਿਆਰਥੀਆਂ ਨੇ ਭਾਰਤ ਦੇ ਪ੍ਰਮੁੱਖ ਅਦਾਰਿਆਂ ਵਿੱਚ ਜਗ੍ਹਾ ਬਣਾਈ ਹੈ। ਇਸ ਪਹਿਲ ਕਦਮੀ ਦਾ ਨਾਮ ਸੁਪਰ 30 ਰੱਖਿਆ ਗਿਆ। ਠੀਕ ਹੈ, ਕੀ ਰੱਖਿਆ ਗਿਆ? ਇਸ ਪਹਿਲ ਕਦਮੀ ਦਾ ਨਾਮ ਸੁਪਰ 30 ਰੱਖਿਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਕਿਉਂਕਿ ਇਹ 30 ਗਰੀਬ ਪਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਛੋਟ ਸੂਚੀ ਨਾਲ ਸ਼ੁਰੂ ਹੋਇਆ ਸੀ। ਆਨੰਦ ਕਹਿੰਦਾ ਹੈ ਕਿ ਇਹ ਸਾਰੇ ਪ੍ਰਤਿਭਾ ਵਿੱਚ ਬਹੁਤ ਵਧੀਆ, ਇਹ ਜਿਹੜੇ ਸਾਰੇ ਆ ਮਤਲਬ ਕਿ ਬਹੁਤ ਵਧੀਆ ਸਨ। ਸ਼ੁਰੂ ਵਿੱਚ 30 ਵਿਦਿਆਰਥੀਆਂ ਲਈ ਪ੍ਰਬੰਧ ਕਰਨਾ ਕੋਈ ਆਸਾਨ ਕੰਮ ਨਹੀਂ ਸੀ, ਪਰ ਆਨੰਦ ਦੇ ਪਰਿਵਾਰ ਨੇ ਉਸ ਦੀ ਕੋਸ਼ਿਸ਼ ਵਿੱਚ ਹਰ ਤਰ੍ਹਾਂ ਉਸ ਦੀ ਮਦਦ ਕੀਤੀ। ਅੱਗੇ ਸੈਕਿੰਡ ਪੈਰਾ, ਆਨੰਦ ਨੇ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾ ਕੇ ਪੈਸਾ ਕਮਾਇਆ, ਜਦੋਂ ਕਿ ਉਸ ਦੀ ਮਾਂ ਜਯੰਤੀ ਦੇਵੀ ਵਿਦਿਆਰਥੀਆਂ ਲਈ ਖਾਣਾ ਬਣਾਉਂਦੀ ਸੀ। ਵਿਦਿਆਰਥੀਆਂ ਲਈ ਸਿਰਫ ਇੱਕ ਹੀ ਟੀਚਾ ਸੀ, ਸਖਤ ਅਧਿਐਨ ਕਰਨਾ। ਇਸ ਤੋਂ ਬਾਅਦ ਵਿਦਿਆਰਥੀਆਂ ਦੀ ਸਖਤ ਸਿਖਲਾਈ ਸੀ ਅਤੇ ਨਤੀਜੇ ਪਹਿਲੇ ਹੀ ਸਾਲ ਵਿੱਚ ਹੀ ਕਾਫੀ ਵੱਡੇ ਹੈਰਾਨੀ ਦੇ ਰੂਪ ਵਿੱਚ ਸਾਹਮਣੇ ਆਏ। ਠੀਕ ਹੈ, ਉਸ ਤੋਂ ਬਾਅਦ ਇਸ ਨੇ ਆਨੰਦ ਨੂੰ ਸਮਰਪਿਤ ਅਧਿਆਪਕਾਂ ਦੀ ਆਪਣੀ ਟੀਮ ਦੇ ਨਾਲ ਹੋਰ ਯਤਨ ਕਰਨ ਲਈ ਪ੍ਰੇਰਿਤ ਕੀਤਾ ਤੇ ਪਿਛਲੇ 7 ਸਾਲਾਂ ਵਿੱਚ 182 ਵਿਦਿਆਰਥੀ ਦੇਸ਼ ਦੇ ਵੱਖ-ਵੱਖ IIT ਵਿੱਚ ਦਾਖਲਾ ਲੈ ਚੁੱਕੇ ਸਨ। ਫਿਰ ਸਾਲ 2003 ਵਿੱਚ ਜਦੋਂ ਸੁਪਰ 30 ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ 30 ਵਿੱਚੋਂ 18 ਵਿਦਿਆਰਥੀਆਂ ਨੇ JEE ਪਾਸ ਕੀਤੀ। ਅਗਲੇ ਹੀ ਸਾਲ ਵਿੱਚ ਗਿਣਤੀ ਵੱਧ ਕੇ 22 ਹੋ ਗਈ। 2005 ਵਿੱਚ 26 ਹੋ ਗਈ। ਇਸ ਲਈ ਰੁਝਾਨ ਨੂੰ ਜਾਰੀ ਰੱਖਦੇ ਹੋਏ 2006 ਅਤੇ 2007 ਵਿੱਚ 28 ਵਿਦਿਆਰਥੀਆਂ ਨੇ ਇਸ ਨੂੰ ਬਣਾਇਆ ਤੇ 2008 ਵਿੱਚ ਇੱਕ ਜਾਦੂਈ ਪਲ ਆਇਆ ਜਦੋਂ ਨਤੀਜਾ 30 ਵਿੱਚੋਂ 30 ਸ਼ਾਨਦਾਰ ਰਿਹਾ। ਸੁਪਰ 30 ਵਰਲਡ ਦੀ ਅੱਖ ਤੇ ਮਾਰਿਆ ਗਿਆ ਸੀ। ਆਨੰਦ ਅਤੇ ਉਹਨਾਂ ਦੀ ਟੀਮ ਲਈ ਇਹ ਇੱਕ ਸੁਪਨਾ ਸੀ। ਸੁਪਰ 30 ਨੇ 2009 ਵਿੱਚ ਇਸ ਨੂੰ ਦੁਬਾਰਾ ਕੀਤਾ। ਲਗਾਤਾਰ ਦੂਜੇ ਸਾਲ ਹੀ 30 ਵਿੱਚੋਂ 30 ਰਿਹਾ ਸੀ। ਆਨੰਦ ਦਾ ਇਹ ਕਹਿਣਾ ਹੈ ਕਿ ਇਸ ਗੱਲ ਦਾ ਜ਼ੋਰ ਪੁੱਛਗਿੱਛ ਤੇ ਵਿਕਾਸ ਤੇ ਹੋਵੇਗਾ। ਵਿਗਿਆਨ ਅਤੇ ਗਣਿਤ ਦੀ ਸਿੱਖਿਆ ਲਈ ਇਹ ਮਹੱਤਵਪੂਰਨ ਸੀ। ਫਿਰ 2010 ਦੇ ਵਿੱਚ 10 ਤੋਂ ਬਾਅਦ ਉਸ ਨੇ ਮੌਜੂਦਾ 30 ਵਿਦਿਆਰਥੀਆਂ ਤੋਂ 60 ਤੱਕ ਦਾ ਦਾਖਲਾ ਕਰਵਾਉਣ ਦਾ ਫੈਸਲਾ ਕੀਤਾ। ਦੂਜੇ ਰਾਜਾਂ ਦੇ ਗਰੀਬ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ। ਅੱਗੇ ਸੁਪਰ 30 ਦੀ ਉਤਪੱਤੀ ਦਾ ਉਸ ਮੁਸ਼ਕਿਲ ਨਾਲ ਬਹੁਤ ਸੰਬੰਧ ਸੀ ਜਿਸ ਦਾ ਸਾਹਮਣਾ ਆਨੰਦ ਨੂੰ ਉਦੋਂ ਕਰਨਾ ਪਿਆ ਜਦੋਂ ਉਹ ਵਿਦਿਆਰਥੀ ਸੀ। ਆਪਣੇ ਪਿਤਾ ਇੱਕ ਡਾਕ ਕਰਮਚਾਰੀ ਦੀ ਮੌਤ ਤੋਂ ਬਾਅਦ ਉਸ ਨੂੰ ਤਰਸ ਦੇ ਆਧਾਰ ਤੇ ਕਲਰਕ ਦੀ ਨੌਕਰੀ ਮਿਲੀ, ਪਰ ਉਸਨੇ ਇਸ ਤੋਂ ਇਨਕਾਰ ਕਰ ਦਿੱਤਾ। ਉਹ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਸੀ। ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਉਸਨੇ। ਬਾਅਦ ਵਿੱਚ ਆਪਣੀ ਉਸਦੀ ਮਾਂ ਨੇ ਕਈ ਪਾਪੜ ਵੇਲੇ, ਜਿਨ੍ਹਾਂ ਨੂੰ ਆਨੰਦ ਪਾਪੜ ਕਿਹਾ ਗਿਆ, ਅਤੇ ਹੋਰ ਘਰੇਲੂ ਉਤਪਾਦ ਜੋ ਆਨੰਦ ਨੇ ਘਰ ਵਿੱਚ ਵੇਚੇ। ਠੀਕ ਹੈ, ਜਿਵੇਂ ਦਿਨ ਘਰ ਦੇ ਵਿੱਚ ਵੇਚੇ। ਜਿਵੇਂ ਦਿਨ ਬੀਤਦੇ ਗਏ ਕੁਝ ਲੋਕ ਉਸ ਨੂੰ ਪਾਪੜ ਵਾਲਾ ਡਕਲਾ ਕਹਿਣ ਲੱਗ ਗਏ, ਪਰ ਆਨੰਦ ਲਈ ਇਹ ਸਿਰਫ ਇੱਕ ਲੰਘਣ ਵਾਲਾ ਪੜਾਅ ਸੀ। ਉਸਨੇ ਰੋਜੀ ਰੋਟੀ ਕਮਾਉਣ ਲਈ ਸਖਤ ਮਿਹਨਤ ਕੀਤੀ ਅਤੇ ਆਪਣੇ ਖਾਲੀ ਸਮੇਂ ਵਿੱਚ ਗਣਿਤ ਦੀ ਪੜ੍ਹਾਈ ਕੀਤੀ। ਸੰਘਰਸ਼ ਨੇ ਉਸ ਨੂੰ ਆਪਣੀ ਪਸੰਦ ਦੇ ਦੁੱਖਾਂ ਨੂੰ ਮਹਿਸੂਸ ਕਰਨ ਦਾ ਮੌਕਾ ਦਿੱਤਾ। ਇਹ ਅੰਦਰੋਂ ਇੱਕ ਤਾਕਤ ਸੀ ਜਿਸ ਕਾਰਨ ਰਾਮਾਨੁਜਨ ਸਕੂਲ ਆਫ ਮੈਥਮੈਟਿਕਸ ਐਂਡ ਸੁਪਰ 30 ਦਾ ਜਨਮ ਹੋਇਆ ਸੀ। ਠੀਕ ਹੈ ਜੀ, ਅੱਗੇ ਅਸੀਂ ਗੱਲ ਕਰਦੇ ਹਾਂ ਇਸ ਦੇ MCQ ਦੀ ਕਿ ਇਸ ਦੇ ਵਿੱਚ ਕੀ ਪੁੱਛਿਆ ਗਿਆ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਆਨੰਦ ਕੁਮਾਰ ਦੁਆਰਾ ਕਿਸ ਰਾਜ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ। ਹਾਂਜੀ, ਕਿਹੜੇ ਰਾਜ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਸੀ ਆਨੰਦ ਕੁਮਾਰ ਨੇ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਵਿਹਾਰ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਸੀ ਆਨੰਦ ਕੁਮਾਰ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅੱਗੇ ਆ, ਪਿਛਲੇ 7 ਸਾਲਾਂ ਵਿੱਚ ਕਿੰਨੇ ਵਿਦਿਆਰਥੀਆਂ ਨੇ ਦੇਸ਼ ਦੇ ਵੱਖ-ਵੱਖ IIT ਵਿੱਚ ਥਾਂ ਬਣਾਈ ਸੀ? ਹਾਂਜੀ, ਪਿਛਲੇ 7 ਸਾਲਾਂ ਦੇ ਵਿੱਚ
ਕਿੰਨੇ ਵਿਦਿਆਰਥੀ ਸੀ ਜਿਨ੍ਹਾਂ ਨੇ IIT ਦੇ ਵਿੱਚ ਥਾਂ ਬਣਾਈ ਸੀ? ਆਪਾਂ ਉੱਪਰ ਗੱਲ ਕਰ ਚੁੱਕੇ ਹਾਂ, 182 ਸੀਗੇ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਅੱਗੇ ਆ ਜੀ, ਹਾਂਜੀ ਅਗਲੇ ਦੇ ਵਿੱਚ ਉਹਨਾਂ ਨੇ ਤੁਹਾਨੂੰ ਪੁੱਛਿਆ ਕਿ ਪਹਿਲੇ ਸਾਲ ਵਿੱਚ ਹੈਰਾਨੀਜਨਕ ਨਤੀਜਾ ਕੀ ਨਿਕਲਿਆ। ਹਾਂਜੀ ਪਹਿਲੇ ਸਾਲ ਦੇ ਵਿੱਚ ਕਿਹੜਾ ਹੈਰਾਨੀਜਨਕ ਨਤੀਜਾ ਨਿਕਲਿਆ ਸੀਗਾ? ਤਾਂ ਇਹ ਨਿਕਲਿਆ ਸੀਗਾ ਜੀ ਸਖਤ ਸਿਖਲਾਈ। ਠੀਕ ਹੈ, ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ। ਅੱਗੇ ਅਗਲੇ ਦੇ ਵਿੱਚ ਉਹਨਾਂ ਨੇ ਪੁੱਛਿਆ ਵਾ ਕਿ ਇਸ ਦੇ ਵਿੱਚ ਤੁਸੀਂ ਫਿਰ ਤੋਂ ਤੁਹਾਨੂੰ ਸਮਾਨਾਰਥਕ ਸ਼ਬਦ ਪੁੱਛਿਆ ਵਾ ਜੀਨੇਸਿਸ ਦਾ, ਤੇ ਇਸ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ? ਇਸ ਦਾ ਹੈ ਜੀ ਬਿਗਨਿੰਗ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਜਾਨੀ ਕਿ ਸ਼ੁਰੂਆਤ। ਅਗਲਾ ਪ੍ਰਸ਼ਨ ਹੈ ਜੀ, ਅਗਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਂਜੀ ਅਗਲੇ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਆਨੰਦ ਨੇ ਕਲਰਕ ਦੀ ਨੌਕਰੀ ਚੁਣਨ ਦਾ ਫੈਸਲਾ ਕਿਉਂ ਕੀਤਾ ਸੀ? ਤਾਂ ਹਾਂਜੀ ਅਗੇਂਸਟ ਜਾਨੀ ਕਿ ਉਹਦੇ ਵਿਰੋਧ ਕਿਉਂ ਸੀਗਾ? ਕਲਰਕ ਦੀ ਨੌਕਰੀ ਨਾ ਚੁਣਨ ਦੇ ਵਿਰੋਧ ਕਿਉਂ ਸੀਗਾ? ਤਾਂ ਇਸ ਦੇ ਵਿੱਚ ਰਾਈਟ ਆਨਸਰ ਹੈ ਜੀ ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖੇ। ਠੀਕ ਹੈ, ਤੇ ਇਹਦੇ ਵਿੱਚ ਕੀ ਮੀਨਿੰਗ ਬਣ ਰਿਹਾ? ਹੀ ਵਾਂਟਡ ਟੂ ਕੰਟੀਨਿਊ ਹਿਸ ਸਟੱਡੀਜ਼। ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅੱਗੇ ਜੀ ਤੁਹਾਡਾ ਪੰਜਾਬੀ ਦਾ ਸ਼ੁਰੂ ਹੋ ਚੁੱਕਿਆ। ਇਹਨਾਂ ਦੇ ਵਿੱਚੋਂ ਸ਼ੁੱਧ ਚੁਣਨਾ ਤੁਸੀਂ, ਜਾਨੀ ਕਿ ਕਿਹੜਾ ਵਰਡ ਆ ਜਿਹੜਾ, ਕਿਹੜਾ ਸ਼ਬਦ ਆ ਜਿਹੜਾ ਸਹੀ ਲਿਖਿਆ ਹੋਇਆ ਹੈ। ਤਾਂ ਦੇਖੋ ਪਤਾ ਲੱਗ ਰਿਹਾ ਕਿ ਉਸਨੇ ਮਾਲਿਕ ਪਾਉਣ ਦੀ ਕੋਸ਼ਿਸ਼ ਕੀਤੀ ਆ। ਤਾਂ ਮਾਲਿਕ ਕਿਵੇਂ ਪਊਗਾ? ਮਾਲਕ ਕਿਵੇਂ ਪਊਗਾ? ਆਪਸ਼ਨ ਡੀ ਰਾਈਟ ਆਨਸਰ ਹੈ, ਮਾਲਿਕ। ਠੀਕ ਹੈ, ਅਗਲਾ ਪ੍ਰਸ਼ਨ ਆ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਹ ਅਖਾਣ ਹੁੰਦੀ ਹੈ ਨਾ ਕਿ ਜਦੋਂ ਆਪਾਂ ਕਿਸੇ ਦੀ ਕੋਈ ਰਾਏ ਲਈ ਨਾ ਹੋਵੇ, ਬਿਨਾ ਮਤਲਬ ਤੋਂ ਕੋਈ ਆਪਾਂ ਨੂੰ ਰਾਏ ਦਈ ਜਾਵੇ, ਤਾਂ ਆਪਾਂ ਕੀ ਕਹਿੰਦੇ ਆ ਕਿ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਹ ਅਖਾਣ ਨੂੰ ਅਸੀਂ ਪੂਰਾ ਕਰਨ ਦੇ ਲਈ ਇਸੇ ਤਰ੍ਹਾਂ ਬੋਲਦੇ ਆਮ ਯੂਜ਼ ਕਰਦੇ ਆ ਆਪਾਂ ਆਪਣੇ ਘਰਾਂ ਦੇ ਵਿੱਚ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਅੱਗੇ ਆ ਜੀ, ਠੰਡੀਆਂ ਛਾਵਾਂ ਮਾਨਣਾ ਮੁਹਾਵਰੇ ਦਾ ਅਰਥ ਸਪਸ਼ਟ ਕਰੋ। ਹਾਂਜੀ ਠੰਡੀਆਂ ਛਾਵਾਂ ਮਾਨਣਾ, ਇਸ ਦਾ ਅਰਥ ਕੀ ਆ? ਜਾਨੀ ਕਿ ਸੁੱਖ ਮਿਲਣਾ, ਸੁੱਖ ਮਾਨਣਾ। ਤਾਂ ਰਾਈਟ ਆਨਸਰ ਹੈ ਆਪਸ਼ਨ ਸੀ। ਠੀਕ ਹੈ, ਸੁੱਖ ਮਿਲਣਾ। ਅੱਗੇ, ਜੋ ਆਪ ਨਾਲ ਬੀਤੀ ਹੋਵੇ। ਹਾਂਜੀ ਬਹੁਤ ਸ਼ਬਦ ਦਿੱਤੇ ਆ ਤੁਹਾਨੂੰ, ਉਸ ਨੂੰ ਅਸੀਂ ਇੱਕ ਸ਼ਬਦ ਦੇ ਵਿੱਚ ਸੰਬੋਧਿਤ ਕਰਨਾ, ਮਤਲਬ ਇੱਕੋ ਸ਼ਬਦ ਦੇ ਵਿੱਚ ਉਸ ਦਾ ਮੀਨਿੰਗ ਦੱਸਣਾ। ਜੋ ਆਪ ਨਾਲ ਬੀਤੀ ਹੋਵੇ, ਇਸ ਲਈ ਅਸੀਂ ਵਰਤਦੇ ਹਾਂ ਹੱਡ ਬੀਤੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਅੱਗੇ ਆ ਜੀ, ਇਸ ਦਾ ਤੁਸੀਂ ਪੰਜਾਬੀ ਦੇ ਵਿੱਚ ਅਨੁਵਾਦ ਕਰਨਾ, ਰਾਮ ਐਂਡ ਸ਼ਾਮ ਬੋਥ ਆਰ ਹੈਪੀ। ਵੀ ਮਤਲਬ ਰਾਮ ਅਤੇ ਸ਼ਾਮ ਦੋਵੇਂ ਖੁਸ਼ ਹਨ। ਇਸ ਦਾ ਇਹੀ ਬਣਦਾ ਨਾ। ਤਾਂ ਇਸ ਦਾ ਬਣ ਰਿਹਾ ਹੈ ਜੀ ਆਪਸ਼ਨ ਨੰਬਰ ਬੀ। ਠੀਕ ਹੈ, ਨੈਕਸਟ ਤੁਹਾਨੂੰ ਫਿਰ ਤੋਂ ਕਾਫੀ ਹੀ ਜ਼ਿਆਦਾ ਹੈਲਪਫੁਲ ਪੈਰਾ ਦਿੱਤਾ ਹੋਇਆ ਹੈ, ਜਿਹੜਾ ਕਿ ਨੌਲੇਜ ਦੇ ਵਿੱਚ ਵੀ ਇੰਕਰੀਮੈਂਟ ਹੋਵੇਗਾ, ਜਿਹੜਾ ਸਿੱਖ ਧਰਮ ਦੇ ਨਾਲ ਸੰਬੰਧਿਤ ਆ। ਸਾਨੂੰ ਕਾਫੀ ਕੁਝ ਪਤਾ ਚੱਲੇਗਾ। ਸਿੱਖ ਧਰਮ ਦੀ ਕੀਰਤਨ ਪਰੰਪਰਾ ਵਿੱਚ ਭਾਈ ਸੱਤਾ ਤੇ ਬਲਵੰਤ, ਕਾਫੀ MCQ GK ਦੇ ਵਿੱਚ ਵੀ ਆਉਂਦੇ ਇਹਨਾਂ ਦੀ ਜੋੜੀ ਦਾ ਵਿਸ਼ੇਸ਼ ਸਥਾਨ ਆ। ਕਾਵ ਤੇ ਸੰਗੀਤ ਦੇ ਮਾਹਿਰ ਇਹਨਾਂ ਰਬਾਬੀਆਂ ਦੀ ਜੁਗਲ ਗਾਇਕੀ ਗੁਰਚਰਨਾਂ ਵਿੱਚ ਪ੍ਰਵਾਨ ਚੜੀ। ਇਹਨਾਂ ਦੁਆਰਾ ਰਚਿਤ ਰਾਮਕਾਲੀ ਦੀ ਵਾਰ, ਟਿੱਕੇ ਦੀ ਵਾਰ ਦਾ ਗੁਰੂ ਰੂਪ ਸ਼੍ਰੀ ਗੁਰੂ ਸਾਹਿਬ ਜੀ ਦੇ ਵਿੱਚ ਦਰਜ ਵੀ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤਾਂ ਇਹ ਜਿਹੜਾ ਇਹਨਾਂ ਦੀ ਆਪਣੇ ਫਨ ਵਿੱਚ ਮੁਹਾਰਤ ਅਤੇ ਗੁਰੂ ਘਰ ਵਿੱਚ ਉਹਨਾਂ ਦਾ ਉੱਚ ਸਥਾਨ ਦਾ ਪ੍ਰਤੱਖ ਪ੍ਰਮਾਣ ਆ। ਇਸ ਵਾਰ ਦਾ ਗਾਇਨ ਇਹਨਾਂ ਰਵਾਬੀਆਂ ਨੇ ਗੁਰਿਆਈ ਦੇ ਤਿਲਕ ਸਮੇਂ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਤਾ। ਗੁਰਿਆਈ ਦੀ ਤਿਲਕ ਜਾਨੀ ਕਿ ਗੁਰਗੱਦੀ ਦੇ ਵਿੱਚ ਤਿਲਕ ਦੀ ਰਸਮ ਕਰਦੇ ਸੀਗੇ। ਪਹਿਲੇ 6 ਗੁਰੂਆਂ ਦੀ ਕੀਤੀ ਆ ਬਾਬਾ ਬੁੱਢਾ ਜੀ ਨੇ। ਠੀਕ ਹੈ, ਤਾਂ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇਹਨਾਂ ਨੇ ਕੀਤਾ ਸੀ। ਗੁਰੂ ਜੋਤ ਦੀ ਏਕਤਾ ਅਤੇ ਗੁਰੂ ਦਾ ਵੱਖ-ਵੱਖ ਰੂਪਾਂ ਵਿੱਚ ਪਲਟਣ ਵਰਗੀ ਅਧਿਆਤਮਕ ਰਮਜ਼ ਨੂੰ ਇਸ ਵਾਰ ਵਿੱਚ ਪ੍ਰਸਤੁਤ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨਾਲ ਰੁੱਸਣਾ ਇਹਨਾਂ ਦੇ ਹੁਨਰ ਦਾ ਮਾਣ ਸੀ ਅਤੇ ਬਖਸ਼ਿੰਦ ਗੁਰੂ ਦੁਆਰਾ ਮਨਾਈ ਵੀ ਆਸ ਵੀ ਸੀਗੀ। ਇਹਨਾਂ ਦੇ ਰੁੱਸ ਜਾਣ ਤੋਂ ਗੁਰੂ ਅਰਜਨ ਦੇਵ ਜੀ ਨੇ ਸਮੂਹ ਸਿੱਖ ਸੰਗਤਾਂ ਨੂੰ ਰਲ ਕੇ ਕੀਰਤਨ ਕਰਨ ਦੀ ਜਾਂਚ ਪ੍ਰਸ਼ਾਦ ਰੂਪ ਵਿੱਚ ਦਿੱਤੀ। ਇਹਨਾਂ ਦੇ ਮੁੜ ਆਉਣ ਨਾਲ ਸਰਦਾ ਤੇ ਹੁਨਰ ਸਿੱਖ ਸੰਗੀਤ ਦੀ ਕੀਰਤਨ ਪਰੰਪਰਾ ਵਿੱਚ ਹੋਰ ਵੀ ਪ੍ਰਤੱਖ ਰੂਪ ਵਿੱਚ ਪ੍ਰਗਟ ਹੋਏ। ਅੱਗੇ ਅਸੀਂ ਪੜ੍ਹਦੇ ਹਾਂ ਕਿ ਇਸ ਦੇ ਵਿੱਚੋਂ ਇਸ ਪੈਰੇ ਦਾ ਜਿਹੜਾ ਢੁਕਵਾਂ ਸਿਰਲੇਖ ਆ ਉਹ ਕੀ ਬਣਦਾ ਹੈ। ਹਾਂਜੀ, ਇਸ ਪੈਰੇ ਦਾ ਜਿਹੜਾ ਢੁਕਵਾਂ ਸਿਰਲੇਖ ਆ ਉਹ ਕੀ ਬਣਦਾ ਹੈ। ਦੇਖੋ, ਰਵਾਬ ਦੀ ਤਾਂ ਬਹੁਤ ਘੱਟ ਗੱਲ ਹੋਈ ਆ, ਗੁਰੂ ਘਰ ਦੇ ਸੇਵਕ ਦੀ ਘੱਟ ਗੱਲ ਹੋਈ ਆ, ਪਰ ਜੇ ਅਸੀਂ ਦੇਖੀਏ ਇੱਥੇ ਭਾਈ ਸੱਤਾ ਤੇ ਬਲਵੰਤ ਜੀ ਦੀ ਵੱਧ ਗੱਲ ਹੋਈ ਆ, ਉਹਨਾਂ ਬਾਰੇ ਵੱਧ ਗੱਲ ਹੋਈ ਆ। ਤਾਂ ਆਪਸ਼ਨ ਸੀ ਰਾਈਟ ਆਨਸਰ ਬਣੂਗਾ ਕਿ ਇਸ ਦਾ ਢੁਕਵਾਂ ਸਿਰਲੇਖ ਬਣਦਾ ਭਾਈ ਸੱਤਾ ਤੇ ਬਲਵੰਤ ਜੀ। ਠੀਕ ਹੈ, ਅੱਗੇ ਆ
ਸੱਤਾ ਤੇ ਬਲਵੰਤ ਦੀ ਗਾਇਕੀ ਦਾ ਰੂਪ ਕੀ ਸੀ? ਹਾਂਜੀ, ਸੱਤਾ ਤੇ ਬਲਵੰਤ ਇਸ ਦੀ ਜਿਹੜੀ ਗਾਇਕੀ ਦਾ ਰੂਪ ਸੀ ਉਹ ਸੀ, ਆਪਾਂ ਉੱਪਰ ਪੜ੍ਹੇ ਆ, ਯੁਗਲੀ ਗਾਇਕੀ ਸੀ ਇਹਨਾਂ ਦੀ। ਯੁਗਲੀ ਗਾਇਕੀ ਦੇ ਲਈ ਮਸ਼ਹੂਰ ਸੀ ਇਹ। ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ। ਅੱਗੇ ਆ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਸੱਤਾ ਤੇ ਬਲਵੰਤ ਦੀ ਰਚਿਤ ਕਿਹੜੀ ਰਚਨਾ ਹੈ? ਹਾਂਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਇੱਕ ਇਹਨਾਂ ਦੀ ਰਚਨਾ, ਉਹ ਵੀ ਆਪਾਂ ਉੱਪਰ ਪੜ੍ਹੀ ਆ ਲਾਈਨ। ਕਿਹੜੀ ਰਚਨਾ ਦਰਜ ਆ ਇਹਨਾਂ ਦੁਆਰਾ ਰਚਿਤ? ਰਾਮ ਕਲੀ ਦੀ ਵਾਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹੁਣ ਦੇਖੋ, ਜਦੋਂ ਵੀ ਤੁਸੀਂ ਪੇਪਰ ਅਟੈਂਪਟ ਕਰਨਾ ਤਾਂ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਸਟੂਡੈਂਟ, ਅਸੀਂ ਪੰਜਾਬੀ ਅਟੈਂਪਟ ਕਰਾਂਗੇ। ਇਸ ਦੇ ਨਾਲ ਕੀ ਹੈ ਕਿ ਸਾਡੇ ਵਿੱਚ ਇੱਕ ਤਾਂ ਕੌਨਫੀਡੈਂਸ ਬਣੂਗਾ, ਠੀਕ ਹੈ, ਕਿ ਸਾਨੂੰ ਮਤਲਬ ਜੋ ਪੋਰਸ਼ਨ ਤੁਹਾਨੂੰ ਈਜ਼ੀ ਲੱਗਦਾ ਨਾ, ਕਈ ਸਟੂਡੈਂਟਸ ਨੂੰ ਚਲੋ ਇੰਗਲਿਸ਼ ਵੀ ਈਜ਼ੀ ਲੱਗਦੀ ਹੋਊਗੀ, ਤਾਂ ਤੁਸੀਂ ਇੰਗਲਿਸ਼ ਅਟੈਂਪਟ ਕਰਨਾ, ਜੋ ਤੁਹਾਨੂੰ ਪੋਰਸ਼ਨ ਪਹਿਲਾਂ ਈਜ਼ੀ ਲੱਗਦਾ ਤੁਸੀਂ ਉਸ ਨੂੰ ਅਟੈਂਪਟ ਕਰੋਗੇ ਤਾਂ ਜੋ ਤੁਹਾਡਾ ਕੌਨਫੀਡੈਂਸ ਵਧੇ, ਠੀਕ ਹੈ। ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਅਸੀਂ ਪੰਜਾਬੀ ਦਾ ਪਹਿਲਾਂ ਸ਼ੁਰੂ ਕਰਾਂਗੇ, ਜਿਹੜੇ ਸਟੂਡੈਂਟਸ ਨੂੰ ਪੰਜਾਬੀ ਵਧੀਆ ਲੱਗਦੀ ਆ। ਤਾਂ ਅੱਗੇ ਦੇਖੋ, ਸੱਤਾ ਬਲਵੰਤ ਰਚਿਤ ਵਾਰ ਦਾ ਮੁੱਖ ਵਿਸ਼ਾ ਕੀ ਸੀ? ਹਾਂਜੀ, ਸੱਤਾ ਬਲਵੰਤ ਰਚਿਤ ਵਾਰ ਦਾ ਜਿਹੜਾ ਮੁੱਖ ਵਿਸ਼ਾ ਸੀ ਉਹ ਸੀ ਗੁਰੂ ਜੋਤ ਦੀ ਏਕਤਾ। ਗੁਰੂ ਜੋਤ ਦੀ ਏਕਤਾ। ਸੱਤਾ ਬਲਵੰਤ ਬਲਵੰਡ, ਹਾਂਜੀ ਸੱਤਾ ਇੱਥੇ ਬਲਵੰਡ ਆ, ਮੈਂ ਬਾਰ-ਬਾਰ ਬਲਵੰਤ ਬੋਲ ਦਿੱਤਾ। ਸੱਤਾ ਬਲਵੰਡ ਰਚਿਤ ਵਾਰ ਦਾ ਮੁੱਖ ਵਿਸ਼ਾ ਕੀ ਸੀਗਾ? ਤਾਂ ਇਹ ਸੀਗਾ ਜੀ ਗੁਰੂ ਜੋਤ ਕੀ ਏਕਤਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਅੱਗੇ ਆ, ਗੁਰੂ ਘਰ ਵਿੱਚ ਸੱਤਾ ਤੇ ਬਲਵੰਡ ਦਾ ਕੀ ਦਰਜਾ ਸੀ? ਹਾਂਜੀ, ਸੱਤਾ ਤੇ ਬਲਵੰਡ ਦਾ ਕੀ ਦਰਜਾ ਸੀ ਗੁਰੂ ਘਰ ਦੇ ਵਿੱਚ? ਕੀ ਸੀਗਾ? ਸ਼ਰਧਾ ਤੇ ਹੁਨਰ ਵਾਲਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅੱਗੇ ਆ ਜੀ, ਹਾਂਜੀ ਨੈਕਸਟ ਕੀ ਆ ਕਿ ਤੁਹਾਨੂੰ ਡਿਜੀਟਲ ਸਾਖਰਤਾ ਤੇ ਜਾਗਰੂਕਤਾ ਟੌਪਿਕ ਦੇ ਵਿੱਚੋਂ MCQ ਆ, ਜਿਹੜੇ 5 ਨੰਬਰ ਦੇ ਆ, ਠੀਕ ਹੈ। ਇਹਨਾਂ ਵਿੱਚੋਂ ਕਿਹੜਾ ਸੁਮੇਲ ਨਹੀਂ ਹੈ? ਹਾਂਜੀ, ਕਿਹੜਾ ਸੁਮੇਲ ਨਹੀਂ ਹੈ? ਬੈਂਚ ਆਪਰੇਟਿੰਗ ਸਿਸਟਮ ਦੂਜੀ ਪੀੜ੍ਹੀ, ਬੈਚ ਆਪਰੇਟਿੰਗ ਸਿਸਟਮ ਦੂਜੀ ਪੀੜ੍ਹੀ। ਅੱਗੇ ਟਾਈਮ ਸਾਂਝਾ ਕਰਨ ਵਾਲਾ ਆਪਰੇਟਿੰਗ ਸਿਸਟਮ ਤੀਜੀ ਪੀੜ੍ਹੀ, ਯਾਨੀ ਕਿ 3rd ਜਨਰੇਸ਼ਨ ਕੰਪਿਊਟਰ ਦੀਆਂ, ਜਿਵੇਂ ਤੁਹਾਨੂੰ ਪਤਾ 5 ਜਨਰੇਸ਼ਨਸ ਮੇਨ ਆ, ਠੀਕ ਹੈ। ਤਾਂ ਇਹਨਾਂ ਦੇ ਵਿੱਚੋਂ ਕਿਹੜੇ ਸਹੀ ਆ ਜਾਂ ਸੁਮੇਲ ਨਹੀਂ ਹੈ? ਇਹਨਾਂ ਵਿੱਚੋਂ ਕਿਸ ਦਾ ਸੁਮੇਲ ਨਹੀਂ ਹੈ? ਤਾਂ ਹਾਂਜੀ, ਇਸ ਦੇ ਵਿੱਚੋਂ ਜੇਕਰ ਅਸੀਂ ਗੱਲ ਕਰੀਏ ਸੁਮੇਲ ਦੀ, ਤਾਂ ਇਸ ਦੇ ਵਿੱਚੋਂ ਸੁਮੇਲ ਨਹੀਂ ਗਾ, ਨਾ ਤਾਂ ਪਹਿਲਾ ਵਾ ਤੇ ਨਾ ਹੀ ਦੂਜਾ ਸਹੀ ਆ, ਠੀਕ ਹੈ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਇਹਨਾਂ ਵਿੱਚੋਂ ਕਿਹੜਾ ਸੁਮੇਲ ਨਹੀਂ ਹੈ? ਨਾ ਤਾਂ 1 ਦਾ ਹੀ ਆ ਤੇ ਨਾ ਤਾਂ 2 ਦਾ ਹੀ ਆ। ਅੱਗੇ ਆ, ਸਪੀਚ ਪਛਾਣ ਡਿਵਾਈਸ ਕਿਸ ਤਰ੍ਹਾਂ ਦਾ ਇਨਪੁਟ ਲੈਂਦਾ ਹੈ? ਹਾਂਜੀ, ਸਪੀਚ ਪਛਾਣ ਡਿਵਾਈਸ ਆ ਜਿਹੜਾ, ਇਹ ਕਿਸ ਤਰ੍ਹਾਂ ਦੀ ਇਨਪੁਟ ਲੈਂਦਾ ਹੈ? ਤਾਂ ਇਹ ਲੈਂਦਾ ਹੈ ਜੀ ਆਡੀਓ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ, ਸਪੀਚ ਆਡੀਓ, ਯਾਦ ਰੱਖਿਓ। ਅੱਗੇ MS ਵਰਡ 2019 ਵਿੱਚ ਸਰਚ ਵਿੱਚ ਵਾਇਲਡ ਕਾਰਡ ਦੀ ਵਰਤੋਂ ਕੀਤੀ ਗਈ ਹੈ, ਠੀਕ ਹੈ। MS ਵਰਡ 2019 ਦੇ ਵਿੱਚ ਸਰਚ ਦੇ ਵਿੱਚ ਵਰਲਡ ਕਾਰਡ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਕਿੰਨੇ ਅੱਖਰਾਂ ਦੀ ਵਰਤੋਂ ਕਰਨ ਦਿੰਦਾ ਹੈ? ਤਾਂ ਰਾਈਟ ਆਨਸਰ ਹੈ ਜੀ MS ਵਰਡ 2019 ਦੀ ਗੱਲ ਹੋ ਰਹੀ ਆ, ਇੱਕ, ਸਿਰਫ ਅਸੀਂ ਇੱਕ ਅੱਖਰ ਦੀ ਵਰਤੋਂ ਕਰ ਸਕਦੇ ਹਾਂ। ਅਗਲਾ ਪ੍ਰਸ਼ਨ ਹੈ, MS PowerPoint 2019 ਵਿੱਚ ਨਵੀਂ ਪ੍ਰੈਜੈਂਟੇਸ਼ਨ ਤਿਆਰ ਕਰਨ ਲਈ ਕਿਹੜੀ ਸ਼ਾਰਟਕਟ ਦੀ ਜਿਹੜੀ ਕੁੰਜੀ ਆ ਜਾਂ ਕੀ ਵਰਤੀ ਜਾਂਦੀ ਆ? ਤਾਂ ਇਸ ਦੇ ਵਿੱਚ ਸ਼ਾਰਟਕਟ ਕੀ ਵਰਤੀ ਜਾਂਦੀ ਆ? Ctrl+N। ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਨੈਟਸਕੇਪ ਨੈਵੀਗੇਟਰ ਇੱਕ ਡੈਸ਼ ਹੈ। ਹਾਂਜੀ, ਨੈਟਸਕੇਪ ਨੈਵੀਗੇਟਰ ਆ ਜਿਹੜਾ, ਤਾਂ ਉਹ ਹੈ ਜੀ ਬਰਾਊਜ਼ਰ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।